थैंक यू। ओके जी। सत संगत जी, वाहिगुरू जी का खालसा, वाहिगुरू जी की फतेह। स्वागत है जी तुहाडा सारिਆਂ ਦਾ ਗੁਰਮਤਿ ਕਲਾਸ ਵਿੱਚ। ਔਰ ਜਿਵੇਂ ਕਿ ਅਸੀਂ ਸਾਰੇ ਭੈਣ ਭਰਾ ਮਿਲ ਕੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਪਾਵਨ ਸ਼ਲੋਕਾਂ ਦੇ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ ਧੰਨ ਗੁਰੂ ਤੇਗ ਬਹਾਦਰ ਜੀ ਦੇ ਉਚਾਰਨ ਕੀਤੇ ਸ਼ਲੋਕਾਂ ਵਿੱਚੋਂ 48 ਨੰਬਰ ਸ਼ਲੋਕ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾ ਹੈ। ਗੁਰੂ ਜੀ ਕਹਿੰਦੇ ਨੇ, ਮੈਂ ਜਗਤ ਨੂੰ ਆਪਣਾ ਸਮਝ ਕੇ ਹੁਣ ਤੱਕ ਵੇਖਦਾ ਰਿਹਾ, ਪਰ ਇੱਥੇ ਤਾਂ ਕੋਈ ਕਿਸੇ ਦਾ ਸਦਾ ਵਾਸਤੇ ਸਾਥੀ ਨਹੀਂ ਹੈ ਸੱਚਾ। ਹੁਣ ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ। ਨਿਜ ਕਰ ਦੇਖਿਓ, ਨਿਜ ਕਰ ਕੀ ਹੈ। ਅਸੀਂ ਕਈ ਵਾਰੀ ਓਪਰੀ ਨਜ਼ਰ ਦੇ ਨਾਲ ਇਸ ਦੁਨੀਆ ਨੂੰ ਵੇਖਦੇ ਹਾਂ। ਨਿਜ ਕਰਕੇ ਦੇਖਣਾ ਇੱਕ ਬਹੁਤ ਵੱਖਰੀ ਚੀਜ਼ ਹੈ। ਫਾਰ ਐਗਜ਼ਾਮਪਲ ਕਿ ਅਸੀਂ ਹੁਣ ਆਪਣੇ ਕਿਸੇ ਯਾਰ ਦੋਸਤ ਦੇ ਘਰ ਜਾਂਦੇ ਆ, ਜਾਂ ਤੁਸੀਂ ਜਾਂਦੇ ਹੋ ਤੇ ਤੁਸੀਂ ਆਪਣੇ ਯਾਰ ਦੋਸਤ ਦੀ ਕਾਰ ਨੂੰ ਰੋਜ਼ ਵੇਖਦੇ ਹੋ, ਬਾਹਰੋਂ ਲੰਘਦਿਆਂ ਕਾਰ ਖੜੀ ਹੈ, ਤੁਸੀਂ ਕਾਰ ਦੇਖਦੇ ਹੋ ਕਿ ਮੇਰੇ ਦੋਸਤ ਦੀ ਕਾਰ ਹੈ, ਔਰ ਤੁਸੀਂ ਉਹਦੇ ਘਰ ਵਿੱਚ ਮਿਲਦੇ ਗਿਲਦੇ ਹੋ, ਵਾਪਸ ਆ ਜਾਂਦੇ ਹੋ। ਇੱਕ ਦਿਨ ਤੁਸੀਂ ਕਿਹਾ ਕਿ ਅੱਜ ਦੋਸਤ ਨੂੰ ਕਿਹਾ ਕਿ ਮੈਂ ਯਾਰ ਕਾਰ ਖਰੀਦਣੀ ਚਾਹੁੰਦਾ ਕੋਈ ਸੈਕਿੰਡ ਹੈਂਡ, ਤੇ ਦੋਸਤ ਕਹਿੰਦਾ ਵੀ ਕਾਰ ਮੈਂ ਵੇਚਣੀ, ਮੇਰੇ ਵਾਲੀ ਦੇਖ ਲਓ। ਕਾਰ ਮੈਂ ਵੇਚਣੀ ਹੈ, ਮੇਰੇ ਵਾਲੀ ਦੇਖ ਲਓ। ਹੁਣ ਤੁਸੀਂ ਉਹ ਕਾਰ ਦੇਖ ਰਹੇ ਹੋ ਅੱਜ, ਤਾਂ ਤੁਸੀਂ ਉਹਦੇ ਟਾਇਰ ਵੀ ਦੇਖ ਰਹੇ ਹੋ ਠੀਕ ਨੇ ਕਿ ਨਹੀਂ, ਉਹਦੀਆਂ ਸੀਟਾਂ ਦੇਖਦੇ ਹੋ, ਸ਼ੀਸ਼ੇ ਦੇਖਦੇ ਹੋ, ਇੰਜਨ ਦੇਖਦੇ ਹੋ। ਅੱਜ ਤੁਹਾਡੇ ਦੇਖਣ ਦਾ ਢੰਗ ਬਦਲ ਗਿਆ। ਕਾਰ ਪਹਿਲਾਂ ਵੀ ਦੇਖਦੇ ਸੀ, ਪਰ ਅੱਜ ਤੁਹਾਡੇ ਦੇਖਣ ਦਾ ਢੰਗ ਬਦਲ ਗਿਆ, ਕਿਉਂਕਿ ਉਹ ਤੁਹਾਡੀ ਆਪਣੀ ਹੋਣ ਵਾਲੀ ਹੈ। ਤੇ ਜੇ ਉਹ ਤੁਹਾਨੂੰ ਪਸੰਦ ਆਉਂਦੀ ਤੁਸੀਂ ਲੈ ਲੈਂਦੇ ਹੋ, ਜੇਕਰ ਉਹ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਕਹਿ ਦਿੰਦੇ ਹੋ ਕਿ ਇਹਦੇ ਵਿੱਚ ਕਮੀ ਪੇਸ਼ੀ ਹੈ, ਜਾਂ ਕੋਈ ਬਹਾਨਾ ਲਗਾ ਦਿੰਦੇ ਹੋ। ਇਹਨੂੰ ਕਹਿੰਦੇ ਨੇ ਨਿਜ ਕਰਕੇ ਦੇਖਣਾ, ਆਪਣਾ ਕਰਕੇ। ਹੁਣ ਅਸੀਂ ਵੀ ਇਸ ਸੰਸਾਰ ਨੂੰ ਓਪਰੀ ਨਜ਼ਰ ਦੇ ਨਾਲ ਵੇਖਦੇ ਹਾਂ। ਇਹਨੂੰ ਨਿਜ ਕਰਕੇ ਦੇਖੋ ਕਿ ਕੀ ਕੋਈ ਤੁਹਾਡਾ ਸदैवी ਸਾਥੀ ਹੈ, ਜਾਂ ਮੇਰਾ ਜਾਂ ਤੁਹਾਡਾ। ਤਾਂ ਫਿਰ ਸਾਨੂੰ ਨਜ਼ਰ ਪਵੇਗਾ ਵੀ ਕੋ ਕਾਹੂ ਕੋ ਨਾ ਹੈ, ਵੀ ਇੱਥੇ ਸਦਾ ਦਾ ਸਾਥੀ ਤੇ ਕੋਈ ਨਹੀਂ ਹੈ। ਅਸੀਂ ਸੱਜਣ ਮਿੱਤਰ ਆ, ਇੱਕ ਦੂਜੇ ਦੇ ਭੈਣ ਭਰਾ ਹੈ ਆ, ਲੇਕਿਨ ਸਦਾ ਦਾ ਸਾਥੀ ਨਹੀਂ ਹੈ ਨਾ, ਕਿਉਂਕਿ ਸਦਾ ਮੈਂ ਆਪ ਹੀ ਨਹੀਂ ਰਹਿਣਾ। ਜਦ ਮੈਂ ਹੀ ਨਹੀਂ ਰਹਿਣਾ ਤੇ ਫਿਰ ਸदैवी ਸਾਥੀ ਤੇ ਨਾ ਹੋਏ, ਨਾ ਮੈਂ ਵਿਛੜ ਜਾਣਾ। ਤੇ ਜੇ ਮੈਂ 4 ਸਾਲ ਜੀ ਗਿਆ ਤੇ ਮੇਰੇ ਤੋਂ ਪਹਿਲਾਂ ਮੇਰਾ ਕੋਈ ਸੱਜਣ ਮਿੱਤਰ ਵਿਛੜ ਗਿਆ, ਯਾਨੀ ਸਦਾ ਦਾ ਇੱਥੇ ਸਾਥੀ ਕੋਈ ਨਹੀਂ। ਪਹਿਲੀ ਗੱਲ ਤੇ ਇਹ ਹੈ ਕਿ ਸਰੀਰ ਕਰਕੇ ਸदैवी ਇਸ ਦੁਨੀਆ ਦੇ ਉੱਤੇ ਕੋਈ ਨਹੀਂ। ਦੂਜੀ ਗੱਲ ਇਹ ਹੈ ਕਿ ਤੁਹਾਡੇ ਦੁੱਖ ਔਰ ਸੁੱਖ ਦੇ ਅੰਦਰ ਜੋ ਸਾਡੇ ਸਾਥੀ ਨੇ, ਇਹਦਾ ਮਤਲਬ ਇਹ ਨਹੀਂ ਕਿ ਸਾਥੀ ਨਹੀਂ ਹੈ ਨੇ। ਅਸੀਂ ਦੇਖੋ ਕਿਸੇ ਭੈਣ ਭਰਾ ਨੂੰ ਦੁੱਖ ਤਕਲੀਫ ਹੋਵੇ, ਅਸੀਂ ਉਹਦਾ ਪਤਾ ਲੈਣ ਜਾਂਦੇ ਹਾਂ, ਫਰੂਟ ਲੈ ਕੇ ਜਾਂਦੇ ਹਾਂ, 4 ਪੈਸੇ ਵੀ ਦਿੰਦੇ ਹਾਂ, ਉਹਦੀ ਸੇਵਾ ਵੀ ਕਰਦੇ ਹਾਂ। ਹੌਸਪੀਟਲ ਰਹਿਣਾ ਪਏ, ਅਸੀਂ ਰਹਿੰਦੇ ਵੀ ਹਾਂ। ਇਹਨਾਂ ਦੇਸ਼ਾਂ ਵਿੱਚ ਰਹਿਣ ਦੀ ਲੋੜ ਨਹੀਂ, ਲੇਕਿਨ ਅਸੀਂ ਰਹਿੰਦੇ ਵੀ ਹਾਂ। ਅਸੀਂ ਦੁੱਖ ਸੁੱਖ ਦੇ ਸਾਥੀ ਬਣਦੇ ਹਾਂ। ਜੇ ਕਿਸੇ ਨੇ ਨਵਾਂ ਮਕਾਨ ਲਿਆ ਹੈ ਤਾਂ ਵੀ ਅਸੀਂ ਸੁੱਖ ਵਿੱਚ ਸ਼ਾਮਲ ਹੁੰਦੇ ਹਾਂ, ਵਿਆਹ ਸ਼ਾਦੀ ਵਿੱਚ ਵੀ ਹੁੰਦੇ ਹਾਂ। ਲੇਕਿਨ ਇੱਕ ਗੱਲ ਯਾਦ ਰੱਖਣੀ, ਦੇਖੋ ਇੱਕ ਬੱਚੇ ਦੇ ਦਰਦ ਹੋ ਰਿਹਾ ਹੈ ਛਾਤੀ ਵਿੱਚ, ਬੱਚਾ ਕਰਾ ਰਿਹਾ ਹੈ, ਕੋਲ ਉਹਦੀ ਮਾਂ ਬੈਠੀ ਹੈ, ਮਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਨੇ। ਸਾਰੀ ਰਾਤ ਬੱਚਾ ਦਰਦ ਨਾਲ ਨਹੀਂ ਸੁੱਤਾ, ਸੁੱਤੀ ਮਾਂ ਵੀ ਨਹੀਂ। ਪਰ ਜਿੱਥੇ ਬੱਚੇ ਨੂੰ ਦਰਦ ਹੋ ਰਹੀ ਹੈ ਉੱਥੇ ਤੇ ਉਹ ਇਕੱਲਾ ਹੀ ਹੈ। ਦਰਦ ਤਾਂ ਉਹਨੂੰ ਇਕੱਲੇ ਨੂੰ ਮਹਿਸੂਸ ਹੋ ਰਹੀ ਹੈ ਨਾ, ਉਹ ਦਰਦ ਤਾਂ ਉਸੇ ਨੂੰ ਹੋ ਰਹੀ ਹੈ, ਉਸ ਜਗ੍ਹਾ ਤੇ ਉਹ ਇਕੱਲਾ ਹੀ ਹੈ, ਬੇਸ਼ੱਕ ਬਾਹਰੀ ਤੌਰ ਤੇ ਉਹਦੇ ਸਾਥੀ ਹੈ। ਦੂਜੀ ਗੱਲ, ਜਿਹੜੀ ਮੇਰੇ ਅੰਦਰ ਖੁਸ਼ੀ ਹੈ, ਬੇਸ਼ੱਕ ਮੇਰੀ ਖੁਸ਼ੀ ਵਿੱਚ ਤੁਸੀਂ ਵੀ ਸ਼ਾਮਲ ਹੋ, ਲੇਕਿਨ ਅੰਤਰ ਆਤਮੇ ਜਿੱਥੇ ਮੈਂ ਖੁਸ਼ੀ ਮਨਾ ਰਿਹਾ ਉੱਥੇ ਤਾਂ ਮੈਂ ਇਕੱਲਾ ਹੀ ਹਾਂ, ਬਾਹਰੀ ਤੌਰ ਤੇ ਤੁਸੀਂ ਸ਼ਾਮਲ ਹੋ। ਦੂਜੀ ਗੱਲ ਇਹ। ਤੀਜੀ ਗੱਲ ਇਹ ਹੈਗੀ ਕਿ ਜਿੱਥੇ ਆਤਮਿਕ ਜੀਵਨ ਹੈ ਉੱਥੇ ਮੇਰਾ ਕੋਈ ਸदैवी ਸਾਥੀ ਨਹੀਂ। ਜਿਵੇਂ ਮੇਰੇ ਭੈਣ ਭਰਾ ਨੇ, ਮੇਰੇ ਬੱਚੇ ਨੇ, ਮੇਰੇ ਸਾਥੀ ਨੇ ਉਹ। ਪਰ ਜਿਵੇਂ ਮੈਂ ਕੱਲ ਪਰਸੋਂ ਵੀ ਬੇਨਤੀ ਕੀਤੀ ਸੀ, ਬਾਈ ਦੀ ਵੇ ਜੇ ਮੈਂ ਇੱਥੇ ਗੁਰਦੁਆਰੇ ਸਾਹਿਬ ਜਾਂ ਕਿਤੇ ਬਾਹਰ ਜਾ ਕੇ ਦੁਕਾਨ ਵਿੱਚ ਚੋਰੀ ਕਰਨਾ ਤਾਂ ਉੱਥੇ ਤੇ ਮੇਰਾ ਕੋਈ ਸਾਥੀ ਨਹੀਂ। ਤੁਸੀਂ ਮੇਰੇ ਨਾਲ ਨਹੀਂ, ਬੇਸ਼ੱਕ ਮੇਰੇ ਯਾਰ ਦੋਸਤ ਹੋ, ਮੇਰੇ ਨਾਲ ਤੁਸੀਂ ਨਹੀਂ, ਤੁਸੀਂ ਮੈਨੂੰ ਬਚਾ ਨਹੀਂ ਸਕਦੇ। ਮੇਰੀ ਘਰ ਵਾਲੀ ਨਾਲ ਨਹੀਂ, ਉਹ ਇੰਡੀਆ ਹੈ, ਮੇਰੀ ਪੁੱਤਰ ਪੋਤਰੇ ਉਹ ਇੰਡੀਆ ਨੇ, ਮੈਂ ਇੱਥੇ ਇਕੱਲਾ ਹੀ ਹਾਂ ਨਾ। ਤਾਂ ਹੁਣ ਇੱਥੇ ਚੋਰੀ ਕਰਨ ਤੋਂ ਮੈਨੂੰ ਕੌਣ ਬਚਾਏਗਾ? ਕੌਣ ਮੇਰਾ ਸਾਥੀ ਜੋ ਮੇਰੀ ਜ਼ਮੀਰ ਨੂੰ ਬਚਾਏ?
ਉਹ ਅਸਲ ਦੇ ਅੰਦਰ ਮੇਰਾ ਘੜਿਆ ਹੋਇਆ ਆਚਰਣ ਹੈ, ਜੋ ਮੇਰੇ ਅੰਦਰ ਗੁਣ ਜਾਂ ਔਗਣ ਨੇ, ਮੇਰੇ ਸੱਚੇ ਸਾਥੀ ਉਹ ਨੇ। ਜੇ ਤੇ ਮੇਰੇ ਅੰਦਰ ਨੇ ਔਗਣ, ਤਾਂ ਔਗਣ ਮੇਰੇ ਸਾਥੀ ਨੇ, ਉਹ ਮੇਰਾ ਸਾਥ ਦੇਣਗੇ। ਤੇ ਔਗਣ ਸਾਥੀ ਹੋਣਗੇ ਤੇ ਕਾਲ ਕਲੇਸ਼ ਮੈਂ ਆਪਣੇ ਗਲ ਪਵਾਈ ਰੱਖਾਂਗਾ। ਤੇ ਜੇ ਮੇਰੀ ਜ਼ਿੰਦਗੀ ਵਿੱਚ ਮੇਰੀ ਸੁਰਤ ਦੇ ਸੱਚੇ ਸਾਥੀ ਸੱਚ ਹੈ, ਦਇਆ ਹੈ, ਪ੍ਰੇਮ ਹੈ, ਤੇ ਉਹ ਮੇਰੇ ਨਾਲ ਹਮੇਸ਼ਾ ਨੇ। ਇਹਦਾ ਮਤਲਬ ਜੋ ਸਾਡੇ ਸੱਚੇ ਸਾਥੀ ਨੇ ਉਹ ਸਾਡੇ ਕਰਮ ਨੇ, ਸ਼ੁਭ ਗੁਣ ਨੇ। ਇਸ ਲਈ ਗੁਰਦੇਵ ਪਾਤਸ਼ਾਹ ਅਗਲੀ ਪੰਕਤੀ ਵਿੱਚ ਸਾਨੂੰ ਦੱਸਦੇ ਨੇ, ਨਾਨਕ ਥਿਰ ਹਰ ਭਗਤ ਹੈ, ਤੇ ਰਾਖੋ ਮਨ ਮਾਹੇ। ਸਦਾ ਕਾਇਮ ਰਹਿਣ ਵਾਲੀ ਪ੍ਰਭੂ ਦੀ ਭਗਤੀ ਹੈ। ਭਗਤੀ ਦਾ ਮਤਲਬ ਰੱਬ ਦੇ ਗੁਣ, ਮਾਲਾ ਫੇਰਨਾ ਨਹੀਂ, ਤਿਆਗ ਕਰਨਾ ਨਹੀਂ। ਰੱਬੀ ਗੁਣ ਜਿਹੜੇ ਨੇ, ਵਿਣ ਗੁਣ ਕੀਤੇ ਭਗਤ ਨਾ ਹੋਏ। ਜੋ ਰੱਬ ਦੇ ਗੁਣ ਨੇ ਨਾ, ਉਹ ਸਾਡੇ ਸदैਵੀ ਸਾਥੀ ਨੇ। ਜਿੱਥੇ ਵੀ ਜਾਓਗੇ ਉਹ ਤੁਹਾਡਾ ਸਾਥ ਦੇਣਗੇ। ਜਿਹ ਮਹਾ ਭਿਆਨ ਦੂਤ ਜਮ ਦਲੇ। ਇਹ ਜੀਵਨ ਸਫਰ ਦੇ ਅੰਦਰ ਜਿੱਥੇ ਦੂਤਾਂ ਦੇ, ਕਾਮ ਕ੍ਰੋਧਾਂ ਦੇ ਦਲਾਂ ਦੇ ਦਲ ਨੇ, ਤੇ ਕੇਵਲ ਨਾਮ ਸੰਗ ਤੇਰੇ ਚੱਲੇ। ਇਹਨਾਂ ਵਿਕਾਰਾਂ ਤੋਂ ਬਚਾਉਣ ਲਈ ਪ੍ਰਭੂ ਦਾ ਨਾਮ ਯਾਨੀ ਰੱਬ ਦੇ ਗੁਣ ਤੇਰੇ ਨਾਲ ਚੱਲਣਗੇ। ਉਹ ਗੁਣ ਤੈਨੂੰ ਬਚਾਉਣ। ਜਿਹ ਮਾਰਗ ਇਹ ਜਾਤ ਇਕੇਲਾ। ਜਿਸ ਜੀਵਨ ਸਫਰ ਦੇ ਅੰਦਰ ਤੂੰ ਇਕੱਲਾ ਹੈ, ਹਰ ਕਾ ਨਾਮ ਤੇ ਹੈ। ਹਰੀ ਦਾ ਪ੍ਰਭੂ ਜਿਹੜਾ, ਪ੍ਰਭੂ ਦਾ ਨਾਮ, ਜੋ ਰੱਬ ਦੇ ਗੁਣ ਨੇ, ਉਹ ਤੇਰਾ ਸਾਥੀ ਨੇ। ਰੱਬੀ ਗੁਣ, ਪੋਜ਼ਿਟਿਵ ਥਿੰਕਿੰਗ, ਸਕਾਰਾਤਮਕ ਸੋਚ, ਵਿਲ ਪਾਵਰ, ਚੜ੍ਹਦੀ ਕਲਾ, ਅੰਦਰ ਵਸਤੇ ਰੱਬ ਦਾ ਅਹਿਸਾਸ, ਇਹ ਤੇਰਾ ਸਾਥੀ ਹੈ। ਜਿਹ ਮਾਰਗ ਤੇਰਾ ਕੋ ਨਾ ਸਿਨਾਨੋ। ਜਿੱਥੇ ਤੇਰਾ ਕੋਈ ਪਛਾਣਨ ਵਾਲਾ ਨਹੀਂ ਹੈ, ਤੇਰੀ ਪਹਿਚਾਨ ਕੋਈ ਨਹੀਂ। ਹੁਣ ਇੱਥੇ ਇੰਗਲੈਂਡ ਵਿੱਚ ਮੈਂ ਆ ਤਾਂ ਮੇਰੀ ਕੋਈ ਪਹਿਚਾਨ ਨਹੀਂ ਹੈ। ਦੇਖੋ, ਤੁਹਾਡੇ ਨਾਲ ਮੇਰੀ ਕੋਈ ਜਾਣ ਪਹਿਚਾਨ ਨਹੀਂ, ਨਾ ਤਾਂ ਮੈਂ ਤੁਹਾਡੇ ਪਿੰਡ ਸ਼ਹਿਰ ਦਾ ਹਾਂ, ਨਾ ਹੀ ਮੈਂ ਤੁਹਾਡਾ ਰਿਸ਼ਤੇਦਾਰ ਹਾਂ, ਨਾ ਤੁਸੀਂ ਮੇਰੇ ਪਿੰਡ ਸ਼ਹਿਰ ਦੇ, ਨਾ ਤੁਸੀਂ ਮੇਰੇ ਰਿਸ਼ਤੇਦਾਰ। ਲੇਕਿਨ ਮੇਰੀ ਤੁਹਾਡੀ ਜਾਣ ਪਛਾਣ ਕਿਵੇਂ ਬਣ ਗਈ? ਤੁਹਾਨੂੰ ਮੈਂ ਆਪਣੇ ਭੈਣ ਔਰ ਭਰਾ ਕਿਉਂ ਕਹਿ ਰਿਹਾ? ਤੁਸੀਂ ਮੈਨੂੰ ਆਪਣਾ ਵੀਰ ਭਰਾ ਕਿਉਂ ਸਮਝ ਰਹੇ ਹੋ? ਉਹਦਾ ਕਾਰਨ ਕੇਵਲ ਇੱਕੋ ਹੀ ਹੈ ਕਿ ਜੋ ਪ੍ਰਭੂ ਦਾ ਨਾਮ ਹੈ ਨਾ, ਰੱਬੀ ਗੁਣ ਨੇ, ਉਹ ਤੇਰੀ ਪਹਿਚਾਨ ਬਣਨਗੇ। ਜਿਹ ਮਾਰਗ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤੇ ਨਾਲ ਪਛਾਨੂ। ਉੱਥੇ ਰੱਬ ਦਾ ਜੋ ਨਾਮ ਹੈ, ਰੱਬ ਦੇ ਜੋ ਗੁਣ ਨੇ, ਉਹ ਤੁਹਾਡੀ ਪਹਿਚਾਨ ਬਣਨਗੇ। ਜਗਤ ਵਿੱਚ ਕਿਤੇ ਵੀ ਚਲੇ ਜਾਓ, ਰੱਬੀ ਗੁਣ ਤੁਹਾਡੀ ਪਹਿਚਾਨ ਬਣ ਜਾਣਗੇ। ਹੁਣ ਬਾਣੀ ਕਰਕੇ ਹੀ ਸਾਡਾ ਤੁਹਾਡਾ ਸੰਬੰਧ ਹੈ ਨਾ, ਇਹ ਪਹਿਚਾਨ ਹੈ। ਤੇ ਇਹ ਇੱਕ ਐਸੀ ਪਹਿਚਾਨ ਹੈ ਜੋ ਪਹਿਚਾਨ ਕਦੇ ਖਤਮ ਵੀ ਨਹੀਂ ਹੋਏਗੀ। ਇੱਕ ਐਸਾ ਸੰਬੰਧ ਹੈ, ਜੇ ਬਾਣੀ ਨੂੰ ਲੈ ਕੇ ਅਸੀਂ ਭੈਣ ਭਰਾ ਬਣ ਗਏ ਨਾ, ਫਿਰ ਇਹ ਸੰਬੰਧ ਕਦੇ ਟੁੱਟਣਾ ਵੀ ਨਹੀਂ, ਕਿਉਂਕਿ ਇਹ ਸੱਚ ਦਾ ਸੰਬੰਧ। ਇਸ ਲਈ ਗੁਰੂ ਜੀ ਕਹਿੰਦੇ ਨੇ, ਮੈਂ ਨਿਜ ਕਰਕੇ ਇਸ ਜਗਤ ਨੂੰ ਵੇਖਿਆ ਹੈ, ਲੇਕਿਨ ਇੱਥੇ ਕੋਈ ਸदैਵੀ ਸਾਥੀ ਆਤਮਿਕ ਜੀਵਨ ਵਿੱਚ ਨਹੀਂ ਬਣਦਾ। ਨਾਨਕ ਫਿਰ ਹਰ ਭਗਤ ਹੈ, ਤੇ ਰਾਖੋ ਮਨ ਮਾਹੇ। ਰੱਬ ਦੇ ਜੋ ਗੁਣ ਨੇ ਉਹ ਸदैਵੀ ਨੇ, ਇਸ ਲਈ ਉਹਨਾਂ ਗੁਣਾਂ ਨੂੰ ਆਪਣੇ ਮਨ ਦੇ ਵਿੱਚ ਵਸਾਓ। ਆਪਣੀ ਮੈਂਟੈਲਿਟੀ, ਆਪਣੀ ਮਾਨਸਿਕਤਾ, ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਓ, ਉਹਨਾਂ ਨੂੰ ਆਪਣੇ ਸੰਗੀ ਸਾਥੀ ਬਣਾਓ। ਤੇ ਇੱਕ ਗੱਲ ਯਾਦ ਰੱਖਣ ਵਾਲੀ ਹੈ, ਜੇ ਰੱਬੀ ਗੁਣ ਸਾਡੇ ਸਾਥੀ ਬਣ ਗਏ ਨੇ, ਅਸੀਂ ਆਪਣੀ ਸੁਰਤ ਵਿੱਚ ਰੱਬ ਦੇ ਗੁਣਾਂ ਨੂੰ ਵਸਾ ਲਿਆ ਹੈ, ਮਨ, ਬਚਨ ਔਰ ਕਰਮ ਕਰਕੇ, ਤਾਂ ਫਿਰ ਸਾਡੇ ਦੁਨਿਆਵੀ ਰਿਸ਼ਤੇ ਵੀ ਪੱਕੇ ਰਹਿਣਗੇ। ਇਹਨਾਂ ਵਿੱਚੋਂ ਵੀ ਸੁੱਖ ਉਪਜੇਗਾ, ਚਾਹੇ ਉਹ ਭਰਾਵਾਂ ਦਾ ਰਿਸ਼ਤਾ ਹੈ, ਭੈਣਾਂ ਦਾ ਹੈ, ਪਤੀ ਪਤਨੀ ਦਾ ਹੈ, ਮਾਂ ਬਾਪ ਦਾ ਹੈ, ਯਾਰਾਂ ਦੋਸਤਾਂ ਦਾ ਹੈ। ਫਿਰ ਉਹ ਰਿਸ਼ਤਾ ਪੱਕਾ ਹੋਏਗਾ, ਫਿਰ ਉਹ ਰਿਸ਼ਤੇ ਵਿੱਚੋਂ ਵੀ ਸੁੱਖ ਪੈਦਾ ਹੋਏਗਾ। ਤੇ ਜੇ ਸਾਡੇ ਅੰਦਰ ਗੁਣ ਨਹੀਂ ਹਨ, ਤਾਂ ਫਿਰ ਇਹ ਰਿਸ਼ਤੇ ਨਾਤੇ ਵੀ ਬੇਕਾਰ ਹੋਗਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਹੇ ਭਾਈ, ਰੱਬੀ ਗੁਣ ਜਿਹੜੇ ਨੇ ਉਹ ਤੁਹਾਡੇ ਸदैਵੀ ਸਾਥੀ ਨੇ, ਉਹਨਾਂ ਨੂੰ ਆਪਣੇ ਮਨ ਦੇ ਅੰਦਰ ਹਮੇਸ਼ਾ ਵਸਾ ਕੇ ਰੱਖੋ। ਅਗਲਾ ਬਚਨ ਕਰਦੇ ਨੇ, ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ। ਕਿ ਇਹ ਮੇਰੇ ਮਿੱਤਰੋ, ਇਹ ਜੋ ਜਗਤ ਦੀ ਰਚਨਾ ਹੈ ਨਾ, ਇਹ ਸਭ ਨਾਸ਼ਵੰਤ। ਜਗ ਰਚਨਾ ਦਾ ਮਤਲਬ ਜਗਤ ਦਾ ਮੋਹ। ਜੋ ਅਸੀਂ ਮੋਹ ਪਾਈ ਬੈਠੇ ਹਾਂ ਔਰ ਅਸੀਂ ਇਹਨੂੰ ਸदैਵੀ ਸਮਝ ਬੈਠੇ ਹਾਂ, ਇਹ ਸदैਵੀ ਨਹੀਂ ਹੈ। ਸਾਨੂੰ ਇੱਕ ਦਿਨ ਇਹ ਸਰੀਰ ਆਪਣਾ ਛੱਡਣਾ ਪੈਣਾ ਹੈ, ਭੈਣ ਭਰਾ ਰਿਸ਼ਤੇਦਾਰ ਛੱਡਣੇ ਪੈਣੇ ਨੇ, ਦੁਨੀਆ ਛੱਡਣੀ ਪੈਣੀ ਹੈ। ਜੋ ਉਪਜਿਓ ਸੋ ਬਿਨਸ ਹੈ, ਜਿਹੜਾ ਪੈਦਾ ਹੋਇਆ ਉਹਨੇ ਖਤਮ ਹੋ ਜਾਣਾ ਹੈ।
गुरु जी ने एक बड़ी सोहनी उदाहरण लैके सानू समझाया है। शाहूकार की एक उदाहरण लई है और कहते ने एक शाहूकार जो जगत के अंदर बड़ी बुरी तरह खचत सी, जिन्हें कदे मौत नूं याद भी नहीं सी कीता कि मेरे कोल इन्ने पदार्थ ने, इन्ना अमला फैला है, इन्ना धन दौलत है, मैं थोड़ी मरना है, मैनू मौत थोड़ा आएगी। कदे मौत नूं याद भी नहीं सी कीता, चेते ही नहीं सी कि मरना भी हुंदा है। लेकिन एक दिन मौत सामने आ गई, मौत सामने आ गई ते मौत नूं वेख के ये शाहूकार घबराया ते मौत दे फरिश्ते तो पूछया, देखो मैं फरिश्ता शब्द वरत रहा हाँ क्योंकि ये गल नूं समझण वास्ते है, मैं वर्डिंग वरत नहीं पैनी। पूछया कि किवें बई सजना, ते मौत कहन लगी तैनू लैण वास्ते। कहन लगा मैनू लैण वास्ते, तैनू गलती लगी होनी है। वो कहन लगी मैनू गलती नहीं लगती, मैं तैनू लैण वास्ते आई हूं। हुण शाहूकार ने राजनीति वरतनी चाहिए, जिवें लोग राजनीति वरतते ने, चलाकी। कहन लगा इस तरह थोड़ी तू जा सकती है, देख साडे कोल कमरे दिते ने किराए ते, जे किराए का कमरा अपना भी छडाना होवे ते नोटिस देईदा पहलों, महीना पहलों भी आ नोटिस है भी महीने बाद तेनों कमरा छड्डना पैना, एवें थोड़ी छडा लईदा कमरा। जे किसी नौकरी तो कढ़ना होवे किसी कारण ते उन्होंने कारण दसीदा भी यह कारण है ते इन्ने दिन बाद भाई साडे कोल जॉब नहीं है, तू अपनी जॉब होर लभ लवी, नोटिस देईदा पहलों। जे तू लैण आउणा सी मैं नोटिस ते दिंदे, साडे दुनिया दा असूल है पहलों नोटिस दिंदे ने। ते मौत कहन लगी कि ये तुहाडी दुनिया दा असूल है कि नोटिस बाद विच दिंदे ने। रब दी दुनिया दा ये असूल है कि जदों बंदा आउंदा नोटिस नाल ही दे दिता जांदा है। पावन बाणी दा वचन है ना, जित दिहाड़े धन वरी साहे लै लिखाए, मलक जे कन्नी सुनीदा मुंह देखा ले आए, जिंद निमाणी कढिए हड्डां कूकड़ खाए, फरीदा साहे लिखे ना चलनी जिंदू को समझाए। कि मौत निश्चित है, ये तो पहले ही निश्चित सी, इसलिए तेनों जाना पैना। कहन लगा चलो कोई ना, साडे इत्थे असूल है रिश्वत चल जाती है, तुसी दसो भी कितना खर्चा चाहिए, कोई हीरे जवाहरात कोई 2-4 लाख रुपया यार तुहानूं दे देना, छड्डो परे किसी होर नूं लै जाओ, आ साडा गुआंढी गरीब झोंपड़ी वाला इहनूं लै जाओ, मेरे तो खर्चा पानी लै लो। वो कहन लगे भी सजना ये करंसी नहीं चलती तेरी, उत्थे रब दे घर विच नहीं चलती, और ना उत्थे रिश्वत चलती भी पैसों के बदले तेरी जगह ते किसी होर नूं लै जाइए, फिर तो कोई अमीर मरेगा ही नहीं, उत्थे रिश्वत नहीं चलती। कहन लगा यार चलो छड्डो परां, जे नहीं तो घट तो घट अज दा दिन छड्ड दो, तुहाडा मैं रहन दा इंतजाम कर देना। मौत नूं कहंदा मैं तैनूं 5 स्टार विच होटल विच रुकवा देना, जिन्ना खर्चा पानी आएगा वो मैं देंगा, ते अज दी रात मैनूं जिंदा रह लैण दिओ, कल नूं फिर मैं तुहाडे नाल चल पाऊं। करो अरदास गाम किछ बाकी। इहदे तो पुछया यार तू 60-70 साल जी लिया ते अज दी रात जे तेनों छड्ड भी देवीए, सपोज छड्ड भी देवीए, की करेगा? कहन लगा यार करना की, कुछ पिंडां दी अगराही बाकी रहिंदी है, करो अरदास गाम किछ बाकी, कुछ पिंडां तो उधार लैना है, कुछ बच्चों नूं मैं हिसाब भी नहीं सी दिता, बड़े ऐसे पैसे ने जिहड़े ब्याज ते दिते ने ते बच्चों नूं दस्से नहीं सन, ते मैं अपने बच्चों नूं अज दी रात विच समझा देंगा कि इन्हां इन्हां बंदियां तो पैसे लैणे ने ते कुछ 2-4 पिंडां चों मैं उगराही कर लवांगा, ते कल सवेरे मैं तुहाडे नाल चल पांगा, नमाज भी राह च ही पढ़ लांगा। करो अरदास गाम किछ बाकी, लेओ नबेर आज की राती, किछ भी खर्च तुम्हारा सारों, सुबह निवाज सराय गुजारा। सवेरे चल पांगे। मौत भी हसी, कहने लगी बड़ा बेवकूफ है, इत्थे रात रूत नहीं तेनों चलना पैना है। कहने लगा यार चलो जे चलना ही पैना तो तुसी थोड़ी देर बैठो, नाश्ता पानी करो, मैं भी नाश्ता कर ला, मैं नहा लवां, तैयार ते हो लवां। वो कहने लगे भी तैयारी का टाइम तेनों 60-70 साल टाइम दिता सी तैयारी का, ते तू 70 साल तैयारी नहीं की, हुण तैयारी का कोई टाइम नहीं, चल दर हाल दीवान बुलाया, हर फुरमान दरगाह का आए। दर हाल का मतलब इस हाल विच जिवें है
ਹਾਰਟ ਅਟੈਕ ਆਉਂਦਾ ਤੇ ਪੁੱਛਦਾ ਨਹੀਂ ਵੀ ਕਮੀਜ਼ ਪਜਾਮਾ ਪਹਿਲਾਂ ਪਾ ਲੈ। ਹਾਰਟ ਅਟੈਕ ਇਹ ਨਹੀਂ ਪੁੱਛਦਾ ਵੀ ਬਾਥਰੂਮ ਵਿੱਚ ਨਹਾ ਰਿਹਾ ਕਿ ਉਹ ਆ ਜਾਣਾ ਉਹਨੇ, ਜਿਵੇਂ ਹੈ ਐਵੇਂ ਜਾਣਾ ਪੈਣਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਓ ਚੱਲਣਾ ਪੈਣਾ, ਇੱਕ ਦਿਨ ਛੱਡਣਾ ਪੈਣਾ ਨਾ। ਜਗ ਰਚਨਾ ਸਭ ਝੂਠ ਹੈ, ਜਾਨ ਲਿਓ ਰੇ ਮੀਤ ਮਿੱਤਰੋ, ਇਹ ਚੀਜ਼ ਸਮਝ ਲਓ। ਕਹਿ ਨਾਨਕ ਫਿਰ ਨਾ ਰਹੇ ਜਿਉ ਬਾਲੂ ਕੀ ਭੀਤ। ਬਾਲੂ ਦਾ ਮਤਲਬ ਰੇਤਾ। ਜਿਵੇਂ ਰੇਤ ਦੀ ਕੰਧ, ਜਗਤ ਵਿੱਚ ਕੋਈ ਵੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ, ਜਿਵੇਂ ਰੇਤ ਦੀ ਕੰਧ ਹੁੰਦੀ ਹੈ। ਪਹਿਲੀ ਗੱਲ ਤੇ ਰੇਤ ਦੀ ਕੰਧ ਬਣਦੀ ਨਹੀਂ। ਤੇ ਗੁਰੂ ਜੀ ਕਹਿੰਦੇ ਨੇ ਵੀ ਜੇ ਕੋਈ ਵਖਤ ਕਰਕੇ, ਜਗਾੜ ਲਾ ਕੇ, ਰਚ ਪਚ ਕੇ, ਖੱਪ ਖਪਾ ਕੇ ਰੇਤ ਦੀ ਦੀਵਾਰ ਬਣਾ ਵੀ ਲਵੇ, ਬਾਰੂ ਭੀਤ ਬਣਾਈ ਰਚ ਪਚ ਰਹਿਤ ਨਹੀਂ ਦਿਨ ਚਾਰ। 4 ਦਿਨ ਬਾਅਦ ਉਹਨੇ ਢਹਿ ਜਾਣਾ। ਗੁਰੂ ਜੀ ਨੇ ਹੋਰ 2 ਮਿਸਾਲਾਂ ਲੈ ਕੇ ਸਾਨੂੰ ਸਮਝਾਇਆ ਰੋਜ਼ਮर्रा ਦੀ ਜ਼ਿੰਦਗੀ ਚੋਂ। ਕਹਿਣ ਲੱਗੇ ਸੱਜਣਾ ਕੱਪੜੇ ਲੈ ਕੇ ਆਉਣਾ ਨਾ ਨਵੇਂ, ਕਿੰਨੇ ਸ਼ੌਕ ਨਾਲ ਬੰਦਾ ਲੈਂਦਾ ਪੈਂਟ ਸ਼ਰਟ ਕਮੀਜ਼ ਪਜਾਮੇ, ਤੇ ਕੁਝ ਦਿਨ ਬਾਅਦ ਉਹ ਪੁਰਾਣੇ ਹੋ ਜਾਂਦੇ ਨੇ, ਫਟ ਜਾਂਦੇ ਨੇ। ਇਹ ਰੋਜ਼ਮर्रा ਦੀ ਜ਼ਿੰਦਗੀ। ਜੈਸੇ ਬਸਤਰ ਦੇਹ ਉਡਾਨੇ ਦਿਨ ਦੋਏ ਚਾਰ ਪੁਰਾਹਾ, 2-4 ਦਿਨ ਵਿੱਚ ਭੁਰ ਜਾਂਦੇ ਨੇ। ਜਿਵੇਂ ਬੰਦਾ ਦੀਵਾਰ ਬਣਾਉਂਦਾ ਹੈ ਤੇ ਦੀਵਾਰ ਦੇ ਉੱਤੇ ਦੌੜੇ, ਭੀਤ ਉਪਰੇ ਕੇਤਕ ਧਾਈ ਹੈ ਅੰਤ ਓੜ ਕੋ ਆਹਾ। ਦੀਵਾਰ ਦੇ ਉੱਤੇ ਕਿੰਨਾ ਕੁ ਦੌੜੋਗੇ, ਅੱਗੇ ਉਹਦਾ ਦੀਵਾਰ ਦਾ ਐਂਡ ਆ ਜਾਣਾ, ਥੱਲੇ ਡਿੱਗ ਜਾਓਗੇ। ਜਿਵੇਂ ਕੱਪੜੇ ਜੀਰਨ ਹੋ ਜਾਂਦੇ ਨੇ, ਜਿਵੇਂ ਦੀਵਾਰ ਦਾ ਐਂਡ ਆ ਜਾਂਦਾ ਹੈ, ਇਸੇ ਤਰ੍ਹਾਂ ਤੇਰੇ ਜੀਵਨ ਦਾ ਐਂਡ ਆ ਜਾਣਾ ਹੈ। ਇਸ ਲਈ ਇਸ ਜਗਤ ਦੇ ਵਿੱਚ ਸदैवी ਫਿਰ ਕੋਈ ਨਹੀਂ। ਤਾਂ ਇੱਥੇ ਇਹ ਨਾ ਸਮਝਿਆ ਜਾਏ ਕਿ ਜਗਤ ਨੂੰ ਭੰਡਿਆ ਜਾ ਰਿਹਾ ਹੈ ਜਾਂ ਡਰਾਇਆ ਜਾ ਰਿਹਾ ਹੈ ਜਾਂ ਸਾਡੇ ਅੰਦਰ ਨੈਗੇਟਿਵਿਟੀ ਪੈਦਾ ਕੀਤੀ ਜਾ ਰਹੀ ਹੈ। ਇਹ ਗੱਲ ਨਹੀਂ ਹੈ। ਗੱਲ ਇਹ ਹੈ ਕਿ ਨਾਨਕ ਫਿਰ ਹਰ ਭਗਤ ਹੈ ਤੇ ਰਾਖੋ ਮਨ ਮਾਹਿ। ਰੱਬੀ ਗੁਣਾਂ ਨੂੰ ਆਪਣੇ ਮਨ ਵਿੱਚ ਵਸਾਓ। 4 ਦਿਨ ਦੀ ਜ਼ਿੰਦਗੀ ਹੈ, ਕਿਉਂ ਐਵੇਂ ਈਰਖਾ ਦਵੇਸ਼ ਵਿੱਚ ਗੁਜ਼ਾਰਦੇ ਹੋ? ਕਾਹਦਾ ਹੰਕਾਰ ਕਰਦੇ ਹੋ ਪਏ? ਜਦੋਂ ਛੱਡ ਹੀ ਜਾਣਾ ਹੈ, ਮੌਤ ਹੀ ਆ ਜਾਣੀ ਹੈ, ਤੇ ਫਿਰ ਲੜਾਈ ਕਾਦੀ, ਦੰਗੇ ਕਾਦੇ, ਫਸਾਦ ਕਾਦੇ, ਫਿਰ ਕਾਹਦੀਆਂ ਪ੍ਰਾਪਰਟੀਆਂ ਵਾਸਤੇ ਦੂਜਿਆਂ ਦੀਆਂ ਪ੍ਰਾਪਰਟੀਆਂ ਦਿਵਾਣੀਆਂ, 2 ਨੰਬਰ ਦੇ ਧੰਦੇ ਕਰਨੇ, ਮਾਰ ਕਾਟ ਕਰਨੀ, ਨਸ਼ਿਆਂ ਦੇ ਵਿੱਚ ਖਚਤ ਹੋਣਾ, ਦਾਜ ਦਹੇਜ ਦੀਆਂ ਮੰਗਾਂ ਕਰਨੀਆਂ, ਕਾਹਦੇ ਵਾਸਤੇ ਕਰਨੀਆਂ ਨੇ ਜਦੋਂ ਛੱਡ ਹੀ ਜਾਣਾ ਹੈ? ਤਾਂ ਇਹ ਗੱਲਾਂ ਸਮਝਣ ਵਾਲੀਆਂ ਨੇ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਕਿ ਦੁਨੀਆ ਦੇ ਲੋਕ ਇਸ ਚੀਜ਼ ਨੂੰ ਸਮਝਣ ਔਰ ਇਹਦੇ ਤੇ ਅਮਲ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾਉਣ। ਅਗਲੇ ਸ਼ਲੋਕ ਵਿੱਚ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਹੁਣ ਗੁਰਦੇਵ ਸਾਨੂੰ ਸਮਝਾ ਰਹੇ ਨੇ ਕਿ ਦੇਖੋ, ਰਾਵਣ ਸੀ ਜਿਹਦੇ ਕੋਲ ਬੜੀ ਵੱਡੀ ਫੌਜ ਸੀ, ਉਹ ਚਲਾ ਗਿਆ, ਕੋਈ ਇਸ ਦੁਨੀਆ ਤੇ ਨਹੀਂ ਰਿਹਾ। ਉਹ ਲੋਕ ਕਹਿੰਦੇ ਨੇ ਰਾਵਣ ਨੇ ਕਾਲ ਨੂੰ ਪਾਵੇ ਨਾਲ ਬੰਨਿਆ ਸੀ, ਕਿਵੇਂ ਦੀਆਂ ਕਈ ਕੁਛ ਕਰਦੇ ਨੇ ਨਾ, ਵੀ ਮੇਰੀ ਕੋਲ ਲੰਕਾ ਹੈ, 4 ਚਫੇਰੇ ਸਮੁੰਦਰ ਵਰਗੀ ਖਾਈ ਹੈ, ਮੇਰੀਆਂ ਫੌਜਾਂ ਨੇ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਲੰਕਾ ਸਕੋਟ ਸਮੁੰਦ ਸੀ ਖਾਈ, ਤੇ ਰਾਵਣ ਘਰ ਖਬਰ ਨਾ ਪਾਈ। ਖਬਰ ਨਾ ਪਾਈ ਦਾ ਮਤਲਬ ਕਿ ਜਿਹਦਾ ਲੰਕਾ ਵਰਗਾ ਮਜ਼ਬੂਤ ਕਿਲਾ ਸੀ, ਸਮੁੰਦਰ ਵਰਗੀ ਗਹਿਰੀ ਖਾਈ ਸੀ, ਉਸ ਰਾਵਣ ਦੇ ਘਰ ਦੀ ਕਿਸੇ ਨੇ ਅੱਜ ਤੱਕ ਖਬਰ ਵੀ ਨਹੀਂ ਪਾਈ ਕਿ ਉਹ ਰਾਵਣ ਦਾ ਘਰ ਕਿੱਥੇ ਸੀ। ਪਤਾ ਲੱਗਾ ਕੋਈ? ਅੱਜ ਤੱਕ ਕੋਈ ਇਹ ਨਹੀਂ ਦੱਸ ਸਕਦਾ ਕਿ ਫਲਾਂ ਥਾਂ ਦੇ ਉੱਤੇ ਰਾਵਣ ਦਾ ਘਰ ਸੀ। ਰਾਵਣ ਦੇ ਘਰ ਦੀ ਵੀ ਕੋਈ ਖਬਰਸਾਰ ਨਹੀਂ ਹੈ। ਉਹ ਇਸ ਦੁਨੀਆ ਤੋਂ ਚਲਾ ਗਿਆ, ਉਹਦੀ ਨਿਸ਼ਾਨੀ ਮਿਟ ਗਈ। ਤੇ ਦੇਖੋ, ਕੱਲਾ ਰਾਵਣ ਹੀ ਨਹੀਂ ਗਿਆ, ਰਾਵਣ ਨੂੰ ਮਾਰਨ ਵਾਲਾ ਰਾਮਚੰਦਰ ਵੀ ਇਸ ਦੁਨੀਆ ਤੇ ਨਹੀਂ ਰਿਹਾ। ਰਾਮਚੰਦਰ ਵੀ ਦੁਨੀਆ ਤੇ ਨਹੀਂ ਰਿਹਾ। ਉਹਨਾਂ ਦੀ ਮਿਸਾਲ ਦੇ ਰਹੇ ਨੇ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ। ਜਿਹੜਾ ਬੜੇ ਵੱਡੇ ਪਰਿਵਾਰ ਵਾਲਾ ਕਿਹਾ ਜਾਂਦਾ ਸੀ, ਨਾ ਉਹ ਰਾਵਣ ਰਿਹਾ, ਨਾ ਉਸ ਰਾਵਣ ਨੂੰ ਖਤਮ ਕਰਨ ਵਾਲਾ ਰਾਮ ਰਿਹਾ। ਤੇ ਭਲੇ ਪੁਰਸ਼ਾ ਜਿਹੜੇ ਏਡੇ ਵੱਡੇ ਨੂੰ ਸਮਝਦਾ ਹੈ ਕਿ ਤੂੰ ਇਸ ਦੁਨੀਆ ਤੇ ਸਦਾ ਰਹੇਗਾ। ਤਾਂ ਇਸ ਲਈ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ, ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਕਿ ਇੱਥੇ ਕੁਛ ਵੀ ਸਦਾ ਰਹਿਣ ਵਾਲਾ ਨਹੀਂ, ਇਹ ਜਗਤ ਸੁਪਨੇ ਵਰਗਾ ਹੈ। ਜਿਵੇਂ ਸੁਪਨੇ ਦਾ ਐਂਡ ਹੋ ਜਾਂਦਾ ਹੈ, ਉਵੇਂ ਸਾਡੇ ਜੀਵਨ ਦਾ ਅੰਤ ਹੋ ਜਾਣਾ ਹੈ।
ਸੁਪਨੇ ਦੇ ਅੰਦਰ ਬੰਦਾ ਰਾਜਾ ਬਣ ਜਾਂਦਾ ਹੈ, ਬਾਦਸ਼ਾਹ ਬਣ ਜਾਂਦਾ ਹੈ, MLA MP ਬਣ ਜਾਂਦਾ ਹੈ, ਕਿੱਡੇ ਵੱਡੇ ਉਹਦੇ ਬਾਗ ਬਗੀਚੇ ਮਹਿਲ ਮੁਨਾਰੇ ਹੁੰਦੇ ਨੇ। ਪਰ ਜਦੋਂ ਕੋਈ ਖੜਕਾ ਹੁੰਦਾ ਹੈ, ਨੀਂਦ ਖੁੱਲਦੀ ਹੈ, ਤੇ ਉਹ ਵੇਖਦਾ ਮੇਰੇ ਕੋਲ ਤੇ ਕੁਝ ਵੀ ਨਹੀਂ। ਸੁਪਨੇ ਦੇ ਪਦਾਰਥਾਂ ਦੀ ਤਰ੍ਹਾਂ ਇਹ ਪਦਾਰਥ ਨੇ, ਜਿਸ ਦਿਨ ਤੂੰ ਇਸ ਦੁਨੀਆ ਤੋਂ ਤੁਰੇਂਗਾ ਤੇਰੇ ਨਾਲ ਕੁਝ ਵੀ ਨਹੀਂ ਤੁਰਨਾ। ਉਹ ਕਿਸੇ ਨੇ ਕਿਹਾ ਨਾ ਕਿ ਮੈਂ ਬਹੁਤ ਸਾਰੀਆਂ ਗੰਢੜੀਆਂ ਬੰਨ ਲਈਆਂ ਆਪਣੇ ਸਮਾਨ ਦੀਆਂ, ਬੜੀ ਵੱਡੀ ਪੰਡ, ਤੇ ਜਦੋਂ ਮੈਂ ਤੁਰਨ ਲੱਗਾ ਇੱਥੋਂ ਆਪਣੀ ਪੰਡ ਚੁੱਕ ਕੇ, ਤੇ ਮੌਤ ਨੇ ਆਖਿਆ ਪੰਡ ਇੱਥੇ ਰਹਿਣ ਦੇ, ਪੰਡ ਤੇਰੀ ਨਾਲ ਨਹੀਂ ਜਾਣੀ। ਉਸ ਪੰਡ ਦੇ ਵਿੱਚ ਕੀ ਸੀ? ਉਸ ਪੰਡ ਵਿੱਚ ਮੇਰੀਆਂ ਧੀਆਂ ਸਨ, ਪੁੱਤਰ ਸਨ, ਭੈਣਾਂ ਸਨ, ਭਰਾ ਸਨ, ਮਾਂ-ਬਾਪ ਸੀ, ਜ਼ਮੀਨ ਜਾਇਦਾਦ ਸੀ, ਧਨ ਦੌਲਤ ਸੀ, ਮੇਰੀਆਂ ਪਦ ਪਦਵੀਆਂ ਸਨ, ਮੇਰੀਆਂ ਡਿਗਰੀਆਂ ਸਨ, ਮੇਰੇ ਗੁਣ ਸਨ। ਇਹੀ ਨੇ ਨਾ ਪੰਡਾਂ, ਤੇ ਪੰਡ ਇੱਥੇ ਰਹਿ ਗਈ। ਬੰਦੇ ਨੂੰ ਜ਼ਿੰਦਗੀ ਦੇ ਵਿੱਚ ਦੋ ਕੱਪੜੇ ਮਿਲਦੇ ਨੇ। ਇੱਕ ਜਦੋਂ ਜੰਮਦਾ ਹੈ ਉਦੋਂ ਇਹਨੂੰ ਮਿਲਦਾ ਲੰਗੋਟ, ਪਹਿਲਾ ਕੱਪੜਾ। ਲੰਗੋਟ ਦੀ ਜੇਬ ਨਹੀਂ ਹੁੰਦੀ, ਤੇ ਇਹਦੇ ਘਰ ਵਿੱਚ ਉਹ ਲਾਸਟ ਕੱਪੜਾ ਜਿਹੜਾ ਮਿਲਦਾ ਉਹ ਮਿਲਦਾ ਕਫਨ, ਤੇ ਜੇਬ ਕਫਨ ਦੀ ਵੀ ਨਹੀਂ ਹੁੰਦੀ। ਉਹ ਜੇਬ ਵਿੱਚ, ਕਫਨ ਦੇ ਵਿੱਚ ਜੇਬ ਨਹੀਂ ਲਗਾਉਂਦੇ। ਬਾਪੂ ਨੇ ਕਿਹੜਾ ਫੋਨ ਪਾ ਕੇ ਲੈ ਜਾਣਾ ਹੈ, ਨਾ ਉੱਥੇ ਬੈਂਕ ਕਾਰਡ ਜਾਣਾ ਹੈ, ਨਾ ਫੋਨ ਜਾਣਾ ਹੈ, ਨਾ ਰਜਿਸਟਰੀ ਦੇ ਕਾਗਜ਼, ਕੁਛ ਵੀ ਤੇ ਨਹੀਂ ਜਾਣਾ। ਇਸ ਲਈ ਕਫਨ ਨੂੰ ਜੇਬ ਨਹੀਂ ਲਾਈ ਜਾਂਦੀ। ਜੰਮਦਿਆਂ ਕੱਪੜਾ ਮਿਲਿਆ ਬਿਨਾਂ ਜੇਬ ਤੋਂ, ਜਾਣ ਲੱਗਿਆਂ ਕੱਪੜਾ ਮਿਲਿਆ ਬਿਨਾਂ ਜੇਬ ਤੋਂ, ਤੇ ਫਿਰ ਜਿਹੜਾ ਬਾਕੀ ਦਾ ਜੀਵਨ ਹੈ ਇਹਦੇ ਵਿੱਚ ਠੱਗੀਆਂ ਮਾਰਨੀਆਂ, ਚੋਰੀਆਂ ਕਰਨੀਆਂ, ਈਰਖਾ ਦਵੇਸ਼ ਵਾਲੀ ਜ਼ਿੰਦਗੀ ਜੀਣੀ, ਹੰਕਾਰ ਵਿੱਚ ਫੂੰ ਫੂੰ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣੀ, ਆਪ ਵੀ ਦੁਖੀ ਫਿਰਨਾ ਤੇ ਦੂਜਿਆਂ ਨੂੰ ਇਹਦਾ ਫਾਇਦਾ ਕੀ? ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਆ ਇਸ ਸੰਸਾਰ ਵਿੱਚ ਸਦਾ ਕੁਛ ਵੀ ਥਿਰ ਨਹੀਂ ਹੈ, ਬੜੇ ਵੱਡੇ ਵੱਡੇ ਚਲੇ ਗਏ ਨੇ, ਤੈਨੂੰ ਵੀ ਇੱਕ ਸੰਸਾਰ ਛੱਡਣਾ ਪੈਣਾ ਹੈ। ਇਸ ਲਈ ਸੰਸਾਰ ਦੇ ਅੰਦਰ ਆਪਣੀ ਪਕੜ ਨਾ ਬਣਾ, ਮੋਹ ਨਾ ਬਣਾ, ਸਵਾਰਥ ਦੇ ਵਿੱਚ ਨਾ ਰੁੱਝ, ਵਿਕਾਰਾਂ ਦੇ ਵਿੱਚ ਗਰਕ ਨਾ ਹੋ। ਆਪਣੇ ਪਰਿਵਾਰ ਨੂੰ ਪਾਲ, ਪਰ ਕਿਸੇ ਦੇ ਪਰਿਵਾਰ ਨੂੰ ਉਜਾੜ ਨਾ। ਆਪਣੇ ਰਹਿਣ ਲਈ ਮਕਾਨ ਬਣਾ, ਪਰ ਕਿਸੇ ਦੀ ਕਬਰ ਦੇ ਉੱਤੇ ਆਪਣੀ ਨੀਂਹ ਨਾ ਰੱਖ। ਤੂੰ ਹੱਸ, ਖੁਸ਼ ਹੋ, ਪਰ ਕਿਸੇ ਨੂੰ ਰਵਾ ਕੇ ਨਹੀਂ। ਆਪਣੀ ਚੰਗੀ ਜ਼ਿੰਦਗੀ ਜੀ। ਅਗਲੇ ਸ਼ਲੋਕ ਵਿੱਚ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ, ਚਿੰਤਾ ਤਾਕੀ ਕੀਜੀਏ ਜੋ ਅਨਹੋਣੀ ਹੋਈ। ਹੁਣ ਆਖਿਰ ਮੌਤ ਨੇ ਆਉਣਾ ਹੈ, ਤੇ ਹੁਣ ਸਾਡੇ ਅੰਦਰ ਡਰ ਪੈਦਾ ਹੋ ਜਾਏ, ਸਾਡੇ ਅੰਦਰ ਚਿੰਤਾ ਪੈਦਾ ਹੋ ਜਾਏ ਕਿ ਹੈ ਯਾਰ ਮੈਂ ਮਰ ਜਾਣਾ, ਤਾਂ ਗੁਰੂ ਜੀ ਕਹਿੰਦੇ ਨੇ ਇਸ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ। ਚਿੰਤਾ ਉਸ ਘਟਨਾ ਦੀ ਕਰਨੀ ਚਾਹੀਦੀ ਹੈ ਜਿਹੜੀ ਕਦੇ ਵਾਪਰਨ ਵਾਲੀ ਨਾ ਹੋਵੇ ਤੇ ਵਾਪਰ ਜਾਏ। ਤੇ ਜਿਹੜੀ ਘਟਨਾ ਕਦੇ ਵਾਪਰਨੀ ਨਹੀਂ ਸੀ ਚਾਹੀਦੀ ਪਰ ਵਾਪਰ ਗਈ, ਉਹਦੀ ਤੇ ਚਿੰਤਾ ਹੈ। ਤੇ ਜਿਹੜੀ ਚੀਜ਼ ਵਾਪਰਨੀ ਹੀ ਵਾਪਰਨੀ, ਉਹਦੀ ਚਿੰਤਾ ਕਾਹਦੀ? ਉਹਦਾ ਡਰ ਕਾਹਦਾ? ਉਹਦੀ ਚਿੰਤਾ ਕਰਨ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਚਿੰਤਾ ਕਰਨ ਦੇ ਨਾਲ ਉਸ ਘਟਨਾ ਨੇ ਵਾਪਰਨੋਂ ਤੇ ਹਟਣਾ ਨਹੀਂ। ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਗੁਰੂ ਜੀ ਕਹਿੰਦੇ ਨੇ ਕਿ ਸੰਸਾਰ ਦੀ ਚਾਲ ਹੈ, ਰਾਹ ਹੈ, ਇੱਥੇ ਸਦਾ ਕਾਇਮ ਕਿਸੇ ਨੇ ਵੀ ਨਹੀਂ ਰਹਿਣਾ। ਨਾ ਮੇਰੇ ਮਾਂ-ਬਾਪ ਰਹੇ, ਨਾ ਮੈਂ ਰਹਿਣਾ ਹੈ, ਨਾ ਅੱਗੋਂ ਮੇਰੇ ਬੱਚਿਆਂ ਨੇ ਰਹਿਣਾ ਹੈ, ਇੱਥੇ ਸਾਰਿਆਂ ਨੇ ਚਲੇ ਜਾਣਾ ਹੈ। ਕਿਉਂਕਿ ਜੇ ਸਾਰੇ ਇਸ ਦੁਨੀਆ ਦੇ ਉੱਤੇ ਬਣੇ ਰਹਿਣ, ਕੋਈ ਮਰੇ ਨਾ, ਅੱਗੋਂ ਨਵੇਂ ਬੱਚੇ ਜਨਮ ਲੈਂਦੇ ਰਹਿਣ, ਤਾਂ ਇਹ ਦੁਨੀਆ ਚੱਲ ਨਹੀਂ ਸਕਦੀ। ਜੇ ਪੰਛੀ ਪੈਦਾ ਹੁੰਦੇ ਰਹਿਣ, ਕੀੜੇ ਮਕੌੜੇ ਪੈਦਾ ਹੁੰਦੇ ਰਹਿਣ, ਵਨਸਪਤੀ ਪੈਦਾ ਹੁੰਦੀ ਰਹੇ, ਮਨੁੱਖ ਮਾਤਰ ਪੈਦਾ ਹੁੰਦੇ ਰਹਿਣ, ਤੇ ਮਰੇ ਕੋਈ ਵੀ ਨਾ, ਇੱਥੇ ਤੇ ਬਹਿਣ ਦੀ ਥਾਂ ਕਿ ਸਾਹ ਲੈਣ ਲਈ ਥਾਂ ਨਹੀਂ ਮਿਲਣੀ। ਤੇ ਜੇ ਸਾਰੇ ਮਰਦੇ ਹੀ ਜਾਣ, ਕੋਈ ਨਵਾਂ ਜੰਮੇ ਨਾ, ਫਿਰ ਵੀ ਦੁਨੀਆ ਖਤਮ ਹੋ ਜਾਏਗੀ। ਇਸ ਲਈ ਜਨਮ ਔਰ ਮੌਤ, ਆਉਣਾ ਔਰ ਜਾਣਾ, ਇਹ ਰੱਬ ਦਾ ਇੱਕ ਖੇਲ ਹੈ। ਇਸ ਕਰਕੇ ਇਹ ਸੰਸਾਰ ਚੱਲ ਰਿਹਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੌਤ ਆਉਣੀ ਹੈ, ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਕਿਉਂਕਿ ਇਹ ਵਾਪਰਨ ਵਾਲੀ ਇੱਕ ਸੱਚਾਈ ਹੈ। ਸੰਸਾਰ ਦੇ ਉੱਤੇ ਫਿਰ ਕੋਈ ਵੀ ਨਹੀਂ ਹੈ। ਇਹ ਸੰਸਾਰ ਇੱਕ ਰਾਸਤਾ ਹੈ, ਇਸ ਰਾਸਤੇ ਦੇ ਉੱਤੇ ਚੱਲਣਾ ਹੈ। ਆਪਣੀ ਮੰਜ਼ਿਲ ਨਿਸ਼ਚਿਤ ਕਰ ਔਰ ਆਪਣੀ ਮੰਜ਼ਿਲ ਤੇ ਪਹੁੰਚ। ਸੱਚਾਈ, ਦਇਆ, ਪ੍ਰੇਮ, ਇਨਸਾਨੀਅਤ, ਇਹਨਾਂ ਗੁਣਾਂ ਦਾ ਧਾਰਨੀ ਹੋ। ਇਸ ਦੁਨੀਆ ਵਿੱਚ ਆਦਰ ਔਰ ਸਤਿਕਾਰ, ਸੁਖ ਸ਼ਾਂਤੀ ਵਾਲੀ ਜ਼ਿੰਦਗੀ ਜੀ, ਦੂਜਿਆਂ ਨੂੰ ਵੀ ਸੁਖ ਸ਼ਾਂਤੀ, ਆਦਰ ਔਰ ਪਿਆਰ ਦੇ,
ਜਿਸ ਕਰਕੇ ਤੇਰੇ ਮਰਨ ਤੋਂ ਬਾਅਦ ਵੀ ਲੋਕ ਤੈਨੂੰ ਯਾਦ ਕਰਨ ਤੇ ਤੂੰ ਮਰਨ ਤੋਂ ਬਾਅਦ ਵੀ ਜਿੰਦਾ ਰਹਿ ਸਕੇ। ਅਗਲਾ ਸ਼ਲੋਕ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ। ਅਗਲੇ ਸ਼ਲੋਕ ਦੀ ਆਪਾਂ ਵਿਚਾਰ ਕਰਦੇ ਹਾਂ। ਬਲ ਛੁਟਕਿਓ ਬੰਧਨ ਪਰੇ, ਕਛੂ ਨ ਹੋਤ ਉਪਾਏ। ਨਾਨਕ ਹਰ ਗੁਣ ਜੋ ਉਪਜਿਓ ਸੋ ਬਿਨਸ ਹੈ। बल छुटक्यो बंधन परे, नहीं जो उपजो सो बिनस है परो आज के काल। जो उपजो सो बिनस है परो आज के काल। कै दा मतलब जां, परो दा मतलब नाश हो जाने वाला। जो उपजो सो बिनस है, जेड़ा भी उपजया है पैदा होया है उन्हें अज जां कल बिनस जाना है। परो आज के काल, अज जां कल उन्हें बिनस जाना है, उन्हें नाश हो जाना है। कोई आज चला गया, कोई कल चला जाएगा। संसार दे अंदरों शरीर करके सारे ने चले जाना। इसलिए गुरु जी कहते हैं जदों चले ही जाना है तां नानक हर गुण गाए ले, छाड़ सगल जंजाल। इस वास्ते माया दे मोह दियां सारियां फाइयां ला दे और प्रभु दे गुण गाया कर। यानी गुणा वाली जिंदगी जी, औगुणा नूं छड्ड दे। जंजाल दा मतलब जिहड़े वाधू दे जंजाल गल विच पाए ने। दसां नवां दी सच्ची सुच्ची किरत कर, ਉਹਦੇ ਨਾਲ ਆਪਣੀਆਂ ਲੋੜਾਂ ਪੂਰੀਆਂ ਕਰ। ਤੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਸ਼ਾ ਦਵੇਸ਼ ਜਾਤੀਵਾਦ ਦਾਜ ਦਹੇਜ ਆ ਜਿਹੜੇ ਹੋਰ ਸਿਆਪੇ ਗਲ ਵਿੱਚ ਪਾਈ ਫਿਰਨੇ ਇਹਨਾਂ ਨੂੰ ਲਾ ਦੇ। ਜਿਹੜੇ ਹੋਰ ਜੰਜਾਲ ਗਲ ਵਿੱਚ ਪਾਏ ਨੇ, ਵਰਤ ਰੱਖਦਾ ਫਿਰਨਾ, ਸ਼ਰਾਧ ਕਰਦਾ ਫਿਰਨਾ, ਤੀਰਥਾਂ ਤੇ ਨਹਾਉਂਦਾ ਫਿਰਨਾ, ਬਾਬਿਆਂ ਨੂੰ ਮੱਥੇ ਟੇਕਦਾ ਫਿਰਨਾ, ਮਾਲਾ ਫੇਰਦਾ ਫਿਰਨਾ, ਤਿਆਗੀ ਹੋਇਆ ਫਿਰਦਾ, ਘਰਾਂ ਘਰਾਂ ਵਿੱਚ ਮੰਗਦਾ ਫਿਰਨਾ, ਵਿਖਾਵੇ ਦੇ ਪਾਠ ਪੂਜਾ ਕਰਦਾ ਫਿਰਨਾ, ਨਿਉਲੀ ਕਰਮ ਕਰਦਾ ਫਿਰਨਾ, ਦਸਮ ਦੁਆਰ ਵਿੱਚ ਪ੍ਰਾਨ ਚੜਾਈ ਫਿਰਦਾ। ਇਹ ਜੰਜਾਲ ਐਵੇਂ ਹੀ ਗਲ ਪਾਏ ਹੋਏ ਨੇ। ਸਿੰਪਲ ਗੱਲ ਹੈ, ਛਾੜ ਸਗਲ ਜੰਜਾਲ। ਨਾਨਕ ਹਰ ਗੁਣ ਗਾਏ ਲੈ, ਗੁਣ ਗਾ। ਗੁਣ ਗਾਣ ਦਾ ਮਤਲਬ ਕਿ ਤੇਰੀ ਸੋਚ ਦੇ ਅੰਦਰ ਵੀ ਗੁਣ ਹੋਣ, ਸੱਚਾਈ ਹੋਵੇ, ਤੇਰੇ ਬੋਲ ਵੀ ਸੱਚੇ ਪਿਆਰੇ ਔਰ ਮਿੱਠੇ ਹੋਣ, ਤੇ ਤੇਰੇ ਵਿਹਾਰ ਦੇ ਅੰਦਰ ਵੀ ਸ਼ੁਭ ਗੁਣ ਹੋਣ। ਫਿਰ ਤੇਰੇ ਜੀਵਨ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਫਿਰ ਤੇਰਾ ਜੀਵਨ ਜਿਹੜਾ ਹਾਸੇ ਖੇੜੇ ਦੇ ਨਾਲ ਬੀਤੇਗਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚ ਹੋਵੇ ਮੁਕਤ। ਤੇਰਾ ਜੀਵਨ ਸਵਰਗ ਬਣ ਜਾਏਗਾ। ਆਪਣੇ ਜੀਵਨ ਨੂੰ ਐਵੇਂ ਹੀ ਨਰਕ ਨਾ ਬਣਾ ਕੇ ਰੱਖ। ਰੱਬ ਦੇ ਗੁਣ ਗਾ। ਐਵੇਂ ਹੀ ਵਾਧੂ ਦੇ ਜੰਜਾਲ ਗਲੇ ਦੇ ਅੰਦਰ ਨਾ ਪਾ। ਧਰਮ ਨੂੰ ਸਮਝ, ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਸੱਚ ਨੂੰ ਬੇਸ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰ। ਜੇ ਆਪਣੇ ਫਰਜ਼ਾਂ ਨੂੰ ਪੂਰੀਆਂ ਕਰੇ ਤਾਂ ਤੇਰੀ ਜ਼ਿੰਦਗੀ ਸਫਲ ਹੋ ਜਾਏ। ਇਸ ਲਈ ਜਿਹੜੇ ਵਾਧੂ ਦੇ ਜੰਜਾਲ ਨੇ ਇਹਨਾਂ ਨੂੰ ਲਾ ਦੇ। ਹੁਣ ਗੁਰੂ ਜੀ ਸਾਨੂੰ ਜੰਜਾਲਾਂ ਤੋਂ ਮੁਕਤ ਹੋ ਕੇ ਜੀਵਨ ਦੀ ਪ੍ਰੇਰਨਾ ਦੇ ਰਹੇ ਨੇ। ਤੇ ਜੰਜਾਲ ਨੇ ਇੱਕ ਤੇ ਪਾਪਾਂ ਦੇ, ਵਿਕਾਰਾਂ ਦੇ, ਨਸ਼ਿਆਂ ਦੇ, ਮੇਰ ਤੇਰ ਦੇ, ਜਾਤੀਵਾਦ ਦੇ। ਇਹ ਜੰਜਾਲ ਖਾਮਖਾ ਹਰ ਬੰਦਾ ਗੱਲ ਪਾਈ ਫਿਰਦਾ। ਦੂਜੇ ਜੰਜਾਲ ਨੇ ਧਾਰਮਿਕ ਤੌਰ ਤੇ ਜਿਹੜੇ ਅੰਧ ਵਿਸ਼ਵਾਸ ਨੇ ਤੇ ਅੰਧ ਵਿਸ਼ਵਾਸਾਂ ਨੂੰ ਗਲ ਦੇ ਵਿੱਚ ਪਾਈ ਫਿਰਦਾ। ਵਰਤ ਨਰਾਤੇ, ਸਰਾਧ, ਕਿਸਮਤ, ਜੋਤਿਸ਼, ਬਾਬਿਆਂ ਦੇ ਵਰ ਸਰਾਪ, ਮੜੀਆਂ, ਕਬਰਾਂ, ਇਹ ਸਾਰੇ ਜੰਜਾਲ ਹੀ ਤੇ ਹੈ ਨੇ, ਹੋਰ ਕੀ। ਮੈਨੂੰ ਇੱਕ ਗੱਲ ਯਾਦ ਆਉਂਦੀ। ਇੱਕ ਨਾ ਬੰਦਾ ਵੇਚਦਾ ਸੀ ਕੱਪੜੇ। ਕੱਪੜਿਆਂ ਦੀ ਗਠੜੀ ਉਹਨੇ ਸਿਰ ਤੇ ਚੁੱਕਣੀ, 20-25 ਕਿਲੋ 30 ਕਿਲੋ ਪਿੰਡਾਂ ਵਿੱਚ ਕੱਪੜੇ ਵੇਚ ਕੇ ਆਉਣਾ। ਰਾਹ ਦੇ ਵਿੱਚ ਲੰਘਦਿਆਂ ਇੱਕ ਪੀਰ ਦੀ ਕਬਰ ਸੀ ਤੇ ਉਹਨੇ ਉਸ ਕਬਰ ਦੀ, ਪੀਰ ਦੀ ਕਬਰ ਤੇ ਮੱਥਾ ਟੇਕਣਾ ਤੇ ਉੱਥੋਂ ਉਹਨੇ ਰੋਟੀ ਪਾਣੀ ਉਹਨੂੰ ਮਿਲ ਜਾਣੀ। ਉਹਨੇ ਕੋਈ 2, 4, 5, 10 ਰੁਪਏ ਚੜਾ ਜਾਣੇ, ਕਦੀ ਪੀਰ ਤੇ ਚਾਦਰ ਚੜਾ ਜਾਣੀ। ਤੇ ਕੁਛ ਦਿਨ ਉਹ ਲੰਘਦਾ ਰਿਹਾ ਤੇ ਪੀਰ ਦਾ ਜਿਹੜਾ ਬਾਬਾ ਸੀ ਨਾ, ਸੇਵਾਦਾਰ, ਉਹਨੇ ਵੇਖਿਆ ਵੀ ਇਹ ਵਿਚਾਰਾ ਸੇਵਾ ਕਰਦਾ ਤੇ ਪੀਰ ਦੇ ਕੋਲ, ਬਾਬੇ ਕੋਲ ਸੀ ਇੱਕ ਖੋਤਾ। ਉਹਨੇ ਖੋਤਾ ਇਸ ਕੱਪੜੇ ਵਾਲੇ ਨੂੰ ਦਿੱਤਾ। ਕਹਿੰਦਾ ਯਾਰ ਤੂੰ ਆ ਖੋਤਾ ਲੈ ਜਾ, ਕੱਪੜਾ ਇੱਥੇ ਲੱਦ ਲਿਆ ਕਰ। ਉਹ ਬੰਦਾ ਬੜਾ ਖੁਸ਼ ਹੋਇਆ। ਉਹਨੇ ਕੱਪੜਾ ਖੋਤੇ ਤੇ ਲੱਦ ਲਿਆ ਤੇ ਵੈਸੇ ਅੱਗੇ 20-25 ਕਿਲੋ ਰੱਖਦਾ ਸੀ, ਉਹਨਾਂ ਨੂੰ 40-45 ਕਿਲੋ ਵਜਨ ਖੋਤੇ ਤੇ ਲੱਦ ਲੈਣਾ। ਅੱਗੇ 1-2 ਪਿੰਡਾਂ ਵਿੱਚ ਗੇੜਾ ਲਾਉਂਦਾ ਸੀ, 4-5 ਪਿੰਡਾਂ ਵਿੱਚ ਗੇੜਾ ਲਾਣਾ। ਉਹਦਾ ਕੱਪੜਾ ਕਾਫੀ ਵਿਕਣ ਲੱਗ ਗਿਆ, ਉਹਦੀ ਇਨਕਮ ਵੱਧ ਗਈ।
ਉਹਨੇ ਪੀਰ ਤੇ ਵੀ ਚੜਾਵਾ ਜ਼ਿਆਦਾ ਚੜਾਣਾ, ਉਹਦੀ ਇਨਕਮ ਵੱਧ ਗਈ, ਉਹਨੇ ਆਪਣਾ ਮਕਾਨ ਵਗੈਰਾ ਬਣਾ ਲਿਆ, ਬੱਚੇ ਪੜਾਣੇ ਸ਼ੁਰੂ ਕਰਤੇ ਆਪਣੇ। ਖੋਤਾ ਬਿਮਾਰ ਹੋ ਗਿਆ ਤੇ ਖੋਤਾ ਉਹਦਾ 2-3 ਸਾਲ ਬਾਅਦ ਗਿਆ ਮਰ। ਤੇ ਬੰਦਾ ਬੜਾ ਰੋਇਆ ਕਿ ਖੋਤਾ ਮਰ ਗਿਆ, ਚੰਗੀ ਇਨਕਮ ਸੀ। ਫਿਰ ਇਹਨੇ ਸੋਚਿਆ ਵੀ 2-3 ਸਾਲ ਖੋਤੇ ਨੇ ਬੜਾ ਕੰਮ ਦਿੱਤਾ ਹੈ, ਇਹਦੇ ਕਰਕੇ ਇੰਨੀ ਮੈਨੂੰ ਇਨਕਮ ਹੋਈ ਹੈ, ਚਲੋ ਖੋਤਾ ਹੋਰ ਖਰੀਦ ਲਾਂਗਾ ਤੇ ਮੈਂ ਇਹਦਾ ਅੰਤਮ ਸੰਸਕਾਰ ਚੰਗੀ ਤਰ੍ਹਾਂ ਕਰਦਿਆਂ ਵੀ ਇਹਦੀ ਸਰੀਰ ਨੂੰ ਐਵੇਂ ਨਾ ਸੁੱਟਾਂ। ਇਹਨੇ ਚਿੱਟੀ ਚਾਦਰ ਲਈ, ਖੋਤੇ ਨੂੰ ਨਵਾਇਆ, ਬਾਹਰ ਜਾ ਕੇ ਟੋਇਆ ਕੱਢ ਕੇ ਤੇ ਖੋਤਾ ਦੱਬ ਦਿੱਤਾ, ਉੱਤੇ ਚਾਦਰ ਪਾ ਕੇ ਦੱਬ ਦਿੱਤਾ। ਚਾਦਰ ਪਾ ਕੇ ਉੱਤੇ 2 ਇੱਟਾਂ ਰੱਖ ਕੇ ਉੱਤੇ ਚਾਦਰ ਪਾ ਕੇ ਤੇ ਨੇ ਉੱਥੇ ਧੂਫ ਦਿਖਾਤੀ। ਤੇ ਕੋਈ ਬੰਦਾ ਜਾ ਰਿਹਾ ਸੀ, ਉਹਨੇ ਸੋਚਿਆ ਵੀ ਇਹ ਕੋਈ ਵੱਡਾ ਹੀ ਪੀਰ ਹੋਣਾ ਹੈ ਵੀ ਜਿੱਥੇ ਬੰਦਾ ਬੈਠ ਕੇ ਰੋ ਰਿਹਾ ਉਹ ਖੋਤੇ ਨੂੰ ਰੋਂਦਾ ਸੀ ਪਿਆ। ਉਹਨੇ ਉੱਥੇ ਸੁਖਣਾ ਸੁਖੀ ਕਿ ਜੇ ਮੇਰੀ ਸੁਖਣਾ ਪੂਰੀ ਹੋ ਗਈ ਤੇ ਮੈਂ 50,000 ਰੁਪਇਆ ਚੜਾਂਗਾ। ਤੇ ਉਹ ਕੰਮ ਕਰਨ ਵਾਸਤੇ ਗਿਆ ਸੀ, ਕੁਦਰਤੀ ਜਾਂਦਿਆਂ ਉਹਦਾ ਕੰਮ ਬਣ ਗਿਆ, ਵਾਪਸੀ ਆਇਆ, ਉਹ 50,000 ਰੁਪਇਆ ਚੜਾ ਗਿਆ ਉੱਥੇ। ਉਹ ਬੰਦੇ ਨੇ 50,000 ਚੁੱਕਿਆ, ਉੱਥੇ ਛੋਟੀ ਜਿਹੀ ਕਬਰ ਬਣਵਾਤੀ, ਲੋਕੀ ਹੋਰ ਉੱਥੇ ਮੱਥਾ ਟੇਕਣ ਲੱਗ ਗਏ, ਹੌਲੇ ਹੌਲੇ ਉੱਥੇ ਰੌਣਕਾਂ ਲੱਗ ਗਈਆਂ। ਉਹ ਬੰਦੇ ਨੇ ਉੱਥੇ ਪੀਰਖਾਨਾ ਬਣਾ ਲਿਆ, ਉੱਥੇ ਬੜਾ ਵੱਡਾ ਲੰਗਰ ਹਾਲ ਬਣ ਗਿਆ, ਬੜੇ ਸਾਰੇ ਕਮਰੇ ਬਣ ਗਏ, ਉੱਥੇ ਮੇਲਾ ਲੱਗਣ ਲੱਗ ਗਿਆ ਐਤਵਾਰ ਤੇ ਐਤਵਾਰ, ਹਜ਼ਾਰਾਂ ਰੁਪਏ ਚੜਾਵਾ ਚੜਨ ਲੱਗ ਗਿਆ। ਉਹ ਬਣ ਗਿਆ ਪੁਜਾਰੀ ਤੇ ਉਹ ਪੀਰ ਬਣ ਕੇ ਬਹਿ ਗਿਆ। ਉਹ ਵੀ ਕਿਤੇ 6 ਮਹੀਨੇ ਸਾਲ ਬਾਅਦ ਉਹ ਜਿਹੜਾ ਦੂਜੇ ਪੀਰ ਵਾਲਾ ਸੀ ਨਾ, ਉਹ ਉਧਰੋਂ ਲੰਘਿਆ ਆਪਣੀ ਕਾਰ ਤੇ ਉਹਨੇ ਵੇਖਿਆ ਵੀ ਇੱਥੇ ਬੜੀ ਰੌਣਕ ਮੇਲਾ ਲੱਗਿਆ, ਵੀ ਬੜਾ ਵੱਡਾ ਪੀਰ ਇੱਥੇ ਕੀ। ਉਹ ਅੰਦਰ ਜਦੋਂ ਗਿਆ ਤਾਂ ਉਹਨੇ ਵੇਖਿਆ ਵੀ ਉਹ ਜਿਹਨੂੰ ਖੋਤਾ ਦਿੱਤਾ ਸੀ ਉਹ ਬੰਦਾ ਪੀਰ ਬਣ ਕੇ ਬੈਠਾ। ਤੇ ਉਹ ਬੜਾ ਹੱਸਿਆ, ਕਹਿਣ ਲੱਗਾ ਵੀ ਕਿਵੇਂ ਬਾਬਾ ਬਣਿਆ ਬੈਠਾ। ਉਹਨੇ ਉੱਠ ਕੇ ਮੱਥਾ ਟੇਕਿਆ, ਕਹਿਣ ਲੱਗਾ ਸੰਤ ਜੀ ਇਹ ਸਾਰੀ ਤੁਹਾਡੀ ਕਿਰਪਾ ਹੋਈ ਹੈ, ਤੁਸੀਂ ਜਿਹੜਾ ਖੋਤਾ ਦਿੱਤਾ ਸੀ ਨਾ, ਇਹ ਖੋਤੇ ਦੀ ਕਮਾਲ ਹੈ। ਖੋਤਾ ਬੜਾ ਰਿਹਾ, ਲਾਭਵੰਦ ਰਿਹਾ ਮੇਰੇ ਲਈ, ਜਿੰਨਾ ਚਿਰ ਖੋਤਾ ਜਿਉਂਦਾ ਰਿਹਾ ਉਹਦੇ ਤੇ ਮੈਂ ਕੱਪੜੇ ਢੋਂਦਾ ਰਿਹਾ। ਖੋਤਾ ਮਰ ਗਿਆ, ਮੈਂ ਇੱਥੇ ਦੱਬ ਦਿੱਤਾ, ਲੋਕੀ ਇੱਥੇ ਮੱਥਾ ਟੇਕਣ ਲੱਗ ਗਏ ਨੇ, ਲੋਕਾਂ ਦੀਆਂ ਸੁੱਖਣਾ ਪੂਰੀਆਂ ਹੁੰਦੀਆਂ ਨੇ, ਮੇਰੇ ਵਾਸਤੇ ਤੇ ਖੋਤਾ ਪੀਰ ਹੈ। ਤੇ ਨਾਲੇ ਉਹ ਹੱਸਿਆ। ਤੇ ਜਿਹੜਾ ਪਹਿਲਾ ਪੀਰ ਵਾਲਾ ਬਾਬਾ ਸੀ ਨਾ, ਉਹ ਕਹਿੰਦਾ ਵੀ ਸੱਜਣਾ ਜਿੱਥੇ ਤੂੰ ਮੱਥਾ ਟੇਕਦਾ ਸੀ ਉੱਥੇ ਇਸ ਖੋਤੇ ਦੀ ਮਾਂ ਦੱਬੀ ਸੀ, ਜਿੱਥੇ ਤੂੰ ਮੱਥਾ ਟੇਕਦਾ ਖੋਤੇ ਦੀ ਮਾਂ ਦੱਬੀ ਸੀ। ਐਵੇਂ ਨੇ ਆ ਸਾਡੇ ਪੀਰ, ਐਵੇਂ ਦੇ ਜੰਜਾਲ ਅਸੀਂ ਪਾਏ ਨੇ, ਖੋਤਿਆਂ ਨੂੰ ਮੱਥਾ ਲੋਕ ਟੇਕ ਰਹੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਭਲੇ ਪੁਰਸ਼ਾ ਇਹ ਸਾਰੇ ਜੰਜਾਲ, ਵਹਿਮ, ਅੰਧ ਵਿਸ਼ਵਾਸ ਆਪਣੇ ਗਲ ਚੋਂ ਲਾ ਕੇ ਪਰਾਂ ਮਾਰ। ਨਾਨਕ ਹਰ ਗੁਣ ਗਾਏ ਲੈ ਰੱਬੀ ਗੁਣਾ ਦਾ ਧਾਰਨੀ ਹੋ। ਅੱਜ ਕੱਲ ਇਸ ਦੁਨੀਆ ਨੂੰ ਛੱਡ ਜਾਣਾ, ਇਸ ਲਈ 4 ਦਿਨਾਂ ਦੀ ਜ਼ਿੰਦਗੀ ਵਾਸਤੇ ਕਿਉਂ ਐਵੇਂ ਜੰਜਾਲ ਗਲ ਦੇ ਵਿੱਚ ਪਾਈ ਫਿਰਨਾ ਹੈ, ਅੰਧ ਵਿਸ਼ਵਾਸਾਂ ਵਿੱਚ ਜੀ ਰਿਹਾ ਹੈ, ਲੜਾਈਆਂ ਦੰਗਿਆਂ ਵਿੱਚ ਪਿਆ ਹੋਇਆ ਹੈ, ਹੰਕਾਰ ਕਰਦਾ ਫਿਰਦਾ। ਭਲਿਆ ਰੱਬੀ ਗੁਣ ਗਾ, ਰੱਬੀ ਗੁਣਾ ਵਾਲੀ ਜ਼ਿੰਦਗੀ ਜੀਣ ਦਾ ਯਤਨ ਕਰ। ਅਗਲਾ ਬਚਨ ਗੁਰਦੇਵ ਪਾਤਸ਼ਾਹ ਜੀ ਕਰਦੇ ਨੇ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ। ਪਹਿਲੇ ਸਾਰੇ ਸ਼ਲੋਕ ਸਨ, ਇਹ ਇੱਥੇ ਦੋਹਰਾ ਹੈ। ਦੋਹਰਾ ਔਰ ਸ਼ਲੋਕ ਕਰੀਬ ਕਰੀਬ ਇੱਕੋ ਜਿਹੀਆਂ ਹੀ, ਇਹਨਾਂ ਦੀਆਂ ਥੋੜੇ ਜਿਹੇ ਫਰਕ ਦੇ ਨਾਲ ਮਾਤਰਾ ਹੁੰਦੀਆਂ ਨੇ। ਬਲ ਛੁਟਕਿਓ, ਬਲ ਦਾ ਮਤਲਬ ਆਤਮਕ ਤਾਕਤ। ਪ੍ਰਭੂ ਦੇ ਨਾਮ ਤੋਂ ਵਿਛੜ ਕੇ ਜਦੋਂ ਮਾਇਆ ਦੇ ਮੋਹ ਦੀਆਂ ਫਾਹੀਆਂ ਮਨੁੱਖ ਨੂੰ ਆ ਪੈਂਦੀਆਂ ਨੇ ਨਾ, ਉਹਨਾਂ ਨੂੰ ਕੱਟਣ ਲਈ ਫਿਰ ਇਹਦੀ ਆਤਮਕ ਤਾਕਤ ਮੁੱਕ ਜਾਂਦੀ ਹੈ ਤੇ ਮਾਇਆ ਦਾ ਟਾਕਰਾ ਕਰਨ ਵਾਸਤੇ ਇਹਦੇ ਕੋਲ ਕੋਈ ਉਪਾਅ ਨਹੀਂ ਰਹਿੰਦਾ। ਬਲ ਛੁਟਕਿਓ, ਜਦੋਂ ਰੱਬ ਦੇ ਨਾਲੋਂ ਟੁੱਟ ਜਾਏ, ਸੱਚ ਦੇ ਨਾਲੋਂ ਟੁੱਟ ਜਾਏ, ਬੰਧਨ ਪਰੇ। ਤੇ ਬੰਧਨ ਕਿਹੜੇ ਪੈ ਜਾਂਦੇ ਨੇ? ਕਾਮ ਨੇ ਆ ਘੇਰਿਆ, ਕ੍ਰੋਧ ਨੇ ਆ ਘੇਰਿਆ, ਲੋਭ ਨੇ ਘੇਰ ਲਿਆ, ਆਸਾ ਮਨਸ਼ਾ ਤ੍ਰਿਸ਼ਨਾ ਨੇ ਘੇਰ ਲਿਆ, ਚੁਗਲੀ ਨਿੰਦਿਆ ਨੇ ਘੇਰ ਲਿਆ, ਨੈਗੇਟਿਵਿਟੀ ਨੇ ਘੇਰ ਲਿਆ, ਇਹਦੇ ਅੰਦਰ ਹੀਨ ਭਾਵਨਾ ਆ ਗਈ, ਇਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ, ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਗਿਆ। ਤੇ ਇਹਨਾਂ ਵਿਕਾਰਾਂ ਦੇ ਟਾਕਰੇ ਵਾਸਤੇ ਇਹਦੇ ਕੋਲ ਹੋਰ ਕੋਈ ਹੁਣ ਤਾਕਤ ਨਹੀਂ ਹੈ। ਨਾ ਤੇ ਇਹ ਬੰਧਨ ਵਰਤ ਰੱਖਿਆ ਛੁੱਟਦੇ, ਨਾ ਨਰਾਤੇ ਰੱਖਿਆ, ਨਾ ਸਰਾਧ ਕੀਤਿਆਂ, ਨਾ ਪੀਰਾਂ ਬਾਬਿਆਂ ਤੇ ਮੱਥੇ ਟੇਕਿਆ, ਨਾ ਬਾਬਿਆਂ ਨੂੰ ਮੱਥੇ ਟੇਕਿਆ, ਨਾ ਪਾਠ ਪੂਜਾ ਕਰਾਇਆ, ਇਹ ਬੰਧਨ ਟੁੱਟਦੇ ਨਹੀਂ, ਕਿਉਂਕਿ ਅੰਦਰ ਬਲ ਹੀ ਨਹੀਂ ਰਿਹਾ, ਅੰਦਰ ਵਿਲ ਪਾਵਰ ਹੀ ਨਹੀਂ ਹੈ। ਝੂਠ ਦਾ ਟਾਕਰਾ ਸੱਚ ਨਾਲ ਹੋਣਾ ਸੀ ਤੇ ਸੱਚ ਅੰਦਰ ਰਿਹਾ ਹੀ ਨਹੀਂ। ਕਾਮ ਦਾ ਟਾਕਰਾ ਉੱਚੇ ਆਚਰਨ ਦੇ ਨਾਲ ਹੋਣਾ ਸੀ ਤੇ ਉੱਚਾ ਆਚਰਨ ਤੇ ਰਿਹਾ ਹੀ ਨਹੀਂ, ਰੱਬ ਦੇ ਨਾਲੋਂ ਟੁੱਟ ਗਿਆ, ਰੱਬੀ ਗੁਣਾਂ ਦੇ ਨਾਲੋਂ ਟੁੱਟ ਗਿਆ। ਤੇ ਜਿਹੜੀ ਚੀਜ਼ ਆਪਣੇ ਮੂਲ ਦੇ ਨਾਲੋਂ ਟੁੱਟ ਜਾਏ ਉਹ ਮੁਰਝਾ ਜਾਂਦੀ ਹੈ। ਰੁੱਖ ਦੇ ਨਾਲੋਂ ਟਹਿਣੀ ਟੁੱਟ ਜਾਏ ਨਾ, ਉਹ ਟਹਿਣੀ ਮੁਰਝਾ ਜਾਂਦੀ ਹੈ।
ਨਦੀ ਦੇ ਨਾਲੋਂ ਪਾਣੀ ਵਿਛੜ ਕੇ ਕਿਤੇ ਉਛਲ ਕੇ ਛੱਪੜ ਵਿੱਚ ਪੈ ਜਾਏ ਨਾ, ਉਹ ਪਾਣੀ ਗੰਦਾ ਹੋ ਜਾਂਦਾ ਹੈ। ਅੱਗ ਦੇ ਵਿੱਚੋਂ ਕੋਲਾ ਬਾਹਰ ਆ ਜਾਏ, ਉਹਦੀ ਲਾਲੀ ਖਤਮ ਹੋ ਜਾਂਦੀ ਹੈ। ਜੇ ਆਲਣੇ ਦੇ ਵਿੱਚੋਂ ਬੋਟ ਥੱਲੇ ਡਿੱਗ ਪਵੇ ਨਾ, ਉਹ ਤੜਫ ਤੜਫ ਕੇ ਮਰ ਜਾਂਦਾ ਹੈ। ਜਦੋਂ ਆਪਣੇ ਮੂਲ ਨਾਲੋਂ ਕੋਈ ਚੀਜ਼ ਟੁੱਟ ਜਾਂਦੀ ਹੈ, ਮੁਰਝਾ ਜਾਂਦੀ ਹੈ, ਤੇ ਸਾਡਾ ਮੂਲ ਕੀ ਹੈ? ਸਾਨੂੰ ਤਾਕਤ ਕਿੱਥੋਂ ਮਿਲਣੀ ਹੈ? ਰੱਬ ਕੋਲੋਂ, ਗੁਰੂ ਕੋਲੋਂ। ਮਨ ਤੋਂ ਜੋਤ ਸਰੂਪ ਹੈ। ਤਾਂ ਜਦੋਂ ਅੰਦਰੋਂ ਆਤਮਕ ਬਲ ਮੁੱਕ ਜਾਂਦਾ ਹੈ, ਉਦੋਂ ਇਹਨੂੰ ਬੰਧਨ ਆ ਪੈਂਦੇ ਨੇ। ਫਿਰ ਇਹਦੇ ਕੋਲ ਹੋਰ ਕੋਈ ਉਪਾਅ ਨਹੀਂ ਰਹਿੰਦਾ। ਤਾਂ ਗੁਰੂ ਜੀ ਫਿਰ ਸਾਨੂੰ ਕਹਿੰਦੇ ਨੇ ਵੀ ਜੇ ਕਿਤੇ ਐਸਾ ਹੋ ਜਾਏ ਗਲਤੀ ਨਾਲ ਜਾਂ ਜਾਣ ਬੁੱਝ ਕੇ ਬੰਦਾ ਆਪਣੇ ਅੰਦਰੋਂ ਸੱਚ ਨਾਲੋਂ ਸੰਬੰਧ ਤੋੜ ਲਵੇ, ਗੁਰੂ ਤੋਂ ਬੇਮੁਖ ਹੋ ਜਾਏ, ਰੱਬ ਨਾਲੋਂ ਟੁੱਟ ਜਾਏ, ਇਹਨੂੰ ਬੰਧਨ ਆ ਪੈਣ, ਵਿਕਾਰਾਂ ਦੇ ਨਾਲ ਇਹ ਘਿਰ ਜਾਏ, ਨੈਗੇਟਿਵਿਟੀ ਆ ਜਾਏ, ਤਾਂ ਫਿਰ ਇਹਦੇ ਕੋਲ ਇੱਕ ਰਾਸਤਾ ਬਚਦਾ ਹੈ। ਉਹ ਹੈ ਰੱਬ ਦੇ ਚਰਨਾਂ ਵਿੱਚ ਅਰਦਾਸ ਕਰੇ ਤੇ ਰੱਬ ਦੇ ਚਰਨਾਂ ਦੀ ਸ਼ਰਨ ਲਵੇ। ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਗਜ ਦਾ ਮਤਲਬ ਹਾਥੀ। ਕਿ ਹੇ ਹਰੀ, ਇਹੋ ਜਿਹੇ ਵੇਲੇ ਹੁਣ ਤੇਰਾ ਹੀ ਆਸਰਾ ਹੈ। ਜਿਵੇਂ ਤੇਂਦੂਏ ਤੋਂ ਛੁਡਾਉਣ ਲਈ ਹਾਥੀ ਬਣਿਆ, ਹਾਥੀ ਦਾ ਤੂੰ ਸਹਾਇਕ ਬਣਿਆ, ਹਾਥੀ ਦੀ ਸਹਾਇਤਾ ਕੀਤੀ। ਕਹਾਣੀ ਹੈ ਨਾ ਕਿ ਹਾਥੀ ਨੂੰ ਤੇਂਦੂਏ ਨੇ ਫੜ ਲਿਆ ਸੀ ਤੇ ਰੱਬ ਅੱਗੇ ਅਰਦਾਸ ਕੀਤੀ ਤੇ ਉਹਦਾ ਉਸ ਤੇਂਦੂਏ ਤੋਂ ਛੁਟਕਾਰਾ ਹੋਇਆ। ਹੁਣ ਜਿਵੇਂ ਹਾਥੀ ਨੂੰ ਤੂੰ ਛੁਡਾਇਆ ਨਾ, ਹੇ ਮਾਲਕ, ਹੁਣ ਤੇਰਾ ਸਹਾਰਾ ਹੈ। ਕਿਵੇਂ ਇਹਨਾਂ ਕਾਮ ਕ੍ਰੋਧ ਦੀਆਂ ਤਾਰਾਂ ਦੇ ਵਿੱਚ ਮੈਂ ਜਕੜਿਆ ਹੋਇਆ ਹਾਂ ਤੇ ਤੇਰਾ ਹੀ ਸਹਾਰਾ ਹੈ, ਮੈਨੂੰ ਤੂੰ ਬਚਾ ਸਕਣਾ ਹੈ। ਯਾਨੀ ਇਹਦਾ ਅੰਤਰੀਵ ਭਾਵ ਇਹ ਹੈ ਕਿ ਜੇ ਵਿਕਾਰ, ਪਾਪ, ਅਪਰਾਧ ਸਾਨੂੰ ਆਣ ਕੇ ਘੇਰ ਲੈਂਦੇ ਨੇ, ਤਾਂ ਉਹਦੇ ਵਾਸਤੇ ਇੱਕੋ ਹੀ ਸਹਾਰਾ ਹੈ ਕਿ ਅਸੀਂ ਬਾਣੀ ਦਾ ਸਹਾਰਾ ਲਵੀਏ, ਗੁਰੂ ਦੀ ਮੱਤ ਦਾ ਸਹਾਰਾ ਲਵੀਏ, ਰੱਬੀ ਗੁਣ ਗਾਈਏ, ਤਾਂ ਸਾਡੇ ਬੰਧਨ ਟੁੱਟ ਸਕਦੇ ਨੇ। ਇਹ ਹਰ ਇਨਸਾਨ ਦੇ ਅੰਦਰ ਪੋਸੀਬਿਲਿਟੀ ਹੈ, ਇਹ ਸੰਭਾਵਨਾ ਹੈ, ਮੇਰੇ ਅੰਦਰ ਵੀ, ਤੁਹਾਡੇ ਅੰਦਰ ਵੀ। ਜਿਹਦਾ ਵੀ ਮਨ ਵਿਕਾਰਾਂ ਦੇ ਨਾਲ ਘਿਰ ਗਿਆ ਹੈ, ਜਾਂ ਕਿਸੇ ਦੀ ਬਿਰਤੀ ਨੀਵੀਂ ਹੋ ਗਈ ਹੈ, ਜਾਂ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹੈ, ਜਾਂ ਕਿਸੇ ਦੇ ਘਰ ਦੇ ਵਿੱਚ ਅਣਬਣ ਹੈ, ਰਿਸ਼ਤਿਆਂ ਦੇ ਵਿੱਚ ਕੁੜੱਤਣ ਹੈ, ਤਾਂ ਸਾਡੇ ਅੰਦਰ, ਸਾਰਿਆਂ ਦੇ ਅੰਦਰ ਇਹ ਪੋਸੀਬਿਲਿਟੀ ਹੈ ਕਿ ਅਸੀਂ ਆਤਮਕ ਜ਼ਿੰਦਗੀ ਜੀ ਸਕਦੇ ਹਾਂ। ਕਿਵੇਂ? ਕਿ ਅਸੀਂ ਰੱਬ ਦੀ ਸ਼ਰਨ ਵਿੱਚ ਜਾਈਏ। ਰੱਬ ਦੀ ਸ਼ਰਨ ਵਿੱਚ ਜਾਣ ਦਾ ਮਤਲਬ ਰੱਬ ਦੇ ਗੁਣਾਂ ਦੇ ਧਾਰਨੀ ਹੋਣਾ ਹੈ। ਸੱਚ ਦੇ ਨਾਲ ਜੁੜ ਜਾਓ, ਝੂਠ ਆਪੇ ਖਤਮ ਹੋ ਜਾਏ। ਕਈ ਲੋਕ ਕਹਿੰਦੇ ਨੇ ਵੀ ਕ੍ਰੋਧ ਤੇ ਕਿਵੇਂ ਕੰਟਰੋਲ ਕਰੀਏ, ਕ੍ਰੋਧ ਤੋਂ ਕਿਵੇਂ ਬਚੀਏ। ਕ੍ਰੋਧ ਤੋਂ ਬਚਣ ਦਾ ਕੋਈ ਸਾਧਨ ਨਹੀਂ ਹੈ। ਜੇ ਕ੍ਰੋਧ ਤੋਂ ਬਚਣ ਦਾ ਤੁਸੀਂ ਯਤਨ ਕਰੋਗੇ, ਨਹੀਂ ਬਚ ਪਾਓਗੇ। ਉਹਦੇ ਤੋਂ ਬਚਣ ਦਾ ਇੱਕੋ ਹੀ ਸਾਧਨ ਹੈ ਕਿ ਤੁਸੀਂ ਪ੍ਰੇਮ ਦੇ ਨਾਲ ਜੀਣਾ ਸ਼ੁਰੂ ਕਰ ਦਿਓ, ਕ੍ਰੋਧ ਆਪੇ ਖਤਮ ਹੋ ਜਾਏਗਾ। ਹੁਣ ਜੇ ਤੁਸੀਂ ਪ੍ਰੇਮ ਨਾਲ ਜੀਣਾ ਸ਼ੁਰੂ ਕਰ ਦਿਓ ਤੇ ਕ੍ਰੋਧ ਆਟੋਮੈਟਿਕਲੀ ਖਤਮ ਹੋ ਜਾਏਗਾ। ਪਰ ਅਸੀਂ ਪ੍ਰੇਮ ਨਾਲ ਜੀਣਾ ਨਹੀਂ ਸ਼ੁਰੂ ਕਰਦੇ, ਕ੍ਰੋਧ ਤੋਂ ਬਚਣਾ ਚਾਹੁੰਦੇ ਹਾਂ, ਐਵੇਂ ਤੇ ਕਦੇ ਵੀ ਨਹੀਂ ਹੋਣਾ। ਜੇ ਅਸੀਂ ਹਨੇਰੇ ਤੋਂ ਬਚਣਾ ਚਾਹੁੰਦੇ ਹਾਂ ਤੇ ਡਾਂਗਾ ਲੈ ਕੇ ਹਨੇਰੇ ਨੂੰ ਮਾਰੀਏ ਵੀ ਨਿਕਲ ਬਾਹਰ ਕਮਰੇ ਚੋਂ, ਨਿਕਲ ਬਾਹਰ ਕਮਰੇ ਚੋਂ, ਹਨੇਰਾ ਥੋੜੀ ਨਿਕਲੇਗਾ। ਹਨੇਰੇ ਨੂੰ ਬਾਹਰ ਕੱਢਣ ਦਾ ਯਤਨ ਕਰੋਗੇ, ਹਨੇਰਾ ਖਤਮ ਨਹੀਂ ਹੋਏਗਾ। ਹਨੇਰੇ ਨੂੰ ਖਤਮ ਕਰਨ ਲਈ ਇੱਕੋ ਹੀ ਚੀਜ਼ ਹੈ ਕਿ ਚਾਨਣ ਕਰੋ। ਚਾਨਣ ਕਰਨ ਦਾ ਯਤਨ ਕਰੋ, ਹਨੇਰਾ ਆਪੇ ਖਤਮ ਹੋ ਜਾਏਗਾ। ਹੁਣ ਜਿਹੜੇ ਦੁੱਖਾਂ ਦੇ ਜੰਜਾਲ ਪੈ ਗਏ ਨੇ, ਜਿਹੜੇ ਵਿਕਾਰਾਂ ਦੇ ਜੰਜਾਲਾਂ ਵਿੱਚ ਕੋਈ ਫਸ ਗਿਆ, ਤਾਂ ਉਹਦੇ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਗੁਣਾਂ ਦੇ ਧਾਰਨੀ ਹੋਵੋ। ਆਪਣੀ ਮੱਤ ਛੱਡ ਕੇ ਗੁਰੂ ਦੀ ਮੱਤ ਦੇ ਧਾਰਨੀ ਹੋਵੋ। ਆਪਣੇ ਜੀਵਨ ਦਾ ਜਿਹੜਾ ਰਾਹ ਹੈ ਉਹ ਬਦਲੋ। ਜੇ ਆਪਣੀ ਮੰਜ਼ਿਲ ਤੋਂ ਦੂਰ ਜਾ ਰਹੇ ਹੋ ਤਾਂ ਯੂ ਟਰਨ ਲੈ ਲਓ ਤੇ ਆਪਣੇ ਸਹੀ ਐਗਜ਼ਿਟ ਤੋਂ ਜਾ ਕੇ ਨਿਕਲ ਜਾਓ। ਤਾਂ ਗੁਰੂ ਜੀ ਕਹਿੰਦੇ ਨੇ, ਜਦੋਂ ਰੱਬ ਦੇ ਨਾਲੋਂ, ਗੁਣਾਂ ਦੇ ਨਾਲੋਂ ਇਹਦਾ ਸੰਬੰਧ ਟੁੱਟ ਜਾਂਦਾ ਹੈ, ਫਿਰ ਇਹਦੇ ਅੰਦਰੋਂ ਆਤਮਕ ਬਲ, ਇਹਦੀ ਵਿਲ ਪਾਵਰ ਖਤਮ ਹੋ ਜਾਂਦੀ ਹੈ। ਫਿਰ ਵਿਕਾਰਾਂ ਤੋਂ ਬਚਣ ਲਈ ਹੋਰ ਕੋਈ ਉਪਾਅ ਨਹੀਂ ਕੰਮ ਕਰਦਾ, ਕੋਈ ਕਰਮਕਾਂਡ, ਕੋਈ ਜੋਤਸ਼ੀ। ਇੱਕੋ ਹੀ ਸਾਧਨ ਰਹਿ ਜਾਂਦਾ ਹੈ ਕਿ ਇਹ ਬੰਦਾ ਰੱਬ ਦੇ ਚਰਨਾਂ ਦੀ ਸ਼ਰਨ ਲਵੇ ਔਰ ਰੱਬ ਦੇ ਗੁਣਾਂ ਦੀ ਧਾਰਨੀ ਹੋਵੇ। ਅਗਲਾ ਬਚਨ ਕਰਦੇ ਨੇ, ਬਲ ਹੋਆ ਬੰਧਨ ਛੁੱਟੇ ਸਭ ਕਿਛ ਹੋਤ ਉਪਾਏ। ਬਲ ਹੋਆ, ਜਦੋਂ ਮਨੁੱਖ ਰੱਬ ਦੇ ਦਰ ਤੇ ਡਿੱਗਦਾ ਹੈ ਨਾ,
ਤਾਂ ਮਾਇਆ ਦਾ ਟਾਕਰਾ ਕਰਨ ਲਈ ਇਹਦੇ ਅੰਦਰ ਆਤਮਕ ਬਲ ਪੈਦਾ ਹੋ ਜਾਂਦਾ ਹੈ, ਇਹਦੇ ਅੰਦਰ ਵਿਲ ਪਾਵਰ ਪੈਦਾ ਹੋ ਜਾਂਦੀ ਹੈ, ਇਹਦੇ ਅੰਦਰ ਇੱਕ ਵਿਸ਼ਵਾਸ ਜਾਗ ਜਾਂਦਾ ਹੈ। ਸਭ ਕੁਛ ਹੋ ਤੋਂ ਪਾਏ ਤੇ ਫਿਰ ਸਾਰੇ ਹੀਲੇ ਸਫਲ ਹੋ ਜਾਂਦੇ ਨੇ, ਫਿਰ ਜਿੱਧਰ ਵੀ ਜਾਂਦਾ ਹੈ ਸਫਲਤਾਵਾਂ ਹੀ ਸਫਲਤਾਵਾਂ ਨੇ। ਇਹ ਚੀਜ਼ ਸਮਝਣ ਵਾਲੀ ਹੈ। ਦੇਖੋ ਸਾਡਾ ਜੋ ਦਿਮਾਗ ਹੈ ਨਾ, ਇਹ ਸਾਡਾ ਫ੍ਰੀ ਦਾ ਨੌਕਰ ਹੈ। ਚਾਹੇ ਤਾਂ ਇਹਨੂੰ ਨੈਗੇਟਿਵਿਟੀ ਪੈਦਾ ਕਰਨ ਵਿੱਚ ਲਾ ਦਿਓ ਤੇ ਚਾਹੇ ਪੋਜ਼ਿਟਿਵਿਟੀ ਪੈਦਾ ਕਰਨ ਵਿੱਚ ਲਾ ਦਿਓ। ਹੁਣ ਕਈ ਲੋਕ ਕਹਿੰਦੇ ਨੇ ਸਾਡੀ ਤਾਂ ਯਾਦਦਾਸ਼ਤ ਬੜੀ ਮਾੜੀ ਹੈ, ਸਾਨੂੰ ਬਾਣੀ ਨਹੀਂ ਯਾਦ ਹੁੰਦੀ। ਯਾਦਦਾਸ਼ਤ ਕਿਸੇ ਦੀ ਮਾੜੀ ਨਹੀਂ ਹੁੰਦੀ, ਯਾਦਦਾਸ਼ਤ ਕਿਸੇ ਦੀ ਘੱਟ ਨਹੀਂ ਹੁੰਦੀ, ਬਹੁਤ ਵੱਡੀ ਮੈਮਰੀ ਹੈ, ਮੈਂ ਤੁਹਾਡੇ ਨਾਲ ਸਾਂਝ ਪਾ ਚੁੱਕਾ। ਹੁਣ ਯਾਦਦਾਸ਼ਤ ਮਾੜੀ ਕਿਉਂ? ਕਹਿੰਦੇ ਜੀ ਸਾਨੂੰ ਬਾਣੀ ਯਾਦ ਨਹੀਂ ਹੁੰਦੀ। ਤੇ ਜੇ ਉਹਨਾਂ ਤੋਂ ਪੁੱਛੀ ਵੀ ਜਪਜੀ ਸਾਹਿਬ ਪੜਨ ਯਾਦ ਕਰਨ ਲਈ ਟਰਾਈ ਕਿੰਨੀ ਕੀਤੀ, ਕਹਿੰਦੇ ਨੇ ਟਰਾਈ ਤੇ ਨਹੀਂ ਕੀਤੀ। ਬੰਦਾ ਪੁੱਛੇ ਟਰਾਈ ਨਹੀਂ ਕੀਤੀ ਤੇ ਫਿਰ ਯਾਦਦਾਸ਼ਤ ਮਾੜੀ ਕਿਉਂ ਹੋਈ? ਕਿਸੇ ਤੋਂ ਪੁੱਛੋ ਵੀ ਤੇਰੇ ਪਿਤਾ ਜੀ ਦਾ ਨਾਮ ਯਾਦ ਹੈ, ਮਾਤਾ ਦਾ ਨਾਮ ਯਾਦ ਹੈ, ਬੱਚਿਆਂ ਦਾ ਨਾਮ ਯਾਦ ਹੈ, ਆਪਣੀ ਡੇਟ ਆਫ ਬਰਥ ਯਾਦ ਹੈ, ਪਤਨੀ ਦੀ ਡੇਟ ਆਫ ਬਰਥ ਯਾਦ ਹੈ, ਇਹ ਸਾਰਾ ਕੁਝ ਯਾਦ ਹੈ ਨਾ, ਆਪਣੀ ਜ਼ਮੀਨ ਜਾਇਦਾਦ ਯਾਦ ਹੈ, ਰਿਸ਼ਤੇਦਾਰ ਯਾਦ ਨੇ, ਇਹਦਾ ਮਤਲਬ ਯਾਦਦਾਸ਼ਤ ਤਾਂ ਸਾਡੀ ਠੀਕ ਹੈ। ਪਿਨ ਨੰਬਰ ਆਪਣਾ ਯਾਦ ਹੈ, ਕਦੇ ਨਹੀਂ ਭੁੱਲਦੇ। ਜਿਹੜੇ ਬੈਂਕ ਵਿੱਚ ਪੈਸੇ ਨੇ ਕਦੇ ਨਹੀਂ ਭੁੱਲਦੇ, ਪ੍ਰੋਪਰਟੀ ਕਦੇ ਨਹੀਂ ਭੁੱਲਦੀ, ਇਹਦਾ ਮਤਲਬ ਯਾਦਦਾਸ਼ਤ ਤਾਂ ਸਾਡੀ ਠੀਕ ਹੈ। ਜੇ ਸਾਨੂੰ ਆਪਣੇ ਮਾਂ-ਬਾਪ, ਦਾਦੇ ਨਾਨਕਿਆਂ ਦੇ ਨਾਮ ਯਾਦ ਨੇ ਤਾਂ ਗੁਰੂ ਨਾਨਕ ਦੇਵ ਦੇ ਪਿਤਾ ਦਾ ਨਾਮ ਵੀ ਯਾਦ ਹੋ ਸਕਦਾ ਹੈ, ਮਾਤਾ ਦਾ ਨਾਮ ਯਾਦ ਹੋ ਸਕਦਾ ਹੈ, ਪਰ ਅਸੀਂ ਕੀਤਾ ਹੀ ਨਹੀਂ ਕਰਦੇ। ਜੇ ਸਾਨੂੰ ਫਿਲਮਾਂ ਦੇ ਡਾਇਲੋਗ ਯਾਦ ਨੇ ਤਾਂ ਸਾਨੂੰ ਗੁਰਬਾਣੀ ਵੀ ਯਾਦ ਹੋ ਸਕਦੀ। ਤਾਂ ਜਦੋਂ ਅਸੀਂ ਇਹ ਚੀਜ਼ਾਂ ਕਹਿੰਦੇ ਆ ਨਾ ਕਿ ਮੇਰੀ ਯਾਦਦਾਸ਼ਤ ਕਮਜ਼ੋਰ ਹੈ, ਤਾਂ ਫਿਰ ਅਸੀਂ ਆਪਣੇ ਸਬਕੌਂਸ਼ੀਅਸ ਮਾਈਂਡ ਦੇ ਅੰਦਰ ਇਹ ਅਲਾਰਮ ਲਗਾ ਰਹੇ ਹੁੰਦੇ ਆ ਕਿ ਮੇਰੀ ਯਾਦਦਾਸ਼ਤ ਕਮਜ਼ੋਰ ਹੈ। ਜਦੋਂ ਅਸੀਂ ਕੋਈ ਚੀਜ਼ ਯਾਦ ਕਰਦੇ ਹਾਂ, ਅੰਦਰੋਂ ਸਿਗਨਲ ਮਿਲਦਾ ਹੈ ਤੇ ਉਹ ਫਿਰ ਯਾਦ ਨਹੀਂ ਹੁੰਦੀ, ਕਿਉਂਕਿ ਇਹ ਚੀਜ਼ ਅਸੀਂ ਆਪਣੇ ਅੰਦਰ ਪਾ ਦਿੱਤੀ। ਇਹਨੂੰ ਕਹਿੰਦੇ ਨੇ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ। ਬਹੁਤੇ ਬੰਦੇ ਐਵੇਂ ਕਰਦੇ ਨੇ, ਮੈਂ ਤੇ ਕੁਛ ਕਰਨ ਜੋਗਾ ਨਹੀਂ, ਹਾਏ ਮੇਰੇ ਤੇ ਗੋਡੇ ਦੁਖਦੇ ਨੇ, ਮੇਰਾ ਤੇ ਸਰੀਰ ਟੁੱਟਿਆ ਹੈ, ਮੇਰੇ ਤੋਂ ਕਿੱਥੇ ਕਾਮਯਾਬ ਹੋਇਆ ਜਾਣਾ ਹੈ, ਦੂਜੇ ਲੋਕ ਕਾਮਯਾਬ ਹੋ ਗਏ, ਉਹਨਾਂ ਦੀ ਕਿਸਮਤ ਚੰਗੀ ਸੀ, ਮੇਰਾ ਤੇ ਲੱਕ ਹੀ ਨਹੀਂ ਉੱਠਦਾ, ਮੈਂ ਤੇ ਕੁਛ ਕਰਨ ਜੋਗਾ ਰਿਹਾ ਹੀ ਨਹੀਂ, ਮੈਂ ਤੇ ਵਾਧੂ ਆ, ਮੇਰੇ ਨਾਲ ਤੇ ਕੋਈ ਪਿਆਰ ਕਰਦਾ ਹੀ ਨਹੀਂ, ਮੈਨੂੰ ਤੇ ਰੱਬ ਚੋਕੀ ਲੱਗਦਾ ਸੀ। ਹੁਣ ਜਿਹੜਾ ਬੰਦਾ ਇੰਨਾ ਨੈਗੇਟਿਵ ਬੋਲ ਰਿਹਾ ਸਾਰਾ ਦਿਨ, ਉਹਦੇ ਸਬਕੌਂਸ਼ੀਅਸ ਮਾਈਂਡ ਅੰਦਰ ਇਹ ਗੱਲਾਂ ਜਾ ਰਹੀਆਂ ਨੇ, ਤਾਂ ਫਿਰ ਬਾਹਰ ਵੀ ਇਹੀ ਹੋਏਗਾ ਨਾ, ਇਹੀ ਨਿਕਲੇਗਾ। ਇਹਨੂੰ ਕਹਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇ। ਇਹ ਅਸੀਂ ਮੰਗ ਰਹੇ ਹਾਂ ਨਾ ਅੰਦਰ ਬੈਠੇ ਰੱਬ। ਦੂਜਾ ਬੰਦਾ ਇੱਕ ਐਸਾ ਹੈ, ਉਹ ਸਵੇਰੇ ਉੱਠਦਿਆਂ ਹੀ ਇਹ ਰਿਪੀਟ ਕਰਦਾ ਹੈ ਕਿ ਵਾਹਿਗੁਰੂ ਨੇ ਮੈਨੂੰ ਖੁਸ਼ੀਆਂ ਭਰੀ ਜ਼ਿੰਦਗੀ ਬਖਸ਼ੀ ਹੈ, ਮੇਰੀਆਂ ਅੱਖਾਂ ਵਿੱਚ ਚਮਕ, ਮੇਰੇ ਚਿਹਰੇ ਤੇ ਨੂਰ, ਮੇਰੇ ਬੁੱਲਾਂ ਤੇ ਮੁਸਕਰਾਹਟ ਹੈ, ਮੇਰੇ ਅੰਦਰ ਹਰ ਕੰਮ ਕਰਨ ਦੀ ਤਾਕਤ ਹੈ, ਮੇਰੀ ਬੋਲ ਬਾਣੀ ਬੜੀ ਮਿੱਠੀ ਔਰ ਪਿਆਰੀ ਹੈ, ਮੇਰਾ ਵਿਹਾਰ ਬਹੁਤ ਪਿਆਰ ਵਾਲਾ ਹੈ, ਸਾਰੇ ਲੋਕ ਮੇਰਾ ਪਿਆਰ ਸਤਿਕਾਰ ਮੇਰੇ ਨਾਲ ਕਰਦੇ ਨੇ, ਮੈਂ ਹਰ ਕੰਮ ਕਰਨ ਦੀ ਤਾਕਤ ਰੱਖਣਾ, ਹਰ ਕੰਮ ਸਮੇਂ ਨਾਲ ਪੂਰਾ ਕਰਨਾ, ਕੰਮ ਕਰਨ ਵਾਸਤੇ ਮੇਰੇ ਅੰਦਰ ਹਰ ਟਾਈਮ ਚਾਅ ਚੜਿਆ ਰਹਿੰਦਾ ਹੈ, ਮੈਂ ਆਪਣੇ ਪਰਿਵਾਰ ਤੋਂ, ਆਪਣੇ ਸੱਜਣਾ ਤੋਂ, ਮਿੱਤਰਾਂ ਤੋਂ, ਰਿਸ਼ਤੇਦਾਰਾਂ ਤੋਂ ਸੰਤੁਸ਼ਟ ਹਾਂ, ਮੈਂ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਮੈਂ ਰਿਲੈਕਸ ਹਾਂ, ਮੈਂ ਚੜ੍ਹਦੀ ਕਲਾ ਵਿੱਚ ਹਾਂ, ਮੇਰੀ ਯਾਦਦਾਸ਼ਤ ਬਹੁਤ ਵਧੀਆ ਹੈ, ਮੇਰੀ ਸ਼ਬਦਾਵਲੀ ਵਰਡਿੰਗ ਬੜੀ ਚੰਗੀ। ਹੁਣ ਇੱਕ ਬੰਦਾ ਇਹ ਗੱਲਾਂ ਰਿਪੀਟ ਕਰ ਰਿਹਾ, ਇਹਨੂੰ ਕਹਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਇਹ ਚੀਜ਼ਾਂ ਪ੍ਰਗਟ ਹੋ ਜਾਂਦੀਆਂ। ਇਹਨੂੰ ਕਹਿੰਦੇ ਨੇ ਜੇ ਹੀ ਸੁਰਤ ਇਹ ਰਾਹ ਜਾਏ, ਜੋ ਸੁਰਤ ਅੰਦਰ ਤੁਸੀਂ ਬਿਠਾਉਂਦੇ ਹੋ ਉਸੇ ਰਾਹ ਵਾਲੀ ਸੁਰਤ ਚੱਲ ਪੈਂਦੀ ਹੈ। ਇਹਨੂੰ ਕਹਿੰਦੇ ਨੇ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ, ਕਿਆ ਕੋਈ ਕਰੇ ਵਿਚਾਰਾ। ਇਹਨੂੰ ਕਹਿੰਦੇ ਨੇ ਜੇਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਤਾਂ ਹੁਣ ਜਦੋਂ ਅਸੀਂ ਰੱਬ ਦੇ ਨਾਲ ਜੁੜਦੇ ਹਾਂ, ਸੱਚ ਦੇ ਨਾਲ, ਬਲ ਹੋਆ, ਫਿਰ ਅੰਦਰ ਬਲ ਪੈਦਾ ਹੋ ਜਾਂਦਾ ਹੈ। ਜਦੋਂ ਅੰਦਰ ਸੱਚ ਆ ਗਿਆ ਤੇ ਝੂਠ ਨੇ ਨੇੜੇ ਆਉਣਾ ਹੀ ਨਹੀਂ। ਜਦੋਂ ਅੰਦਰ ਦਇਆ ਆ ਗਈ ਤੇ ਕੁਦਇਆ ਨੇ ਨੇੜੇ ਨਹੀਂ ਆਉਣਾ। ਜਦੋਂ ਅੰਦਰ ਉੱਚਾ ਆਚਰਣ ਬਣ ਗਿਆ ਤੇ ਹਰ ਧੀ ਭੈਣ ਆਪਣੀ ਧੀ ਭੈਣ ਦਿਸਣੀ ਹੈ। ਜਦੋਂ ਅੰਦਰ ਵਿਲ ਪਾਵਰ ਪੈਦਾ ਹੋਊਗੀ ਕਿ ਮੈਂ ਸਭ ਕੁਝ ਕਰ ਸਕਣਾ, ਫਿਰ ਜਿਹੜੇ ਪਾਸੇ ਵੀ ਜਾਓਗੇ ਤੁਹਾਡੇ ਅੱਗੇ ਕਾਮਯਾਬੀਆਂ ਤੁਹਾਡੇ ਪੈਰ ਚੁੰਮਣਗੀਆਂ। ਨਾਨਕ ਸਭ ਕੁਛ ਤੁਮ ਰਹੇ ਹਾਥ में, तुम ही होत सहाय, हे प्रभु सब कुछ तेरे हथ है ते तू सब दा मददगार है, सब कुछ तेरे हथ विच। ये गल समझना, रब सर्व शक्तिमान है। खिन में राव रंग को करे, राव रंग कर डारे।
रीते परे परे सखनावे ये ताको व्यवहारे, पिंगुल पर्वत पार परे खल चतुर बकीता। सब कुछ तेरे हाथ विच है, ते जिदे हाथ विच सब कुछ है वो है किथे। सानू समझाया गया कि उत्ते किते सचखंड विच, स्वर्ग विच, जन्नत विच ना, उत्ते बैठा किते नहीं। घट घट मैं हर जू बसै, संतन कहो पुकार। जिदे हाथ विच सारियां ताकतां ने, ਉਹ ਤੁਹਾਡੇ ਅੰਦਰ ਬੈਠਾ ਹੈ, ਉਹ ਤੁਹਾਡੇ ਅੰਦਰ ਬੈਠਾ ਹੈ। ਇਹ ਚੀਜ਼ ਨੂੰ ਥੋੜਾ ਜਿਹਾ ਸਮਝੋ, ਬੜੀ ਸਹਾਇਤਾ ਮਿਲੇਗੀ। ਆਇਨਸਟਾਈਨ ਵਿਗਿਆਨਿਕ ਬਾਰੇ ਤੁਸੀਂ ਸਾਰੇ ਜਾਣਦੇ ਹੋ, ਤੇ ਇਤਿਹਾਸਕਾਰ ਲਿਖਦੇ ਨੇ ਕਿ ਉਹ ਇੱਕ ਮੰਦਬੁੱਧੀ ਬੱਚਾ ਸੀ, ਭੋਲਾ ਜਿਹਾ, ਜਿਹਨੂੰ ਪੜ੍ਹਾਈ ਵਗੈਰਾ ਨਹੀਂ ਸੀ ਆਉਂਦੀ, ਕਮਜ਼ੋਰ, ਸਭ ਤੋਂ ਪਿੱਛੇ ਬਹਿੰਦਾ ਸੀ, ਤੇ ਬੱਚੇ ਉਹਨੂੰ ਮਜ਼ਾਕ ਕਰਦੇ ਸਨ, ਤੇ ਟੀਚਰ ਵੀ ਕਹਿੰਦੇ ਸਨ ਇਹ ਪੜ੍ਹ ਨਹੀਂ ਸਕੇਗਾ। ਇੱਕ ਦਿਨ ਮਾਸਟਰ ਕਲਾਸ ਵਿੱਚ ਪੜ੍ਹਾ ਰਿਹਾ ਸੀ, ਤੇ ਮਾਸਟਰ ਬੜਾ ਚੰਗਾ, ਸਾਰਿਆਂ ਨਾਲ ਪਿਆਰ ਕਰਦਾ ਸੀ। ਆਇਨਸਟਾਈਨ ਨੇ ਹਿੰਮਤ ਕੀਤੀ ਤੇ ਉੱਠ ਕੇ ਇਸ ਮਾਸਟਰ ਦੇ ਕੋਲ ਚਲਾ ਗਿਆ। ਮਾਸਟਰ ਨੇ ਗਲੇ ਨਾਲ ਲਾਇਆ, ਕਹਿਣ ਲੱਗਾ ਹਾਂ ਬੇਟਾ। ਕਹਿਣ ਲੱਗਾ ਮਾਸਟਰ ਜੀ ਮੈਂ ਪੁੱਛਣਾ ਸੀ ਕਿ ਮੈਂ ਵੀ ਇਹਨਾਂ ਬੱਚਿਆਂ ਦੀ ਤਰ੍ਹਾਂ ਹੁਸ਼ਿਆਰ ਹੋ ਸਕਣਾ, ਮੈਂ ਵੀ ਇਹਨਾਂ ਬੱਚਿਆਂ ਦੀ ਤਰ੍ਹਾਂ ਪੜ੍ਹ ਸਕਣਾ। ਬੱਚਿਆਂ ਨੇ ਤਾੜੀ ਮਾਰੀ ਪਏ ਨੇ, ਕਮਲੇ ਨੇ ਕੀ ਪੜ੍ਹਨਾ। ਹੁਣ ਦੇਖੋ, ਮਾਸਟਰ ਜੇ ਕਹਿ ਦਿੰਦਾ ਨਾ ਨਹੀਂ ਪੜ੍ਹ ਸਕਣਾ, ਤਾਂ ਇਹਦੀ ਜ਼ਿੰਦਗੀ ਖਤਮ ਹੋ ਜਾਂਦੀ। ਮਾਸਟਰ ਪੋਜ਼ਿਟਿਵ ਥਿੰਕਿੰਗ ਵਾਲਾ ਸੀ। ਮਾਸਟਰ ਨੇ ਸਿਰ ਤੇ ਪਿਆਰ ਦਿੱਤਾ, ਮੂੰਹ ਚੁੰਮਿਆ ਤੇ ਨਾਲ ਕਿਹਾ ਹਾਂ ਆਇਨਸਟਾਈਨ, ਤੂੰ ਵੀ ਪੜ੍ਹ ਸਕਣਾ, ਤੂੰ ਵੀ ਹੁਸ਼ਿਆਰ ਹੋ ਸਕਣਾ, ਤੂੰ ਦੁਨੀਆ ਦਾ ਸਭ ਤੋਂ ਹੁਸ਼ਿਆਰ ਬੱਚਾ ਬਣ ਸਕਣਾ, ਇਹਨਾਂ ਬੱਚਿਆਂ ਤੋਂ ਬੜਾ ਅੱਗੇ ਜਾ ਸਕਣਾ। ਪੁੱਛਿਆ ਕਿਵੇਂ? ਕਹਿਣ ਲੱਗਾ ਬੇਟਾ ਅਭਿਆਸ ਕਰਕੇ, ਅਭਿਆਸ ਕਰ। ਰਹੀਮ ਜੀ ਦਾ ਇੱਕ ਦੋ ਹੈ ਨਾ, ਕਰਤ ਕਰਤ ਅਭਿਆਸ ਕੇ ਜੜਮਤ ਹੋਤ ਸੁਜਾਨ, ਰਸਰੀ ਆਵਤ ਜਾਤ ਤੇ ਸਿਲ ਪਰ ਪਰਤ ਨਿਸ਼ਾਨ। ਅਸੀਂ ਪਿੰਡਾਂ 'ਚ ਖੂਹਾਂ ਤੇ ਪਾਣੀ ਭਰਦੇ ਰਹਿਣਾ, ਤੇ ਜਦੋਂ ਲੱਜਾਂ ਖਿੱਚੀਆਂ ਸੀ, ਸਿਲਾਂ ਵਿੱਚ ਡੂੰਘੇ ਡੂੰਘੇ ਨਿਸ਼ਾਨ ਪੈ ਜਾਂਦੇ ਸੀ। ਬਾਰ-ਬਾਰ ਆਉਣ ਦੇ ਨਾਲ ਨਿਸ਼ਾਨ ਪੈ ਜਾਂਦਾ ਹੈ। ਅਭਿਆਸ ਕਰ, ਤੂੰ ਹੁਸ਼ਿਆਰ ਹੋ ਜਾਏਗਾ। ਆਇਨਸਟਾਈਨ ਨੇ ਆਪਣੀ ਜੀਵਨੀ ਵਿੱਚ ਇੱਕ ਘਟਨਾ ਲਿਖੀ ਹੈ, ਤੇ ਉਹ ਕਹਿੰਦਾ ਇੱਕ ਗੱਲ ਮੈਨੂੰ ਮੇਰੇ ਪਿਓ ਨੇ ਕਹੀ ਸੀ। ਕਹਿਣ ਲੱਗਾ ਆਇਨਸਟਾਈਨ, ਇਸ ਦੁਨੀਆ ਦੇ ਅੰਦਰ ਇੱਕ ਸਰਬ ਸ਼ਕਤੀਮਾਨ ਸ਼ਕਤੀ ਹੈ ਜੋ ਸਭ ਕੁਝ ਕਰ ਸਕਦਾ, ਤੇ ਉਹ ਹੈ ਰੱਬ। ਤੇ ਉਹ ਸਰਬ ਸ਼ਕਤੀਮਾਨ ਰੱਬ ਤੇਰੇ ਅੰਦਰ ਹੈ। ਉਸ ਆਪਣੇ ਅੰਦਰ ਵਸਦੀ ਉਸ ਸਰਬ ਸ਼ਕਤੀਮਾਨ ਸ਼ਕਤੀ ਦੇ ਉੱਤੇ ਵਿਸ਼ਵਾਸ ਕਰ, ਤੂੰ ਸਭ ਕੁਝ ਕਰ ਸਕਦਾ। ਵਿਸ਼ਵਾਸ ਆ ਗਿਆ ਕਿ ਮੈਂ ਸਭ ਕੁਝ ਕਰ ਸਕਣਾ। ਇਹ ਵਿਸ਼ਵਾਸ ਲੈ ਕੇ ਅਭਿਆਸ ਕੀਤਾ, ਤੇ ਆਇਨਸਟਾਈਨ ਚੰਦ ਦਿਨਾਂ ਦੇ ਅੰਦਰ ਪੂਰੇ ਸਕੂਲ ਚੋਂ ਹੁਸ਼ਿਆਰ ਬੱਚਾ ਸੀ। ਉਹ ਐਸੇ ਸਵਾਲ ਮਾਸਟਰਾਂ ਅੱਗੇ ਕਰਨ ਲੱਗ ਗਿਆ ਜਿਨ੍ਹਾਂ ਸਵਾਲਾਂ ਦਾ ਜਵਾਬ ਸਕੂਲ ਦੇ ਕਿਸੇ ਅਧਿਆਪਕ ਕੋਲ ਨਹੀਂ ਸੀ। ਉਹਨੇ ਨਵੇਂ ਫਾਰਮੂਲੇ ਦਿੱਤੇ। ਅਖੀਰ ਮਾਸਟਰ ਉਹਦੇ ਤੋਂ ਪਰੇਸ਼ਾਨ ਹੋ ਗਏ ਵੀ ਇਹ ਬੱਚਾ ਪਰੇਸ਼ਾਨ ਕਰਦਾ ਹੈ, ਇਹੋ ਜਿਹੇ ਸਵਾਲਾਂ ਦੇ ਉੱਤਰ ਸਾਡੇ ਕੋਲ ਨੇ, ਇਹਨੂੰ ਸਕੂਲੋਂ ਕੱਢੋ। ਉਹਨੂੰ ਸਕੂਲੋਂ ਕੱਢ ਦਿੱਤਾ। ਜਦੋਂ ਸਕੂਲੋਂ ਕੱਢਿਆ ਤੇ ਉਹਨੂੰ ਬੜੀ ਖੁਸ਼ੀ ਹੋਈ ਕਿ ਮੇਰਾ ਜਾਨ ਛੁੱਟੀ। ਫਿਰ ਉਹਨੇ ਸੋਚਿਆ ਕਿ ਮੈਂ ਧੰਨਵਾਦ ਕਿਹਦਾ ਕਰਾਂ। ਉਸ ਅਧਿਆਪਕ ਦਾ ਉਹ ਧੰਨਵਾਦ ਕਰਨ ਗਿਆ ਕਿ ਅਧਿਆਪਕ ਜੀ ਧੰਨਵਾਦ ਕਿ ਤੂੰ ਮੈਨੂੰ ਪੋਜ਼ਿਟਿਵ ਕੀਤਾ ਹੈ। ਉਹ ਅਧਿਆਪਕ ਨੇ ਫਿਰ ਗਲੇ ਨਾਲ ਲਾਇਆ ਤੇ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ। ਕਹਿਣ ਲੱਗਾ ਆਇਨਸਟਾਈਨ, ਅਸਲ ਦੇ ਅੰਦਰ ਮੈਂ ਤੇਰੇ ਤੋਂ ਬਹੁਤ ਕੁਝ ਸਿੱਖਿਆ ਹੈ, ਧੰਨਵਾਦ ਮੈਂ ਤੇਰਾ ਕਰਨਾ। ਤੇ ਉਹਨੇ ਲਿਖ ਕੇ ਦਿੱਤਾ ਕਿ ਆਇਨਸਟਾਈਨ ਨੂੰ ਸਿੱਧਾ ਯੂਨੀਵਰਸਿਟੀ ਦੇ ਅੰਦਰ ਦਾਖਲਾ ਦਿੱਤਾ ਜਾਏ। ਤੇ ਆਇਨਸਟਾਈਨ ਕਿੱਡਾ ਵੱਡਾ ਸਾਇੰਟਿਸਟ ਹੋਇਆ ਜਿਹਦੇ ਮੁਕਾਬਲੇ ਦਾ ਅੱਜ ਵੀ ਕੋਈ ਨਹੀਂ, ਜਿਹੜਾ ਮੰਦਬੁੱਧੀ ਸੀ। ਇਹ ਕਿਵੇਂ ਬਣਿਆ? ਵਿਸ਼ਵਾਸ ਔਰ ਅਭਿਆਸ ਦੇ ਨਾਲ। ਤਾਂ ਗੁਰੂ ਜੀ ਕਹਿੰਦੇ ਨੇ ਬਲ ਹੋਵਾ ਬੰਧਨ ਛੁੱਟੇ। ਜਦੋਂ ਅੰਦਰ ਆਤਮਕ ਬਲ ਆ ਜਾਂਦਾ ਹੈ, ਅੰਦਰਲੇ ਰੱਬ ਦੇ ਉੱਤੇ ਵਿਸ਼ਵਾਸ ਬਣ ਜਾਂਦਾ, ਵਿਲ ਪਾਵਰ ਪੈਦਾ ਹੋ ਜਾਂਦੀ ਹੈ। ਸਭ ਕੁਛ ਹੋ ਉਪਾਏ, ਫਿਰ ਸਾਰੇ ਹੀ ਉਪਾਅ ਹੋ ਜਾਂਦੇ ਨੇ। ਜਦੋਂ ਰੱਬ ਸਹਾਇਕ ਹੈ, ਜਦੋਂ ਰੱਬ ਦੇ ਗੁਣ ਸਹਾਇਕ ਨੇ, ਸੱਚ ਹੈ, ਦਇਆ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਫਿਰ ਸਾਰੇ ਹੀ ਉਪਾਅ ਹੋ ਜਾਂਦੇ ਨੇ। ਜਿੱਧਰ ਬੰਦਾ ਜਾਂਦਾ ਉਧਰ ਕਾਮਯਾਬੀਆਂ ਹੀ ਕਾਮਯਾਬੀਆਂ। ਔਰ ਹਕੀਕਤ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲ ਇੱਕ ਝਾਤ ਮਾਰੋ। ਹਿੰਦੁਸਤਾਨ ਦੇ ਵਾਸੀਆਂ ਨੂੰ ਕਿਹਾ ਜਾਂਦਾ ਸੀ ਨਾ, ਬਾਹਰਲੇ ਲੋਕ ਕਹਿੰਦੇ ਸਨ ਇਹ ਗਿੱਦੜ ਨੇ, ਇਹਨਾਂ ਗਿੱਦੜਾਂ ਨੇ ਨਿੱਕੀਆਂ ਜਾਤਾਂ ਵਾਲੇ ਨੇ ਕੀ ਕਰਨਾ, ਤੇ ਗਿੱਦੜ ਨੇ, ਅਸੀਂ ਸ਼ੇਰ ਆ, ਰਾਜਪੂਤ, ਖਾਨ ਬਹਾਦਰ।
ਗੁਰੂ ਜੀ ਨੇ ਉਹਨਾਂ ਲੋਕਾਂ ਦੇ ਅੰਦਰ ਵਿਲ ਪਾਵਰ ਪੈਦਾ ਕੀਤੀ, ਉਹਨਾਂ ਨੂੰ ਅਹਿਸਾਸ ਕਰਾਇਆ ਕਿ ਤੁਸੀਂ ਵੀ ਨਾ ਬੰਦਿਆਂ ਵਰਗੇ ਬੰਦੇ ਹੋ, ਤੁਹਾਡੇ ਵੀ ਦੋ ਹੱਥ ਨੇ, ਤੁਹਾਡਾ ਵੀ ਦਿਮਾਗ ਹੈ, ਤੁਸੀਂ ਲੜ ਸਕਦੇ ਹੋ, ਤੁਸੀਂ ਆਪਣੇ ਹੱਕ ਲੈ ਸਕਦੇ ਹੋ, ਤੁਸੀਂ ਨੀਵੇਂ ਨਹੀਂ ਹੋ, ਤੁਸੀਂ ਇਸ ਦੁਨੀਆ ਵਿੱਚ ਕੁਚਲਣ ਵਾਸਤੇ ਨਹੀਂ ਹੋ। ਉਹਨਾਂ ਲੋਕਾਂ ਦੇ ਹੱਥਾਂ ਵਿੱਚ ਤੇਗਾਂ ਫੜਾ ਦਿੱਤੀਆਂ ਤੇ ਗਿੱਦੜ ਅਖਵਾਉਣ ਵਾਲਿਆਂ ਨੇ ਸ਼ੇਰ ਅਖਵਾਉਣ ਵਾਲਿਆਂ ਦੀਆਂ ਫੌਜਾਂ ਨੂੰ ਘੇਰ ਘੇਰ ਕੇ ਲਹੂ ਲੁਹਾਨ ਕੀਤਾ। ਜਿਨ੍ਹਾਂ ਨੂੰ ਲੋਕ ਚਿੜੀਆਂ ਕਹਿੰਦੇ ਸਨ, ਉਹਨਾਂ ਚਿੜੀਆਂ ਦੇ ਹੱਥਾਂ ਦੇ ਅੰਦਰ ਗੁਰੂ ਸਾਹਿਬ ਨੇ ਤੀਰ ਕਮਾਨ ਦੇ ਦਿੱਤੇ। ਉਹਨਾਂ ਨੇ ਬਾਜਾਂ ਦੀਆਂ ਡਾਰਾਂ ਨੂੰ ਘੇਰ ਕੇ ਲਹੂ ਲੁਹਾਨ ਕੀਤਾ, ਇੰਡੀਆ ਨੂੰ ਆਜ਼ਾਦ ਕਰਾਇਆ। ਔਰ ਜਿਸ ਅਫਗਾਨਿਸਤਾਨ ਵਿੱਚ ਅੱਜ ਅਮਰੀਕਾ ਔਰ ਰਸ਼ੀਆ ਵਰਗੇ ਦੇਸ਼ ਫੇਲ ਹੋਏ, ਉੱਥੇ ਹਰੀ ਸਿੰਘ ਨਲਵੇ ਨੇ ਝੰਡੇ ਜਾ ਗੱਡੇ। ਇਹਨੂੰ ਕਹਿੰਦੇ ਨੇ ਆਤਮਿਕ ਬਲ। ਬਲ ਹੋਵਾ ਬੰਧਨ ਛੁੱਟੇ ਆਤਮ ਵਿਸ਼ਵਾਸ। ਅਸੀਂ ਆਪਣਾ ਆਤਮ ਵਿਸ਼ਵਾਸ ਗਵਾ ਚੁੱਕੇ, ਔਰ ਸਾਡਾ ਆਤਮ ਵਿਸ਼ਵਾਸ ਗਵਾਉਣ ਦੇ ਅੰਦਰ ਸਾਡੇ ਬਹੁਤੇ ਪ੍ਰਚਾਰਕਾਂ ਦਾ ਤੇ ਬਹੁਤੇ ਬਾਬਿਆਂ ਦਾ ਹੱਥ ਹੈ। ਤੁਹਾਡੇ ਤੋਂ ਕੁਝ ਨਹੀਂ ਹੋਣਾ, ਤੁਸੀਂ ਬਾਣੀ ਨਹੀਂ ਪੜ੍ਹ ਸਕਦੇ, ਇਹ ਕੋਈ ਕੰਮ ਸੌਖਾ ਥੋੜਾ ਹੈ, ਇਹ ਕੰਮ ਤੇ ਬੜਾ ਔਖਾ ਹੈ। ਇਹ ਚੀਜ਼ਾਂ ਕੁੱਟ ਕੇ ਸਾਡੇ ਦਿਮਾਗ ਵਿੱਚ ਭਰ ਦਿੱਤੀਆਂ ਨੇ, ਬਾਣੀ ਵਾਲੇ ਪਾਸੇ ਸਾਨੂੰ ਜਾਣ ਹੀ ਨਹੀਂ ਦਿੱਤਾ। ਕਾਸ਼ ਸਿੱਖ ਆਪ ਗੁਰੂ ਦੀ ਪਾਵਨ ਬਾਣੀ ਪੜ੍ਹਦਾ, ਇਹਦੇ ਅੰਦਰ ਵਿਲ ਪਾਵਰ ਪੈਦਾ ਹੁੰਦੀ, ਇਹ ਬੰਧਨਾਂ ਨੂੰ ਤੋੜ ਦਿੰਦਾ, ਆਪ ਵੀ ਆਜ਼ਾਦ ਜ਼ਿੰਦਗੀ ਜਿੰਦਾ, ਸੰਸਾਰ ਦੇ ਅੰਦਰ ਮਨੁੱਖਾਂ ਨੂੰ ਮਨੁੱਖਾਂ ਦੇ ਹੱਕ ਮਿਲਦੇ, ਔਰ ਅੱਜ ਦਾ ਸੰਸਾਰ ਬੇਗਮਪੁਰਾ ਬਣ ਸਕਦਾ। ਇਹ ਪੋਸੀਬਿਲਿਟੀ ਤੁਹਾਡੇ ਸਾਰਿਆਂ ਦੇ ਅੰਦਰ ਹੈ। ਬਲ ਹੋਵਾ ਬੰਧਨ ਛੁੱਟੇ ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ में, तुम ही होत सहाय। हे प्रभु, सब कुछ तेरे हथ ਦੇ ਅੰਦਰ ਹੈ ਤੇ ਤੂੰ ਸਹਾਇਕ ਹੈ। ਜਿਹਦਾ ਤੂੰ ਸਹਾਇਕ ਹੁੰਨਾ ਉਹਦੇ ਵੇੜੇ ਪਾਰ ਹੁੰਦੇ ਨੇ। ਤੇ ਜਿਹਦੇ ਹੱਥ ਵਿੱਚ ਸਭ ਕੁਝ ਹੈ ਨਾ, ਉਹ ਤੁਹਾਡੇ ਤੋਂ ਵੱਖਰਾ ਨਹੀਂ ਹੈ। ਗੁਰੂ ਜੀ ਕਹਿੰਦੇ ਨੇ ਉਹ ਤੁਹਾਡੇ ਅੰਦਰ ਬੈਠਾ ਹੈ, ਜਿਹਦੇ ਹੱਥ ਵਿੱਚ ਸਭ ਕੁਝ ਹੈ। ਇਸ ਲਈ ਤੁਸੀਂ ਸਭ ਕੁਝ ਕਰ ਸਕਦੇ ਹੋ। ਕੁਝ ਵੀ ਇਸ ਦੁਨੀਆ ਵਿੱਚ ਇੰਪੋਸੀਬਲ ਨਹੀਂ ਹੈ। ਇੱਕ ਪਾਵਨ ਪੰਕਤੀ ਹੈ ਬਾਣੀ ਦੀ ਕਿ ਦੁਨੀਆ ਦੀ ਸਭ ਤੋਂ ਵੱਡੀ ਸਿਆਣਪ ਕਿਹੜੀ ਹੈ? ਨਾ ਹੀ ਦੇਖ ਨਾ ਭਾਜੀਐ ਪਰਮ ਸਿਆਣਪ ਇਹ। ਨਾ ਹੀ ਦੇਖ ਦਾ ਮਤਲਬ ਇਹ ਕੰਮ ਔਖਾ ਹੈ, ਔਖਾ ਜ਼ਰੂਰ ਹੈ ਪਰ ਇੰਪੋਸੀਬਲ ਨਹੀਂ ਹੈ। ਇਸ ਔਖੇ ਕੰਮ ਨੂੰ ਇੰਪੋਸੀਬਲ ਕਹਿ ਕੇ ਭੱਜੋ ਨਾ। ਇਹ ਦੁਨੀਆ ਦੀ ਸਭ ਤੋਂ ਵੱਡੀ ਸਿਆਣਪ ਹੈ, ਤੁਸੀਂ ਕਰ ਸਕਦੇ ਹੋ। ਤਰੀਕਾ ਕੋਈ ਚੰਗਾ ਲੱਭੋ, ਰਾਹ ਚੰਗਾ ਲੱਭੋ, ਮੰਜ਼ਿਲ ਨਾ ਛੱਡੋ, ਰਾਸਤਾ ਬਦਲੋ। ਸਭ ਕੁਛ ਹੋਤ ਉਪਾਏ। ਕਿੱਡੀ ਵੱਡੀ ਵਿਲ ਪਾਵਰ, ਕਿੰਨਾ ਮਹਾਨ ਵੱਡਾ ਗਿਆਨ। ਲੇਕਿਨ ਅਸੀਂ ਇਸ ਗਿਆਨ ਤੋਂ ਵਾਂਝੇ ਰਹਿ। ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਕਿ ਅਸੀਂ ਗੁਰਬਾਣੀ ਤੋਂ ਕੁਝ ਸਿੱਖ ਸਕੀਏ, ਔਰ ਇਹ ਗੱਲਾਂ ਕੇਵਲ ਕਹਿਣ ਔਰ ਸੁਣਨ ਤੱਕ ਨਾ ਰਹਿਣ। ਇਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰੀਏ, ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਦੱਸੀਏ ਕਿ ਬੱਚਿਓ ਤੁਸੀਂ ਸਿੱਖੀ ਸਿਦਕ ਨਿਭਾ ਸਕਦੇ ਹੋ, ਤੁਸੀਂ ਗੁਰਮਤਿ ਦੇ ਧਾਰਨੀ ਹੋ ਸਕਦੇ ਹੋ, ਤੁਸੀਂ ਡਾਕਟਰ, ਇੰਜੀਨੀਅਰ, ਵਿਗਿਆਨਿਕ, ਮਨੋਵਿਗਿਆਨਿਕ, ਮਨੋਚਿਕਿਤਸਕ ਬਣ ਸਕਦੇ ਹੋ। ਇਹ ਨੌਜਵਾਨੋ ਤੁਸੀਂ ਵਾਪਸ ਆ ਸਕਦੇ ਹੋ। ਇਹ ਬਜ਼ੁਰਗੋ ਤੁਸੀਂ ਕਿਸੇ ਵੀ ਉਮਰ ਦੇ ਅੰਦਰ ਜ਼ਿੰਦਗੀ ਸ਼ੁਰੂ ਕਰ ਸਕਦੇ ਹੋ। ਕੋਈ ਬੰਦਾ ਬੁੱਢਾ ਨਹੀਂ ਹੁੰਦਾ, ਕੇਵਲ ਇਹਦੇ ਵਿਚਾਰ ਬੁੱਢੇ ਹੁੰਦੇ ਨੇ। ਮਾਨਸਿਕ ਤੌਰ ਤੇ ਤਾਕਤਵਰ ਹੋਣ ਦੀ ਲੋੜ ਹੈ। ਭਾਈ ਮਨੀ ਸਿੰਘ ਜੀ 93 ਸਾਲ ਦੀ ਉਮਰ ਵਿੱਚ ਬੰਦ ਕਥਾਂਦੇ ਨੇ। ਬਾਬਾ ਦੀਪ ਸਿੰਘ ਜੀ ਬਜ਼ੁਰਗ ਅਵਸਥਾ ਦੇ ਵਿੱਚ ਖੰਡਾ ਵਾਰ ਰਹੇ ਨੇ। ਗੁਰੂ ਅਮਰਦਾਸ ਜੀ ਮਹਾਰਾਜ ਬਜ਼ੁਰਗ ਅਵਸਥਾ ਦੇ ਵਿੱਚ ਆ ਕੇ ਸੇਵਾ ਕਰਕੇ ਗੁਰਿਆਈ ਗੱਦੀ ਹਾਸਲ ਕਰ ਰਹੇ ਨੇ। ਇਸ ਲਈ ਉਮਰ ਦਾ ਲਿਹਾਜ਼ ਨਹੀਂ ਹੈ। ਛੋਟੇ ਸਾਹਿਬਜ਼ਾਦੇ 6 ਸਾਲ ਔਰ 8 ਸਾਲ ਦੀਆਂ ਉਮਰਾਂ ਵਿੱਚ ਸ਼ਹੀਦੀ ਪਾ ਰਹੇ ਨੇ। ਸਿੱਖਾ ਤੇਰੇ ਤੇ 6 ਮਹੀਨੇ ਦੇ ਬੱਚਿਆਂ ਨੇ ਸ਼ਹੀਦੀਆਂ ਪਾਈਆਂ। ਇਸ ਲਈ ਸਭ ਕੁਝ ਹੋ ਸਕਦਾ ਹੈ। ਜ਼ਰੂਰਤ ਆਤਮ ਵਿਸ਼ਵਾਸ ਦੀ ਹੈ, ਜ਼ਰੂਰਤ ਗੁਰੂ ਤੇ ਵਿਸ਼ਵਾਸ ਦੀ ਹੈ। ਅਗਲਾ ਸ਼ਲੋਕ ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ। ਸੰਗ ਸਖਾ ਸਭ ਤਜ ਗਏ, ਕੋਉ ਨਾ ਨਿਭਿਓ ਸਾਥ। ਕਿ ਜਦੋਂ ਅੰਤ ਵੇਲਾ ਆਉਂਦਾ, ਸੰਗੀ ਸਾਥੀ ਸਾਰੇ ਛੱਡ ਦਿੰਦੇ ਨੇ, ਕੋਈ ਕਿਸੇ ਦਾ ਸਾਥ ਨਹੀਂ ਨਿਭਾ ਸਕਦਾ। ਔਰ ਹਕੀਕਤ ਹੈ। ਅੱਜ ਤਾਂ ਇਸ ਗੱਲ ਨੂੰ ਸਮਝਣਾ ਬੜਾ ਸੌਖਾ ਹੈ ਨਾ। ਹੁਣ ਕੋਰੋਨਾ ਵਾਇਰਸ, ਜੇ ਜਾਣਾ ਵੀ ਚਾਹੀਏ ਤੇ ਕੋਰੋਨਾ ਵਾਇਰਸ ਵਾਲੇ ਕੋਲ ਡਾਕਟਰ ਨਹੀਂ ਜਾਣ ਦਿੰਦੇ। ਅੰਤਮ ਸੰਸਕਾਰ ਦੇ ਟਾਈਮ ਘਰ ਵਾਲੇ ਨਹੀਂ ਜਾਂਦੇ ਕਿ ਸਾਨੂੰ ਕੋਰੋਨਾ ਨਾ ਹੋ ਜਾਏ।
ਮੈਨੂੰ ਗੱਲ ਆਉਂਦੀ, ਉਹ ਰਾਜਸਥਾਨ ਗੁਆਂਢ ਸਾਡੀ ਇੱਕ ਮਾਤਾ ਸੀ ਤੇ ਉਹਨਾਂ ਦੀ ਗੁੜੀਆ ਹੋ ਗਈ ਬਿਮਾਰ। ਗੁੜੀਆ ਦਾ ਨਾਂ ਸੀ ਬਿੰਦੋ, ਬਿੰਦੋ ਕਹਿੰਦੇ ਸਨ, ਜਸਵਿੰਦਰ ਕੌਰ ਨਾਂ ਸੀ, ਬਿੰਦੋ ਬਿੰਦੋ ਕਹਿੰਦੇ ਸੀ। ਬੁਖਾਰ ਹੋ ਗਿਆ, ਟਾਈਫਾਈਡ ਥੋੜਾ ਲੰਬਾ ਚੱਲਿਆ ਤੇ ਬਿੰਦੋ ਕਿਤੇ ਦੁਪਹਿਰੇ ਵਿਚਾਰੀ ਸੁੱਤੀ ਤੇ ਉਹਨੂੰ ਸੁਪਨਾ ਆਇਆ ਤੇ ਸੁਪਨੇ 'ਚ ਇੱਕਦਮ ਡਰ ਗਈ। ਮਾਤਾ ਕਹਿੰਦੀ ਬਿੰਦੋ ਕੀ ਹੋਇਆ? ਆਂਦੀ ਮਾਤਾ ਮੈਨੂੰ ਤੇ ਜੰਮ ਦਿਸਦੇ ਨੇ, ਮਾਂ ਲੱਗਦਾ ਮੇਰੀ ਹੁਣ ਮੌਤ ਨੇੜੇ ਵੇ ਤੇ ਮੈਂ ਨਹੀਂ ਬਚਣਾ। ਕੁੜੀ ਰੋਣ ਲੱਗ ਗਈ, ਮੈਨੂੰ ਮਾਂ ਜੰਮ ਦਿਸਦੇ ਨੇ। ਮਾਂ ਵਿਚਾਰੀ ਰੋਈ ਤੇ ਨਾਲ ਬਿੰਦੂ ਨੂੰ ਆਪਣੇ ਝੋਲੀ ਵਿੱਚ ਬਿਠਾਇਆ ਤੇ ਕਹਿਣ ਲੱਗੀ ਬਿੰਦੋ ਰੋ ਨਾ, ਤੈਨੂੰ ਕੁਛ ਨਹੀਂ ਹੁੰਦਾ। ਤੇ ਨਾਲੇ ਹੱਥ ਜੋੜ ਕੇ ਨਾ ਆਕਾਸ਼ ਵੱਲ ਕਰਕੇ ਆਂਦੀ ਵੇ ਜਮੋ ਮੇਰੀ ਬਿੰਦੋ ਨੂੰ ਕੁਛ ਨਾ ਆਖਿਆ ਜੇ, ਮੈਨੂੰ ਲੈ ਜਾ ਜੀ। ਹੇ ਮੌਤ ਮੇਰੀ ਬਿੰਦੋ ਨੂੰ ਕੁਛ ਨਾ ਹੋਵੇ, ਇਸ ਬਿੰਦੋ ਦੀ ਥਾਂ ਮੈਂ ਮਰ ਜਾ। ਕੁੜੀਏ ਤੇਰੀ ਆਈ ਮੈਨੂੰ ਆ ਜਾਏ, ਮੈਂ ਮਰ ਜਾ, ਤੈਨੂੰ ਕੁਛ ਨਾ ਹੋਵੇ। ਮਾਪਿਆਂ ਦੇ ਅੰਦਰ ਪਿਆਰ ਹੁੰਦਾ। ਬਿੰਦੋ ਨੂੰ ਦਵਾਈ ਵਗੈਰਾ ਦਿੱਤੀ, ਬਿੰਦੋ ਠੀਕ ਹੋ ਗਈ। ਤੇ ਰਾਤ ਨੂੰ ਸੁੱਤੀ ਮਾਵਾਂ ਧੀਆਂ, ਇੱਕ ਮੰਜੇ ਤੇ ਮਾਂ ਤੇ ਦੂਜੀ ਤੇ ਬੇਟੀ। ਗਰਮੀ ਦੇ ਦਿਨ ਸਨ, ਬਾਹਰ ਸੁੱਤੇ ਵਿਹੜੇ ਵਿੱਚ ਮੱਝ ਦਾ ਖੁੱਲ ਗਿਆ ਕੱਟਾ। ਤੇ ਉਹ ਕੱਟੇ ਖੁੱਲ ਕੇ, ਤੁਹਾਨੂੰ ਪਤਾ ਜ਼ਿਮੀਂਦਾਰ ਬੰਦੇ ਤੁਸੀਂ ਸਾਰੇ, ਤੇ ਉਹ ਕੱਟੇ ਹੀਆਂ ਸਿਰੂ ਚੱਟਣ ਲੱਗ ਦਿੰਦੇ ਹਨ। ਤੋਂ ਮਾਤਾ ਦਾ ਪੈਰ ਸੀ ਖੇਸ ਤੋਂ ਬਾਹਰ ਤੇ ਪੈਰ ਕਿਤੇ ਕੱਟਾ ਚੱਟਣ ਲੱਗ ਗਿਆ ਤੇ ਮਾਤਾ ਦੀ ਖੁੱਲੀ ਅੱਖ। ਤੇ ਉਹਨੇ ਕਹਾਣੀ ਸੁਣੀ ਸੀ ਨਾ, ਜਾਮ ਝੋਟਿਆਂ ਤੇ ਚੜ ਕੇ ਆਉਂਦੇ ਨੇ। ਤੇ ਮਾਤਾ ਦਾ ਪੈਰ ਕੱਟੇ ਨੇ ਚੱਟਿਆ ਤੇ ਮਾਤਾ ਨੇ ਕਾਣੀ ਦੀ ਨਜ਼ਰ ਨਾਲ ਵੇਖਿਆ, ਕੱਟਾ ਦਿਸਿਆ ਤੇ ਮਾਤਾ ਨੇ ਸਮਝਿਆ ਵੀ ਜੰਮ ਆ ਗਏ ਨੇ। ਖਿੱਚ ਕੇ ਖੇਸ ਉੱਤੇ ਲੈ ਲਿਆ ਤੇ ਹੱਥ ਜੋੜ ਕੇ ਆਂਦੀ ਵੇ ਜਮੋ ਇਹ ਤੇ ਮੈਂ ਆ ਬਿੰਦੋ ਦੀ ਮੰਜੀ ਨਾਲ ਵਾਲੀ ਜੀ, ਬਿੰਦੋ ਦੀ ਮੰਜੀ ਦੂਜੇ ਪਾਸੇ, ਤੇ ਮੈਨੂੰ ਨਾ ਕਿਤੇ ਲੈ ਜਾਇਆ ਜੇ। ਕੋਈ ਮਰਦਾ ਕਿਸੇ ਦੇ ਨਾਲ? ਕੋਈ ਨਹੀਂ ਮਰਦਾ। ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ। ਸਾਰੇ ਸਾਥ ਛੱਡ ਜਾਂਦੇ ਨੇ ਨਾ। ਤੇ ਗੱਲ ਯਾਦ ਰੱਖਣਾ, ਕੇਵਲ ਇਹਨਾਂ ਸੰਗੀਆਂ ਸਾਥੀਆਂ ਦੀ ਗੱਲ ਨਹੀਂ ਹੈ। ਸਾਡੀ ਜ਼ਿੰਦਗੀ ਵਿੱਚ ਦੁੱਖ ਕਿਉਂ ਆ ਗਏ? ਸਾਡੇ ਸੰਗੀ ਸਾਥੀ ਸਾਰੇ ਸਾਥ ਛੱਡ ਗਏ। ਕਾਮ ਕ੍ਰੋਧ ਲੋਭ ਮੋਹ ਦੇ ਵਿੱਚ ਅਸੀਂ ਖੱਚਤ ਰਹੇ ਤੇ ਕਾਮ ਕ੍ਰੋਧ ਨੇ ਤੇ ਸਾਨੂੰ ਇਸ ਭੈੜੇ ਪਾਸੇ ਪਾਇਆ ਤੇ ਹੁਣ ਸਾਥ ਛੱਡ ਗਏ ਨਾ। ਦੇਖੋ, ਕਾਮ ਵਾਸਨਾ ਦੇ ਅੰਦਰ ਖਚਤ ਹੋ ਕੇ ਬੰਦਾ ਕਿਸੇ ਪਰ ਇਸਤਰੀ ਦੇ ਨਾਲ ਸੰਬੰਧ ਬਣਾਉਂਦਾ ਹੈ ਜਾਂ ਕੋਈ ਹੋਰ ਗਲਤ ਕਰਮ ਕਰਦਾ ਹੈ। ਜੋ ਵੀ ਹੁਣ ਤੁਸੀਂ ਦੇਖ ਲਓ, ਸੱਚੇ ਸੌਦੇ ਵਾਲੇ ਨੂੰ ਕਿੰਨਾ ਐਸ਼ ਸੀ, 5 ਸਟਾਰ ਹੋਟਲ ਨਾਲੋਂ ਜ਼ਿਆਦੀਆਂ ਸਹੂਲਤਾਂ, ਸੋਨੇ ਦੀਆਂ ਥਾਲੀਆਂ ਬਰਤਨ, ਲੇਕਿਨ ਅੱਜ ਜੇਲ੍ਹ ਵਿੱਚ ਹੈ। ਉਹ ਕਰਮ ਜੋ ਵੀ ਸਨ, ਉਹਨਾਂ ਕਰਮਾਂ ਕਰਕੇ ਜੇਲ੍ਹ ਵਿੱਚ ਉਹ ਕਰਮ ਤੇ ਛੱਡ ਗਏ ਨਾ। ਪੰਜ ਕਿਰਸਾਨ ਨੂੰ ਭਾਗ ਗਏ, ਲੈ ਬਾਂਧਿਓ ਜੀਵ ਦਰਬਾਰੀ, ਕਾਮ ਕ੍ਰੋਧ ਗਿਆ, ਫਸ ਗਿਆ ਬੰਦਾ। ਇਹ ਸਾਰਿਆਂ ਦੀ ਕੰਡੀਸ਼ਨ। ਫਿਰ ਸੰਗੀ ਸਾਥੀ ਸਾਥ ਛੱਡ ਜਾਂਦੇ ਨੇ। ਉਹ ਨਾ, ਕੋਈ ਬੰਦਾ ਸੀ, ਉਹਨੇ ਅੰਬ ਵੇਖੇ ਲੱਗੇ। ਹੁਣ ਅੰਬ ਕਿੰਨੇ ਵੇਖੇ? ਅੱਖਾਂ ਨੇ। ਤੇ ਬੰਦਾ ਅੰਬ ਤੋੜਨ ਵਾਸਤੇ ਤੁਰ ਪਿਆ। ਅੱਖਾਂ ਨੇ ਵੇਖੇ ਪਰ ਅੱਖਾਂ ਉੱਥੇ ਗਈਆਂ ਨਹੀਂ, ਤੁਰ ਕੇ ਗਏ ਪੈਰ। ਤੇ ਪੈਰਾਂ ਨੇ ਅੰਬ ਤੋੜੇ ਨਹੀਂ, ਅੰਬ ਤੋੜੇ ਹੱਥਾਂ ਨੇ। ਵੇਖੇ ਅੱਖਾਂ ਨੇ, ਅੰਬਾਂ ਤੱਕ ਪਹੁੰਚੇ ਪੈਰ, ਤੋੜੇ ਹੱਥਾਂ ਨੇ। ਤੇ ਖਾਧੇ ਕਿੰਨੇ? ਦੰਦਾਂ ਨੇ। ਸਵਾਦ ਕਿੰਨੇ ਚੱਖਿਆ? ਜੀਭ ਨੇ। ਤੇ ਅੰਬ ਕਿੱਥੇ ਚਲਾ ਗਿਆ? ਪੇਟ ਦੇ ਅੰਦਰ। ਜਿਹਨੇ ਵੇਖਿਆ ਉਹਨੇ ਤੋੜਿਆ ਨਹੀਂ, ਜਿਹਨੇ ਤੋੜਿਆ ਉਹਨੇ ਖਾਧਾ ਨਹੀਂ, ਜਿਹਨੇ ਖਾਧਾ ਉਹਨੇ ਰੱਖਿਆ ਨਹੀਂ। ਉਧਰੋਂ ਆ ਗਿਆ ਮਾਲਕ, ਉਹਨੇ ਪਿੱਛੋਂ 2-4 ਡੰਡਾ ਮਾਰੀਆਂ, ਡੰਡੇ ਮਾਰੇ ਲੱਕ ਵਿੱਚ। ਸਦਾ ਕਿਹਨੂੰ ਮਿਲੀ? ਲੱਕ ਨੂੰ। ਤੇ ਫਿਰ ਰੋਇਆ ਕੌਣ? ਅੱਖਾਂ। ਕਹਿਣ ਤੋਂ ਭਾਵ ਕਿ ਸਾਡੇ ਉਹ ਸੰਗੀ ਸਾਥੀ ਜਿਹੜਾ ਲਾਲਚ ਸੀ, ਜਿਹਨੇ ਤੜਵਾਇਆ, ਉਹ ਤੇ ਚਲਾ ਗਿਆ, ਡੰਡੇ ਤੇ ਸਰੀਰ ਨੂੰ ਖਾਣੇ ਪੈਣਾ। ਪਹਿਲੀ ਗੱਲ। ਦੂਜੀ ਗੱਲ, ਜਿੰਨੇ ਵੀ ਸੰਗੀ ਸਾਥੀ ਨੇ, ਅੱਖਾਂ ਦੇ ਨਾਲ ਅਸੀਂ ਪਰਾਇਆ ਰੂਪ ਤੱਕਦੇ ਹਾਂ, ਕੰਨਾਂ ਨਾਲ ਚੁਗਲੀਆਂ ਸੁਣਦੇ ਹਾਂ, ਜ਼ਬਾਨ ਨਾਲ ਮਾੜਾ ਬੋਲਦੇ ਹਾਂ, ਆਖਿਰ ਇਹ ਵੀ ਸਾਡਾ ਸਾਥ ਛੱਡ ਜਾਂਦੇ ਨੇ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ ਕਿ ਸੰਗੀ ਸਾਥੀ ਜਿਹੜੇ ਤੇਰੇ ਕਾਮ ਕ੍ਰੋਧ ਆਦਿਕ ਨੇ, ਇਹ ਤੈਨੂੰ ਦੁੱਖਾਂ ਦੇ ਵਿੱਚ ਪਾ ਦੇਣਗੇ। ਇਹਨਾਂ ਨੇ ਤੇਰਾ ਸਾਥ ਛੱਡ ਜਾਣਾ ਹੈ, ਭਾਵ ਕਿ ਤੈਨੂੰ ਦੁੱਖਾਂ ਤੋਂ ਬਚਾ ਨਹੀਂ ਸਕਣਗੇ ਤੇ ਦੁੱਖਾਂ ਦੇ ਵਿੱਚ ਤੇਰਾ ਕੋਈ ਸਹਾਇਕ ਨਹੀਂ ਹੈ। ਇਸ ਲਈ ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਘੁਨਾਥ, ਮੁਸੀਬਤ ਵੇਲੇ ਰੱਬ ਆਸਰਾ ਦਿੰਦਾ ਹੈ। ਆਤਮਕ ਮੌਤ ਤੋਂ ਬਚਾਉਣ ਵਿੱਚ
ਰੱਬ ਦੇ ਗੁਣ ਸਹਾਇਕ ਹੁੰਦੇ ਨੇ। ਇਸ ਲਈ ਰੱਬ ਨੂੰ ਨਾ ਛੱਡ ਕਦੇ ਵੀ, ਰੱਬੀ ਗੁਣਾਂ ਨੂੰ ਨਾ ਛੱਡ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜੇ ਤੂੰ ਰੱਬ ਨੂੰ ਭੁੱਲ ਜਾਏਗਾ, ਸਾਰੇ ਰੋਗ ਤੈਨੂੰ ਆਣ ਕੇ ਘੇਰ ਲੈਣਗੇ। ਕਾਮ, ਕ੍ਰੋਧ, ਲੋਭ, ਮੋਹ, ਮਾਨਸਿਕ ਰੋਗ ਘੇਰ ਲੈਣਗੇ। ਇਸ ਲਈ ਜੇ ਸੁਖੀ ਔਰ ਸ਼ਾਂਤ ਜ਼ਿੰਦਗੀ ਜੀਣਾ ਚਾਹੁੰਦਾ ਹੈ ਤਾਂ ਰੱਬੀ ਗੁਣਾਂ ਨੂੰ ਨਾ ਛੱਡ। ਤੇਰੇ ਸੰਗੀਆਂ ਸਾਥੀਆਂ ਨੇ ਤੇਰਾ ਸਾਥ ਛੱਡ ਜਾਣਾ। ਸ਼ਰਾਬ ਪੀਣ ਵਾਸਤੇ ਕਿਸੇ ਬੰਦੇ ਨੇ ਸਾਨੂੰ ਲਾ ਦਿੱਤਾ, ਯਾਰ ਦੋਸਤ ਸੀ, ਉਹਨੇ ਪੈਗ ਲਵਾ ਦਿੱਤਾ। ਹੌਲੇ ਹੌਲੇ ਆਦਤ ਪੈ ਗਈ। ਹੁਣ ਮੇਰੀਆਂ ਹੋ ਗਈਆਂ ਕਿਡਨੀਆਂ ਫੇਲ, ਮੇਰਾ ਹੋ ਗਿਆ ਲੀਵਰ ਖਰਾਬ। ਸੰਗੀ ਤੇ ਛੱਡ ਗਿਆ ਨਾ, ਲੀਵਰ ਤੇ ਮੇਰਾ ਖਰਾਬ ਹੋਣਾ। ਫੀਮ ਦੇ ਉੱਤੇ ਲਾ ਦਿੱਤਾ ਕਿਸੇ ਨੇ, ਤੇ ਲਾਉਣ ਵਾਲਾ ਤੇ ਸਾਥ ਛੱਡ ਗਿਆ। ਫੀਮ ਤੇ ਮੈਨੂੰ ਲੱਗ ਗਈ, ਪ੍ਰੋਪਰਟੀ ਤੇ ਮੇਰੀ ਬਰਬਾਦ ਹੋ ਗਈ। ਘਰ ਦੇ ਅੰਦਰ ਕੋਈ ਚੁਗਲੀ ਕਰਕੇ ਮੇਰੇ ਘਰਦਿਆਂ ਦੇ ਖਿਲਾਫ ਮੈਨੂੰ ਭੜਕਾ ਕੇ ਚਲਾ ਗਿਆ। ਮੈਂ ਘਰਦਿਆਂ ਦੇ ਨਾਲ ਲੜ ਪਿਆ, ਮੇਰੀ ਹੋ ਗਈ ਤਲਾਕ। ਉਹ ਤੇ ਛੱਡ ਗਿਆ ਨਾ, ਸਿਆਪਾ ਤੇ ਮੇਰੇ ਗੱਲ ਪਿਆ। ਇਸ ਲਈ ਮੈਨੂੰ ਸੋਚਣਾ ਚਾਹੀਦਾ ਕਿ ਮੈਂ ਕੀ ਕਰਨਾ। ਇਸ ਲਈ ਸੰਗੀ ਸਾਥੀ ਛੱਡ ਜਾਂਦੇ ਨੇ। ਮੁਸੀਬਤ ਔਰ ਦੁੱਖ ਤੈਨੂੰ ਆਪ ਝੱਲਣੇ ਪੈਣੇ ਨੇ। ਇਸ ਲਈ ਤੂੰ ਮੁਸੀਬਤਾਂ ਦੇ ਵਿੱਚ ਪੈ ਹੀ ਨਾ, ਗਲਤ ਕਰਮ ਹੀ ਨਾ ਕਰ। ਟੇਕ ਏਕ ਰਘੁਨਾਥ, ਇੱਕ ਰੱਬ ਤੇਰਾ ਸਹਾਇਕ ਹੈ, ਉਹਦਾ ਆਸਰਾ ਲੈ, ਉਹਦੇ ਗੁਣਾ ਮੁਤਾਬਕ ਜ਼ਿੰਦਗੀ ਜੀ, ਫਿਰ ਤੇਰੇ ਜੀਵਨ ਦੇ ਅੰਦਰ ਕੋਈ ਮੁਸੀਬਤ ਨਹੀਂ ਆਏਗੀ। ਤਾਂ ਆਪਾਂ ਅਗਲਾ ਇੱਕ ਸ਼ਲੋਕ ਹੋਰ ਕਰ ਲੈਂਦੇ ਹਾਂ। ਗੁਰਦੇਵ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਨਾਮ ਬੰਦੇ ਦੇ ਕੋਲ ਰਹਿੰਦਾ ਹੈ। ਸਾਧੂ ਰਹਿਓ ਦਾ ਮਤਲਬ ਗੁਰੂ ਬਾਣੀ ਦੇ ਰੂਪ ਵਿੱਚ ਉਹਦੇ ਨਾਲ ਰਹਿੰਦਾ ਹੈ। ਰਹਿਓ ਗੁਰੂ ਗੋਬਿੰਦ, ਅਕਾਲ ਪੁਰਖ ਬੰਦੇ ਦੇ ਨਾਲ। ਦੇਖੋ, ਨਾਮ ਜਿਹੜਾ ਹੈ, ਰੱਬ ਦੇ ਗੁਣ ਜਿਹੜੇ ਨੇ ਉਹ ਸਾਡੇ ਨਾਲ ਰਹਿਣੇ ਨੇ। ਗੁਰੂ ਸਾਡੇ ਨਾਲ ਹੈ ਉਪਦੇਸ਼ ਦੇ ਰੂਪ ਵਿੱਚ। ਉਪਦੇਸ਼ ਦੇ ਰੂਪ ਵਿੱਚ ਗੁਰੂ ਸਾਡੇ ਨਾਲ ਹੈ, ਰੱਬ ਹਮੇਸ਼ਾ ਨਾਲ ਹੈ। ਇਹ ਚੀਜ਼ਾਂ ਹਮੇਸ਼ਾ ਨਾਲ ਰਹਿੰਦੀਆਂ ਨੇ, ਇਹ ਸਾਡਾ ਸਾਥ ਨਿਭਾ ਸਕਦੀਆਂ ਨੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਮੇਰੇ ਅੰਗ ਸੰਗ ਹੈ। ਇਹ ਚੀਜ਼ ਸਮਝ ਲਿਓ। ਅੰਗ ਸੰਗ ਕਿਵੇਂ ਹੈ? ਬਣਾਣਾ ਅਸੀਂ ਆਪ ਹੈ ਅੰਗ ਸੰਗ। ਅੰਗ ਮੇਰੇ ਸਰੀਰ ਦੇ ਪਾਰਟ ਨੇ, ਬੋਡੀ ਦੇ ਪਾਰਟ। ਅੰਗ ਮੇਰੀ ਹੈ ਅੱਖ, ਤੇ ਜੇ ਮੈਂ ਇਸ ਅੱਖ ਦੇ ਨਾਲ ਗੁਰੂ ਨੂੰ ਰੱਖਾਂ, ਕਿ ਮੇਰੀ ਅੱਖ ਦੇ ਨਾਲ ਗੁਰੂ ਹੈ, ਮੇਰੀ ਅੱਖ ਵਿੱਚ ਗੁਰੂ ਵੇਖ ਰਿਹਾ ਹੈ, ਤਾਂ ਗੁਰੂ ਵਾਲਾ ਨਜ਼ਰੀਆ ਬਣੇਗਾ ਨਾ। ਗੁਰੂ ਕਿਸੇ ਔਰਤ ਵੱਲ ਕਿਵੇਂ ਵੇਖੇਗਾ? ਆਪਣੀ ਬੇਟੀ ਦੀ ਤਰ੍ਹਾਂ ਨਾ। ਗੁਰੂ ਮੇਰੀ ਜ਼ਬਾਨ ਦੇ ਨਾਲ ਹੈ, ਗੁਰੂ ਦੀ ਬਾਣੀ, ਤਾਂ ਮੇਰੀ ਜ਼ਬਾਨ ਵਿੱਚ ਮਿਠਾਸ ਹੋਏਗੀ। ਗੁਰੂ ਮੇਰੇ ਕੰਨਾਂ ਦੇ ਨਾਲ ਹੈ, ਤਾਂ ਫਿਰ ਝੂਠ ਬੋਲੇ, ਕੌਆ ਕਾਟੇ ਮੈਂ ਨਹੀਂ ਸੁਣਾਂਗਾ। ਮੈਂ ਸੱਚ ਸੁਣਾਂਗਾ, ਝੂਠ ਨਹੀਂ, ਵਿਕਾਰ ਨਹੀਂ। ਗੁਰੂ ਮੇਰੇ ਹੱਥਾਂ ਦੇ ਨਾਲ ਹੈ, ਤੇ ਹੱਥ ਬੇਗਾਨਾ ਹੱਕ ਨਹੀਂ ਨਾ ਖਾਣਗੇ। ਇਸ ਲਈ ਸ਼ੁਭ ਗੁਣ ਤੇਰੇ ਨਾਲ ਰਹਿ ਸਕਦੇ ਨੇ। ਗੁਰੂ ਸਿਧਾਂਤ ਰੂਪ ਵਿੱਚ ਤੇਰੇ ਨਾਲ ਰਹਿ ਸਕਦਾ ਹੈ। ਰੱਬ ਤੇਰੇ ਹਮੇਸ਼ਾ ਨਾਲ ਹੈ। ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। हे ਭਾਈ, ਇਸ ਦੁਨੀਆ ਵਿੱਚ ਕਿਸੇ ਕਿਸੇ ਮਨੁੱਖ ਨੇ ਇਹ ਗੁਰੂ ਦਾ ਉਪਦੇਸ਼ ਸਦਾ ਹਿਰਦੇ ਦੇ ਵਿੱਚ ਵਸਾਇਆ ਹੈ। ਗੁਰਮੰਤ, ਮੰਤ ਦਾ ਮਤਲਬ ਹੁੰਦਾ ਹੈ ਉਪਦੇਸ਼। ਗੁਰ ਦੇ ਰਾਰੇ ਥੱਲੇ ਔਂਕੜ ਨਹੀਂ ਹੈ। ਜੇ ਗੁਰ ਦੇ ਰਾਰੇ ਥੱਲੇ ਔਂਕੜ ਹੁੰਦਾ ਨਾ, ਫਿਰ ਇਹ ਅਲੱਗ-ਅਲੱਗ ਦੋਵੇਂ ਸ਼ਬਦ ਹੋਣੇ ਸਨ। ਹੁਣ ਗੁਰਮੰਤ ਦਾ ਮਤਲਬ ਗੁਰੂ ਦਾ ਮੰਤ। ਹੁਣ ਦਾਸ ਸੰਬੰਧ ਕੀ ਸ਼ਬਦ ਆਉਣ ਕਰਕੇ ਗੁਰ ਦੇ ਰਾਰੇ ਦਾ ਔਂਕੜ ਹਟਾ ਦਿੱਤਾ ਗਿਆ ਹੈ। ਕਿਨ ਦਾ ਮਤਲਬ ਕਿਸੇ ਕਿਸੇ ਨੇ ਜਪਿਓ ਗੁਰਮੰਤ ਦਾ ਮਤਲਬ, ਜਪਨ ਦਾ ਮਤਲਬ ਹੁੰਦਾ ਹੈ ਜਾਣਨਾ, ਅਪਣਾਣਾ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਇਸ ਜਗਤ ਦੇ ਅੰਦਰ ਕਿਸੇ ਕਿਸੇ ਵਿਰਲੇ ਨੇ ਗੁਰੂ ਦੇ ਉਪਦੇਸ਼ ਨੂੰ ਅਪਣਾਇਆ ਹੈ, ਤੇ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਅਪਣਾਇਆ, ਗੁਰੂ ਉਹਨਾਂ ਦੇ ਨਾਲ ਹੈ, ਗੁਣ ਉਹਨਾਂ ਦੇ ਨਾਲ ਨੇ, ਰੱਬ ਉਹਨਾਂ ਦੇ ਨਾਲ ਹੈ। ਫਿਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਕੋਈ ਦੁੱਖ ਨਹੀਂ ਆਉਂਦਾ, ਵਿਕਾਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਨਹੀਂ ਆਉਂਦੇ। ਇੱਥੇ ਅੱਜ ਅਸੀਂ ਸਮਾਪਤੀ ਕਰਦੇ ਹਾਂ। ਜੋ ਅੱਜ ਅਸੀਂ ਵਿਚਾਰ ਕੀਤੀ ਹੈ, ਇਹਦੇ ਬਾਰੇ ਜੇ ਕਿਸੇ ਵੀਰ ਭੈਣ ਨੇ ਵਿਚਾਰ ਕਰਨੀ ਹੋਈ ਤਾਂ ਉਹ ਵਿਚਾਰ ਕਰ ਸਕਦੇ ਹੋ। ਔਰ ਅਗਲੇ ਹਫਤੇ ਜਾਂ ਕੱਲ ਨੂੰ ਜੇ ਕਲਾਸ ਲਾਣੀ ਹੈ ਜਾਂ ਨਹੀਂ, ਜਿਵੇਂ ਵੀ ਲਾਣਾ ਹੋਇਆ ਮੈਨੂੰ ਵੀਰ ਜੀ ਦੱਸ ਦੇਣਗੇ। ਔਰ ਹਾਂਜੀ, ਇੱਕ ਸ਼ਬਦ ਹੋਰ ਰਹਿੰਦਾ ਜੀ, ਜੇ ਤੁਸੀਂ ਉਹ ਵੀ ਕਰਦੇ ਹੋ ਨਾਲ ਤਾਂ ਫਿਰ ਕੰਪਲੀਟ ਹੋ ਜਾਊਗਾ। ਹਾਂਜੀ, ਅੱਛਾ, ਇੱਕ ਸ਼ਬਦ ਕੋਈ ਨਾ ਮੈਂ ਕਰ ਦਿੰਦਾ। ਥੈਂਕ ਯੂ ਜੀ। ਓਕੇ। ਹਾਂਜੀ, ਰਾਮ ਨਾਮ ਉਰਮੈ ਗਹਿਓ ਜਾ ਕੇ ਸਮ ਨਹੀਂ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ। ਰਾਮ ਨਾਮ ਉਰਮੈ ਗਹਿਓ, ਉਰ ਦਾ ਮਤਲਬ ਹੈਗਾ ਹਿਰਦਾ। ਦੇਖੋ, ਹਿਰਦਾ, ਦਿਲ ਤਾਂ ਇੱਕ ਪੰਪ ਹੈ ਜੋ ਸਾਡੇ
ਇੱਕ ਮਾਸਪੇਸ਼ੀ ਹੈ ਜੋ ਪੰਪ ਕਰਦੀ ਹੈ ਸਾਡੇ ਖੂਨ ਨੂੰ। ਇੱਥੇ ਹਿਰਦੇ ਦਾ ਮਤਲਬ ਮੈਂਟੈਲਿਟੀ, ਸੋਚ। ਰਾਮ ਨਾਮ ਉਰਮੈ ਕਹਿਓ, ਰਾਮ ਨਾਮ ਨੂੰ ਜਿਹਨੇ ਆਪਣੇ ਹਿਰਦੇ ਵਿੱਚ ਵਸਾਇਆ ਹੈ, ਜਾ ਕੇ ਸਮ ਨਹੀਂ ਕੋਈ, ਇਹਦੇ ਬਰਾਬਰ ਦਾ ਕੋਈ ਨਹੀਂ ਹੈ। ਰੱਬ ਦੇ ਨਾਮ ਜਿਹੜੇ ਰੱਬ ਦੇ ਗੁਣ ਨੇ ਨਾ, ਉਹਨਾਂ ਗੁਣਾਂ ਦੇ ਬਰਾਬਰ ਦਾ ਇਸ ਦੁਨੀਆ ਵਿੱਚ ਹੋਰ ਕੋਈ ਕਰਮ ਕਾਂਡ ਨਹੀਂ, ਕੋਈ ਮੰਤਰ, ਕੋਈ ਜੰਤਰ, ਕੋਈ ਜੋਤਿਸ਼, ਕੋਈ ਪੀਰ, ਕੋਈ ਬਾਬਾ, ਕੋਈ ਵਰਤ, ਕੋਈ ਨਰਾਤਾ, ਕੋਈ ਸਰਾਧ, ਕੋਈ ਕਰਮ ਕਾਂਡ, ਕੋਈ ਸਮਾਧੀ, ਕੋਈ ਭੇਖ, ਕੋਈ ਪੂਜਾ ਉਹਦੇ ਬਰਾਬਰ ਦੀ ਨਹੀਂ। ਤਾਂ ਉਸ ਰੱਬ ਦੇ ਨਾਮ ਨੂੰ, ਨਾਮ ਦਾ ਮਤਲਬ ਰੱਬ ਦੇ ਗੁਣਾਂ ਨੂੰ ਆਪਣੀ ਮੈਂਟੈਲਿਟੀ ਵਿੱਚ ਵਸਾਣਾ ਹੈ। ਸਿਰਫ ਜ਼ਬਾਨ ਨਾਲ ਨਹੀਂ ਕਿ ਜਿਵੇਂ ਜ਼ਬਾਨ ਨਾਲ ਮੈਂ ਗੱਲਾਂ ਕਰੀ ਜਾਣਾ, ਗੱਲਾਂ ਕਰਨੀਆਂ ਤਾਂ ਸੌਖੀਆਂ ਨੇ, ਤੁਸੀਂ ਕਰ ਲਓ, ਮੈਂ ਕਰ ਲਵਾਂ। ਮੈਂਟੈਲਿਟੀ, ਮਾਨਸਿਕਤਾ, ਸੋਚ ਦੇ ਅੰਦਰ ਵਸਾਣਾ ਹੈ, ਔਰ ਉਹਨਾਂ ਗੁਣਾਂ ਦੇ ਬਰਾਬਰ ਕੋਈ ਨਹੀਂ। ਤੇ ਯਾਦ ਰੱਖਣਾ, ਜਿਸ ਨੇ ਰੱਬੀ ਗੁਣਾਂ ਨੂੰ ਆਪਣੀ ਸੋਚ ਦੇ ਅੰਦਰ ਵਸਾ ਲਿਆ, ਉਸ ਬੰਦੇ ਵਰਗਾ ਵੀ ਇਸ ਦੁਨੀਆ ਵਿੱਚ ਹੋਰ ਕੋਈ ਨਹੀਂ, ਉਹ ਮਹਾਨ ਹੈ। ਕਿਉਂ ਵਸਾਣਾ ਹੈ ਰੱਬੀ ਗੁਣਾਂ ਨੂੰ? ਉਹਨਾਂ ਦੇ ਬਰਾਬਰ ਦਾ ਕਿਉਂ ਨਹੀਂ ਕੋਈ ਹੋਰ? ਜੇ ਸਿਮਰਤ ਸੰਕਟ ਮਿਟੈ, ਦਰਸ ਤੁਹਾਰੋ ਹੋਏ। ਕਿਉਂਕਿ ਉਹਨਾਂ ਗੁਣਾਂ ਨੂੰ ਮਨ ਦੇ ਵਿੱਚ ਵਸਾਇਆ, ਇੱਕ ਤਾਂ ਦੁੱਖ ਕਲੇਸ਼ ਮਿਟ ਜਾਂਦੇ ਨੇ, ਤੇ ਦੂਜਾ ਦਰਸ਼ ਤੁਹਾਰੋ ਹੋਏ, ਤੇਰਾ ਦਰਸ਼ਨ ਵੀ ਹੋ ਜਾਂਦਾ। ਹੁਣ ਰੱਬ ਦਾ ਦਰਸ਼ਨ ਕੋਈ ਇੱਥੇ ਨਹੀਂ ਹੋਣਾ, ਰੱਬ ਦਾ ਦਰਸ਼ਨ ਤੁਹਾਨੂੰ ਪ੍ਰਤੱਖ ਮਨੁੱਖਾਂ ਦੇ ਵਿੱਚ ਹੀ ਦਿਸ ਜਾਣਾ। ਅੱਜ ਮੈਨੂੰ ਤੁਸੀਂ ਬੇਗਾਨੇ ਦਿਸ ਰਹੇ ਹੋ, ਤੁਹਾਨੂੰ ਮੈਂ ਬੇਗਾਨਾ ਦਿਸ ਰਿਹਾ, ਪਰ ਜਦੋਂ ਰੱਬੀ ਗੁਣ ਮੇਰੀ ਮੈਂਟੈਲਿਟੀ ਵਿੱਚ ਵਸ ਗਏ ਨਾ, ਰੱਬ ਦਾ ਇਹ ਗੁਣ, ਰੱਬ ਦਾ ਸਿਸਟਮ, ਗੁਰੂ ਦਾ ਗਿਆਨ ਜਦੋਂ ਮੇਰੇ ਹਿਰਦੇ ਵਿੱਚ ਵਸ ਗਿਆ, ਫਿਰ ਮੈਨੂੰ ਸਮਝ ਪੈ ਜਾਣੀ ਹੈ ਨਾ ਕੋ ਬੈਰੀ ਨਹੀਂ ਬੇਗਾਨਾ। ਫਿਰ ਮੈਨੂੰ ਸਮਝ ਪੈ ਜਾਣੀ ਹੈ ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕਿਓ ਮੇਰੇ ਰਾਜਨ। ਫਿਰ ਮੈਨੂੰ ਸਮਝ ਪੈ ਜਾਣੀ ਹੈ ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਫਿਰ ਮੈਨੂੰ ਸਮਝ ਪੈ ਜਾਣੀ ਹੈ ਜੋ ਦਿਸੈ ਸੋ ਤੇਰਾ ਰੂਪ, ਕਿ ਜੋ ਕੁਛ ਦਿਸ ਰਿਹਾ ਪ੍ਰਭੂ ਤੇਰਾ ਹੀ ਰੂਪ ਹੈ। ਫਿਰ ਜਦੋਂ ਕੋਈ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਨਾ, ਫਿਰ ਬੰਦਾ ਬੰਦੇ ਨੂੰ ਰੱਬ ਦੇ ਰੂਪ ਵਿੱਚ ਵੇਖਦਾ। ਤੇ ਜਦੋਂ ਪਿਆਰਿਓ ਅਸੀਂ ਇੱਕ ਦੂਜੇ ਨੂੰ ਰੱਬ ਦੇ ਰੂਪ ਵਿੱਚ ਵੇਖਾਂਗੇ, ਇਹ ਜ਼ਿੰਦਗੀ ਕਿੰਨੀ ਸੁਹਾਵਣੀ ਹੋ ਜਾਏਗੀ, ਸਾਡੇ ਪਰਿਵਾਰ ਕਿੰਨੇ ਸੁਹਾਵਣੇ ਹੋ ਜਾਣਗੇ, ਅਸੀਂ ਕਿੰਨੇ ਮਹਾਨ ਹੋ ਜਾਵਾਂਗੇ, ਸਾਡਾ ਇਹ ਸੰਸਾਰ ਸਵਰਗ ਹੋ ਜਾਏਗਾ, ਬੇਗਮਪੁਰਾ ਹੋ ਜਾਏਗਾ। ਇਹੀ ਗੁਰੂ ਜੀ ਦਾ ਸੁਪਨਾ ਹੈ। ਗੁਰੂ ਜੀ ਰਹਿਮਤ ਕਰਨ, ਅਸੀਂ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸਲੋਕਾਂ ਤੋਂ ਸਿੱਖਿਆ ਲੈ ਕੇ, ਇਹਨਾਂ ਸਿੱਖਿਆਵਾਂ ਨੂੰ ਜ਼ਿੰਦਗੀ ਦੇ ਵਿੱਚ ਅਮਲੀ ਰੂਪ ਦੇ ਕੇ ਗੁਰੂ ਜੀ ਦੀ ਪਾਵਨ ਬਾਣੀ ਤੋਂ ਲਾਹਾ ਲੈ ਸਕੀਏ। ਮੇਰੇ ਤੋਂ ਬੋਲਦਿਆਂ ਕਈ ਭੁੱਲਾਂ ਹੋਈਆਂ ਹੋਣਗੀਆਂ, ਮੈਂ ਉਹਨਾਂ ਦਾ ਖਿਮਾ ਦਾ ਜਾਚਕ ਹਾਂ। ਅੱਗੋਂ ਕਿਸ ਬਾਣੀ ਦਾ ਵਿਚਾਰ ਕਰਨੀ ਹੈ ਔਰ ਅਗਲਾ ਕੀ ਪ੍ਰੋਗਰਾਮ ਹੈ, ਉਹ ਭਾਈ ਸਾਹਿਬ ਜੀ ਦੱਸ ਦੇਣਗੇ। ਬਾਕੀ ਜੇ ਕਿਸੇ ਵਿਸ਼ੇਸ਼ ਟੌਪਿਕ ਤੇ ਗੱਲਬਾਤ ਕਰਨੀ ਹੋਵੇ, ਜਿਵੇਂ ਪਰਿਵਾਰਕ ਰਿਸ਼ਤਿਆਂ ਦੀ ਮਹਾਨਤਾ ਹੈ, ਜਾਂ ਅਸੀਂ ਬੱਚਿਆਂ ਦੀ ਪਾਲਣਾ ਕਿਵੇਂ ਕਰੀਏ ਜੋ ਸਾਡੇ ਬੱਚੇ ਸਾਡੇ ਤੋਂ ਦੂਰ ਨਾ ਜਾਣ, ਜਾਂ ਆਨੰਦਮਈ ਜੀਵਨ ਅਸੀਂ ਕਿਵੇਂ ਜ਼ਿੰਦਗੀ ਜੀਵੇ ਕਿ ਸਾਡਾ ਜੀਵਨ ਸਵਰਗ ਬਣ ਜਾਏ, ਜੇ ਇਹਨਾਂ ਟੌਪਿਕਾਂ ਤੇ ਗੱਲ ਕਰਨੀ ਹੋਈ ਤਾਂ ਵਿੱਚ ਵਿਚਾਲੇ ਅਸੀਂ ਇਹਨਾਂ ਟੌਪਿਕਾਂ ਤੇ ਗੱਲ ਵੀ ਕਰ ਲਵਾਂਗੇ। ਜੇ ਕਿਸੇ ਬਾਣੀ ਦੀ ਵਿਚਾਰ ਕਰਨੀ ਹੋਈ ਤਾਂ ਬਾਣੀ ਦੀ ਵਿਚਾਰ ਕਰ ਲਵਾਂਗੇ। ਜਿਵੇਂ ਤੁਸੀਂ ਸਾਰੇ ਵੀਰ ਭੈਣਾਂ ਸਲਾਹ ਕਰੋਗੇ, ਭਾਈ ਸਾਹਿਬ ਜੀ ਜਿਹੜੇ ਨੇ ਦੱਸ ਦੇਣਗੇ, ਤੇ ਉਸ ਤਰੀਕੇ ਨਾਲ ਅਗਲਾ ਪ੍ਰੋਗਰਾਮ ਉਲੀਕ ਜਾਏਗਾ। ਮੇਰੇ ਤੋਂ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ, ਖਿਮਾ ਦਾ ਜਾਚਕ ਹਾਂ। ਜੇ ਕੋਈ ਆਪਣੇ ਵਿਊਜ਼ ਦੇਣਾ ਚਾਹੁੰਦਾ ਹੈ ਅੱਜ ਦੀ ਵਿਚਾਰ ਬਾਰੇ, ਤਾਂ ਆਪਣੇ ਵਿਊਜ਼ ਦੇ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਅੱਜ ਬਾਰੇ ਸਵਾਲ ਪੁੱਛਣਾ ਤਾਂ ਕੋਈ ਸਵਾਲ ਪੁੱਛ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਗਿਆਨੀ ਜੀ। ਆਪ ਜੀ ਨੇ ਨੌਵੇਂ ਪਾਤਸ਼ਾਹ ਦੇ ਲੋਕਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕੀਤੀ, ਹਮੇਸ਼ਾ ਦੀ ਤਰ੍ਹਾਂ, ਤੇ ਵਿੱਚ ਨਾਲ ਨਾਲ ਐਗਜ਼ਾਮਪਲਾਂ ਦੇ ਕੇ ਵੀ, ਜਿੱਦਾਂ ਸ਼ਾਰਟ ਸਗਲ ਜੰਜਾਲ ਵਾਲੀ ਜਿਹੜੀ ਸੀ, ਉਹਦੇ ਨਾਲ ਜਿੱਦਾਂ ਆਪ ਜੀ ਨੇ ਇੱਕ ਖੋਤੇ ਵਾਲੀ ਜਿਹੜੀ ਕਹਾਣੀ ਸੁਣਾ ਕੇ ਕਿੱਦਾਂ ਅੰਧ ਵਿਸ਼ਵਾਸ ਦੇ ਵਿੱਚ ਅਸੀਂ ਫਸ ਜਾਈਦਾ, ਤੇ ਔਰ ਹੋਰ ਵੀ ਬਾਕੀ ਜਿਹੜੀਆਂ ਐਗਜ਼ਾਮਪਲਾਂ ਦਿੱਤੀਆਂ ਬਹੁਤ ਵਧੀਆ ਤਰੀਕੇ ਨਾਲ ਹੋਈਆਂ ਜੀ। ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ। ਜਿੱਦਾਂ ਆਪ ਜੀ ਨੇ ਹੁਣ ਬੇਨਤੀ ਕੀਤੀ ਹੈ ਕਿ ਸਾਰੀਆਂ ਸੰਗਤਾਂ ਨੂੰ ਇਹ ਇਸ ਵੇਲੇ ਅਸੀਂ ਬੇਨਤੀ ਕਰਦੇ ਹਾਂ ਕਿ ਅੱਜ ਦੀ ਕਥਾ ਬਾਰੇ ਜਾਂ ਸਾਰੇ ਸਰੋਖਾਂ ਦੇ ਵਿੱਚੋਂ ਜੋ ਆਪ ਜੀ ਨੇ ਸੁਣੇ ਹਨ, ਉਹਦੇ ਵਿੱਚੋਂ ਕੋਈ ਵੀ ਸਵਾਲ ਕਰਨਾ ਹੋਵੇ ਤਾਂ ਆਪ ਅਨਮਿਊਟ ਹੋ ਜਾਓ, ਤਾਂ ਕਿ ਅਸੀਂ ਗਿਆਨੀ ਜੀ ਦੇ ਨਾਲ ਉਹਦੇ ਬਾਰੇ ਕੋਈ ਮਸ਼ਵਰਾ ਕਰ ਸਕੀਏ, ਕੋਈ ਐਕਸਚੇਂਜ ਕਰ ਸਕੀਏ ਵਿਊ, ਤੇ ਬਾਅਦ ਦੇ ਵਿੱਚ ਆਪਾਂ ਅਗਲੇ ਪ੍ਰੋਗਰਾਮ ਜਿਹੜੇ ਹੋਣਗੇ ਉਹਨਾਂ ਬਾਰੇ ਵੀ ਗੱਲ ਕਰਾਂਗੇ, ਤੇ ਹੋਰ ਵੀ ਜੇ ਕੋਈ ਅਸੀਂ ਕੋਈ ਇਨਫੋਰਮੇਸ਼ਨ ਦੇਣੀ ਹੋਊਗੀ ਉਹਦੇ ਬਾਰੇ ਵੀ ਗੱਲ ਕਰਾਂਗੇ।
ਹਾਂਜੀ, ਅਜੇ ਅਨਮਿਊਟ ਤਾਂ ਇਸ ਲਈ ਨਹੀਂ ਕੋਈ ਹੋਇਆ, ਤਾਂ ਮੈਂ ਸਭ ਤੋਂ ਪਹਿਲਾਂ ਸਤਨਾਮ ਸਿੰਘ ਜੀ ਨੂੰ ਬੇਨਤੀ ਕਰਦਾ। ਮੈਂ ਕਰ ਦਿੰਦਾ ਅਨਮਿਊਟ। ਹਾਂਜੀ, ਤੁਸੀਂ ਅਨਮਿਊਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਗਿਆਨੀ ਜੀ ਜੀ, ਕੀ ਫਤਿਹ। ਬਹੁਤ ਹੀ ਸ਼ਲਾਘਾਯੋਗ ਆਪਨੇ ਨਵੇਂ ਪਾਤਸ਼ਾਹ ਦੇ ਸ਼ਲੋਕਾਂ ਦੀ ਕਥਾ ਕੀਤੀ ਹੈ। ਬਹੁਤ ਹੀ ਧੰਨਵਾਦ ਹੈ। ਮੇਰਾ ਇੱਕ ਥੋੜਾ ਜਿਹਾ ਇਹ ਹੈਗਾ, ਜਿੱਦਾਂ ਆਪਾਂ ਕੱਲ ਅਰਦਾਸ 'ਚ ਵੀ ਗੱਲ ਕੀਤੀ ਸੀ, ਅਰਦਾਸ ਬਾਰੇ ਗੱਲ ਕੀਤੀ ਸੀ। ਇੱਕ ਅਰਦਾਸ ਦੇ ਵਿੱਚ ਜਿੱਦਾਂ ਆਪਣੇ ਕਹਿੰਦੇ ਆ, ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿੱਤ ਆਵਣ ਕਾ ਸਦਕਾ ਸਬਰ ਸੁਖ ਹੋਵੇ। ਇਹ 3 ਵਾਰੀ ਵਾਹਿਗੁਰੂ ਵਾਹਿਗੁਰੂ ਆਉਂਦਾ, ਕੀ ਇਹਦਾ ਕੀ ਮਹੱਤਤਾ ਜੀ, ਕਿੱਦਾਂ ਕੀ ਇਹਦੀ ਹੈਗੀ ਕੁਛ? ਇਹਦਾ ਭਾਵ ਹੈਗਾ ਜੀ, ਮਨ ਬਚਨ ਔਰ ਕਰਮ ਕਰਕੇ ਅਸੀਂ ਗੁਰੂ ਨੂੰ ਯਾਦ ਰੱਖਣਾ ਹੈ। ਵਾਹਿਗੁਰੂ ਦਾ ਮਤਲਬ ਹੈਗਾ ਕਿ ਗੁਰੂ ਜਿਹੜਾ ਅਸ਼ਚਰਜ ਸਰੂਪ ਹੈ। ਗੁਰੂ ਦਾ ਮਤਲਬ ਜੋ ਸਾਡੇ ਅਗਿਆਨ ਨੂੰ ਕੱਟਦਾ ਹੈ। ਵਾਹ ਦਾ ਮਤਲਬ ਅਸ਼ਚਰਜ, ਕਿ ਇਹ ਗੁਰੂ ਤੂੰ ਅਸ਼ਚਰਜ ਹੈ। ਤੇ ਮਨ ਕਰਕੇ, ਬਚਨਾ ਕਰਕੇ ਔਰ ਕਰਮਾਂ ਕਰਕੇ ਅਸੀਂ ਗੁਰੂ ਦੀ ਸ਼ਰਨ ਵਿੱਚ ਜਾਣਾ ਹੈ। ਯਾਨੀ ਸਾਡੀ ਮੈਂਟੈਲਿਟੀ ਵੀ ਗੁਰਬਾਣੀ ਮੁਤਾਬਕ ਹੋਵੇ, ਗੁਰੂ ਦੇ ਉਪਦੇਸ਼ ਮੁਤਾਬਕ। ਸਾਡੀ ਬੋਲ ਬਾਣੀ ਵੀ ਗੁਰੂ ਦੇ ਉਪਦੇਸ਼ ਮੁਤਾਬਕ ਹੋਏ, ਔਰ ਸਾਡਾ ਬਿਹੇਵੀਅਰ ਵੀ ਗੁਰੂ ਦੇ ਉਪਦੇਸ਼ ਮੁਤਾਬਕ ਹੋਏ। ਇਸ ਕਰਕੇ 3 ਵਾਰੀ ਵਰਤਿਆ ਕਿ ਅਸੀਂ ਮਨ ਬਚਨ ਔਰ ਕਰਮ ਕਰਕੇ ਗੁਰੂ ਦੀ ਮੱਤ ਦੇ ਧਾਰਨੀ ਬਣ। ਇੱਕ ਹੋਰ ਹੈ ਜੀ, ਥੋੜਾ ਜਿਹਾ ਆਪਣੇ ਜਿੱਦਾਂ ਉਹਦੇ ਵਿੱਚ ਫਿਰ ਆਪਣਾ ਕਰਦੇ ਆ, ਰਾਜ ਕਰੇਗਾ ਖਾਲਸਾ। ਹਾਂਜੀ, ਅਸਲ ਦੇ ਵਿੱਚ ਉਹ ਗੁਰਬਾਣੀ ਨਹੀਂ ਹੈ ਜੀ, ਉਹ ਆਪਣੇ ਪੰਥ ਪ੍ਰਕਾਸ਼ ਦੇ ਵਿੱਚ ਗਿਆਨੀ ਗਿਆਨ ਸਿੰਘ ਦੇ ਲਿਖੇ ਹੋਏ ਦੋਹਰੇ ਨੇ। ਉਹ ਆਪਣਾ ਜਿਹੜਾ ਨਾ ਵਿਚਾਰ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਲੇਕਿਨ ਜੋ ਕਾਵ ਰੂਪ ਦਿੱਤਾ ਉਹ ਗਿਆਨੀ ਗਿਆਨ ਸਿੰਘ ਨੇ ਦਿੱਤਾ ਹੈ। ਮੇਰਾ ਖਿਆਲ ਜਿਸ ਤਰ੍ਹਾਂ ਜੀ ਮੇਰਾ ਮੰਨਣਾ, ਜਿਸ ਤਰ੍ਹਾਂ ਅੱਜ ਕੱਲ ਰਾਜ ਕਰੇਗਾ ਖਾਲਸਾ, ਅੱਜ ਕੱਲ ਜਿਸ ਤਰ੍ਹਾਂ ਅੱਜ ਖਾਲਸਾ ਜਿਹੜੇ ਜਿੰਨੇ ਵੀ ਸਿੱਖ ਹੈਗੇ ਆ, ਗੁਰਦੁਆਰੇ ਹੈਗੇ ਆ, ਲੰਗਰਾਂ ਦੇ ਕਰ ਰਹੇ ਆ, ਸੇਵਾ ਕਰ ਰਹੇ ਆ, ਉਹ ਵਾਕਿਆ ਹੀ ਉਹਨਾਂ ਦੇ ਦਿਲਾਂ ਤੇ ਰਾਜ ਕਰ ਰਹੇ ਆ ਤੇ ਸਾਰੀ ਦੁਨੀਆ ਤੇ ਰਾਜ ਕਰ ਰਹੇ ਜੀ, ਜਿਹੜਾ ਲੰਗਰ ਦੀ ਸੇਵਾ ਕਰਕੇ। ਤੇ ਮੇਰਾ ਖਿਆਲ ਇਹ ਇੱਥੇ ਬਹੁਤ ਸੋਹਣੀ ਢੁਕਦੀ ਇਹ ਰਾਜ ਕਰੇਗਾ ਹਾਂਜੀ ਹਾਂ, ਇਹ ਵਿਚਾਰ ਵੀ ਬਹੁਤ ਵਧੀਆ ਹੈ ਕਿ ਅਸਲੀ ਜਿਹੜਾ ਰਾਜ ਨਾ ਉਹ ਦਿਲਾਂ ਉੱਤੇ ਕਰਨਾ ਹੁੰਦਾ ਹੈ। ਕਈ ਵਾਰੀ ਐਸਾ ਹੁੰਦਾ ਕਿ ਰਾਜਾ ਬਾਦਸ਼ਾਹ ਤੇ ਬੰਦਾ ਬਣ ਜਾਂਦਾ ਤੇ ਉਹਦੇ ਤੋਂ ਲੋਕੀ ਦੁਖੀ ਹੁੰਦੇ ਨੇ। ਲੇਕਿਨ ਕੁਝ ਲੋਕ ਨਾ, ਇੱਥੇ ਥਾਈਲੈਂਡ ਦਾ ਬਾਦਸ਼ਾਹ ਸੀ, ਉਹ ਮੈਂ ਪਿੱਛੇ ਥਾਈਲੈਂਡ ਗਿਆ ਸੀ, ਤੇ ਥਾਈਲੈਂਡ ਦੇ ਲੋਕ ਉਹਨੂੰ ਆਪਣੇ ਪਿਓ ਜੀ ਨਾਲ ਪਿਆਰ ਕਰਦੇ ਸਨ, ਬਹੁਤ ਸਤਿਕਾਰ ਕਰਦੇ ਸੀ, ਬਹੁਤ ਚੰਗਾ ਸੀ ਬੰਦਾ। ਦੇਸ਼ ਦਾ ਤੇ ਰਾਜਾ ਹੈ ਸੀ, ਲੋਕਾਂ ਦੇ ਦਿਲਾਂ ਤੇ ਵੀ ਕਰ ਰਿਹਾ। ਤੇ ਬਾਕੀ ਜੇ ਦੁਨਿਆਵੀ ਰਾਜ ਵਾਲੀ ਗੱਲ ਹੈ, ਉਹ ਵੀ ਜੇ ਖਾਲਸਾ ਰਾਜ ਕਰੇਗਾ ਤੇ ਉਹ ਕਰ ਸਕਦਾ ਹੈ, ਜੇਕਰ ਮਤਲਬ ਯੋਗਤਾ ਆਪਣੇ ਅੰਦਰ ਪੈਦਾ ਕਰ ਲੈਣ। ਆਪਣੀ ਯੋਗਤਾ ਐਸੀ ਪੈਦਾ ਕਰੋ ਕਿ ਲੋਕ ਤੁਹਾਨੂੰ ਆਪ ਆਣ ਕੇ ਆਖਣ, ਯਾਰ ਰਾਜ ਤੁਸੀਂ ਸਾਂਭੋ। ਜਿਹੜੀ ਦਿਲਾਂ ਵਾਲੀ ਤੁਸੀਂ ਗੱਲ ਕਹਿ ਰਹੇ ਹੋ ਨਾ, ਵਾਸਤਵ ਚ ਠੀਕ ਕਹਿ ਰਹੇ ਹੋ। ਜਿਵੇਂ ਹੁਣ ਆਪਣੇ ਭਾਈ ਰਵੀ ਸਿੰਘ ਜੀ ਹੋਰੀ ਨੇ, ਤਾਂ ਉਹਨਾਂ ਨੇ ਜਿੰਨੀ ਸੇਵਾ ਕੀਤੀ ਜਿਸ ਢੰਗ ਦੇ ਨਾਲ, ਵਾਸਤਵ ਦੇ ਵਿੱਚ ਹੀ ਬਹੁਤ ਸਾਰੇ ਮੁਸਲਮਾਨ ਵੀਰ ਵੀ, ਹਿੰਦੂ ਵੀਰ ਵੀ ਇਹਨਾਂ ਚੀਜ਼ਾਂ ਦੀ ਸ਼ਲਾਘਾ ਕਰ ਰਹੇ ਨੇ। ਅੱਜ ਜਿਵੇਂ ਬੇਸ਼ੱਕ ਕਰੋਨਾ ਦੀ ਅੱਜ ਬਿਮਾਰੀ ਚੱਲ ਰਹੀ ਹੈ ਤੇ ਅਸੀਂ ਖੁਦ ਬਾਹਰ ਨਿਕਲ ਕੇ ਰਾਜੀ ਨਹੀਂ, ਲੇਕਿਨ ਉਹ ਲੰਗਰ ਵਰਤਾ ਰਹੇ ਤਾਂ ਵਾਸਤਵ ਵਿੱਚ ਠੀਕ। ਸਹੀ ਗੱਲ, ਇਹ ਰਾਜ ਕਰ ਰਿਹਾ ਜੀ। ਜਿਸ ਤਰ੍ਹਾਂ ਅਮਰੀਕਾ ਦਾ ਪ੍ਰਾਈਮ ਮਿਨਿਸਟਰ ਵੀ ਕਹਿ ਰਿਹਾ ਜੀ, ਸਾਰੇ ਜਿਸ ਤਰ੍ਹਾਂ ਵੱਡੀ ਰਾਸ਼ਟਰੀਆਂ ਵੀ ਕਹਿ ਰਹੇ ਵੀ ਇਹ ਸਿੱਖ ਕੌਮ ਬਹੁਤ ਮਹਾਨ ਹੈ, ਵਾਕਿਆ ਇਸ ਦਿਲਾਂ ਤੇ ਰਾਜ ਕਰਨ ਵਾਲੀ ਹੈ। ਜਿਸ ਤਰ੍ਹਾਂ 1984 ਦੇ ਵਿੱਚ ਸਿੱਖ ਨੂੰ ਦੇਖ ਕੇ ਮਾਰਿਆ ਜਾ ਰਿਹਾ ਸੀਗਾ, ਤੇ ਅੱਜ ਕੱਲ ਉਹ ਸਿੱਖਾਂ ਨੂੰ ਤੇ ਲੰਗਰਾਂ ਤੋਂ ਹੱਥਾਂ ਤੋਂ ਪ੍ਰਸ਼ਾਦਾ ਲੈ ਰਹੇ। ਜਿਸ ਪੱਗ ਨੂੰ ਵੇਖ ਕੇ ਮਾਰਨ ਪੈਂਦੇ ਸੀ, ਉਸ ਪੱਗ ਨੂੰ ਵੇਖ ਕੇ ਅੱਜ ਲੰਗਰ। ਸਹੀ ਗੱਲ, ਸਹੀ ਗੱਲ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਸਤਨਾਮ ਸਿੰਘ ਜੀ, ਤੁਹਾਡਾ ਵੀ ਬਹੁਤ ਧੰਨਵਾਦ। ਮੈਂ ਇੱਕ ਹੋਰ ਬੇਨਤੀ ਕਰ ਦੇਵਾਂ ਜੀ, ਗਿਆਨੀ ਜੀ ਨੇ ਜਿੱਦਾਂ ਕਿਹਾ ਸੀਗਾ ਸ਼ੁਰੂ ਦੇ ਵਿੱਚ ਨਹੀਂ, ਅੰਤ ਦੇ ਵਿੱਚ ਕਥਾ ਤੋਂ ਬਾਅਦ, ਕਿ ਅਸੀਂ ਨਵੇਂ ਟੌਪਿਕ ਲੈ ਕੇ ਆਵਾਂਗੇ। ਅਸੀਂ ਅੱਜ ਇਹ ਵੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਜੋ ਤੁਸੀਂ ਵੀ ਕੋਈ ਮਸ਼ਵਰਾ ਦੇਣਾ ਹੋਵੇ, ਕਿਹੜੇ ਟੌਪਿਕ, ਗਿਆਨੀ ਜੀ ਨੇ ਕੁਝ ਦੱਸੇ ਵੀ ਹਨ, ਤੇ ਅਸੀਂ ਵੀ ਚਾਹੁੰਦੇ ਹਾਂ ਕਿ ਆਪਣੀਆਂ ਸੰਗਤਾਂ ਵੀ ਆਪਣੀ ਆਪਣੀ ਸਲਾਹ ਦੇਣ ਕਿ ਜੋ ਕੁਝ ਉਹ ਸੁਣਨਾ ਚਾਹੁੰਦੀਆਂ, ਤਾਂ ਅਸੀਂ ਉਹਦੇ ਬਾਰੇ ਕੋਈ ਨਾ ਕੋਈ ਉਪਰਾਲਾ ਕਰਾਂਗੇ ਜੀ, ਜਿੱਦਾਂ ਮੈਜੋਰਿਟੀ ਹੋਈ। ਤੇ ਬਾਕੀ ਮੈਂ ਹੁਣ ਆਪਣੇ ਪ੍ਰਧਾਨ ਸਾਹਿਬ ਨੂੰ ਕਹੂੰਗਾ ਜੀ, ਮੈਂ ਅਨਮਿਊਟ ਕਰਤਾ ਪ੍ਰਧਾਨ ਸਾਹਿਬ, ਤੁਸੀਂ ਆਪਣਾ। ਹਾਂਜੀ ਪ੍ਰਧਾਨ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਏਦਾਂ ਹੈ ਕਿ ਕੁਛ ਕਹਿਣ ਨੂੰ ਵੀ ਹੈ ਨਹੀਂ ਵੀ ਹਰ ਇੱਕ ਜਿਹਨੇ 57 ਅਗਸਤ ਸ਼ਲੋਕ ਸੀ, ਉਹਨਾਂ ਨੇ ਬਹੁਤ ਸਾਰੂ ਇਹਨਾਂ ਨੇ ਵਿਆਖਿਆ ਕੀਤੀ ਹੈ। ਤੇ ਇਹ ਹੈਗਾ ਮਨ ਨੂੰ ਸੋਧਣ ਦੀ ਬਹੁਤ ਹੀ ਹੈਗਾ, ਮਨ ਜੀਤੇ ਜਗ ਜੀਤ। ਤੇ ਮਨ ਜਿੱਤਣ ਲਈ
ਕਿ ਮਨ ਨੂੰ ਪਾਵਰ ਦੇਣ ਲਈ, ਤੇ ਇਹ ਹੈ ਵੀ ਮਨ ਤੇ ਅਸੀਂ ਕਾਬੂ ਕਰਨਾ, ਤੇ ਇਹ ਕਾਬੂ ਹੈ ਪਾਵਰ ਨਾਲ। ਪਾਵਰ ਹੈ ਪਰਮਾਤਮਾ ਦੀ ਸ਼ਕਤੀ, ਤੇ ਜਿਹੜੇ ਚੰਗੇ ਗੁਣ ਨੇ ਗੁਰੂ ਵੱਲੋਂ ਬਖਸ਼ੇ ਜਾਣੇ ਆ, ਉਹਨੂੰ ਯਾਦ ਕਰਕੇ ਆਪਣੇ ਜੀਵਨ ਵਿੱਚ ਆਪਾਂ ਕਾਮਯਾਬੀ ਕਰ ਸਕਦੇ ਹਾਂ। ਤੇ ਇਹ ਹੈ ਵੀ ਬਾਕੀ ਜਿਹੜੇ ਵਕਾਰ ਹੈ ਉਹਨੂੰ ਲਾਂਭੇ ਕਰਾਂਗੇ, ਉਹਨਾਂ ਤੋਂ ਛੁਟਕਾਰਾ ਪਾਵਾਂਗੇ, ਤੇ ਫੇਰ ਹੀ ਅਸੀਂ ਜਿਹੜਾ ਉੱਚੇ ਖਿਆਲਾਂ ਦੇ ਪੋਜ਼ਿਟਿਵ ਥਾਟਸ ਹੋਣਗੇ। ਜੇ ਪੋਜ਼ਿਟਿਵ ਥਾਟਸ ਹੋਣਗੇ ਤਾਂ ਸਾਡੀ ਕਾਮਯਾਬੀ ਅਵਸ਼ ਹੈ। ਜਿੰਨਾ ਵੀ ਕੋਈ ਮਰਜ਼ੀ ਔਖਾ ਕੰਮ ਹੋਵੇ ਤਾਂ ਉਹਦਾ ਸੌਖਾ ਬਣ ਜਾਊਗਾ। ਤੇ ਜੇ ਸਾਡੇ ਪੋਜ਼ਿਟਿਵ ਨੈਗੇਟਿਵ ਵਿੱਚ ਚੇਂਜ ਹੋ ਜਾਣਗੇ ਫਿਰ ਸੌਖਾ ਵੀ ਬੜਾ ਔਖਾ ਹੋ ਜਾਣਾ। ਤੇ ਇਸ ਕਰਕੇ ਐਂਡ ਤੇ ਜੋ ਇਹਨਾਂ ਨੇ ਦੱਸਿਆ ਬਹੁਤ ਚੰਗੀ ਚੀਜ਼ ਹੈ ਕਿ ਆਪਣੇ ਜੀਵਨ 'ਚ ਕਿਵੇਂ ਸਕਸੈਸ ਲਿਆਉਣੀ ਹੈ। ਇਹ ਹੈਗਾ ਗੁਰੂ ਦੀ ਹੈਗਾ, ਜਿਹੜੇ ਚੰਗੇ ਗੁਰੂ ਵੱਲੋਂ ਜਿਹੜੇ ਚੰਗੇ ਖਿਆਲ ਹੈ ਜਾਂ ਚੰਗੇ ਗੁਣ ਹੈ ਉਹਨੂੰ ਧਾਰਨੀ ਆਪਾਂ ਬਣਨਾ, ਤੇ ਫਿਰ ਹੀ ਇਹ ਚੀਜ਼ਾਂ ਹੋ ਸਕਦੀਆਂ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਤਿੰਦਰ ਸਿੰਘ ਜੀ ਨੂੰ ਅਨਮਿਊਟ ਕੀਤਾ। ਥੈਂਕ ਯੂ ਜੀ, ਤੁਸੀਂ ਵੀ ਆ ਜਾਓ, ਕਰੋ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਜਿਸ ਤਰ੍ਹਾਂ ਮੈਂ ਬੋਲਿਆ ਨਾ, ਤੁਸੀਂ ਲੰਗਰ ਬਹੁਤ ਸਾਤਵਿਕ ਪਰੋਸਦੇ ਹੋ। ਇਹਦੇ ਚ ਵੀ ਭਾਈ ਸਾਹਿਬ ਜੀ ਜਿਹੜਾ ਮੈਨੂੰ ਲੱਗਿਆ ਹੈ ਇਹਦਾ ਤੱਥ ਸਾਰ ਇਹ ਹੈ ਕਿ ਮੈਨੂੰ ਆਪਣੀ ਥਿੰਕਿੰਗ ਨੂੰ ਪੋਜ਼ਿਟਿਵ ਕਰਨਾ ਹੈ ਔਰ ਅੰਡਰਸਟੈਂਡਿੰਗ ਨੂੰ ਰਾਈਟ ਕਰਨਾ ਹੈ। ਹਾਂ ਬਿਲਕੁਲ। ਉਹਦੇ ਨਾਲ ਮੇਰੀ ਵਿਜ਼ਨ ਵੀ ਰਾਈਟ ਹੋ ਜਾਏਗੀ, ਮੇਰੀ ਹੀਅਰਿੰਗ ਵੀ ਰਾਈਟ ਹੋ ਜਾਏਗੀ, ਮੇਰੀ ਸਪੀਚ ਵੀ ਰਾਈਟ ਹੋ ਜਾਏਗੀ। ਬਿਲਕੁਲ ਬਿਲਕੁਲ, ਹੈ ਨਾ ਸਰ? ਬਿਲकुल। ਬਾਕੀ ਹਾਂਜੀ, ਬਸ ਇਹ ਮੈਨੂੰ ਇੰਨਾ ਸਮਝ ਆਇਆ ਹੈ ਬਹੁਤ ਬਿਊਟੀਫੁਲੀ ਔਰ ਬਹੁਤ ਕਲੀਅਰਲੀ ਵੀਰ ਜੀ। ਔਰ ਜਿਸ ਤਰ੍ਹਾਂ ਤੁਸੀਂ ਆਪਣੇ ਉਧਰ ਗਰੁੱਪ ਵਿੱਚ ਹੈਗਾ, ਮੇਰਾ ਸੁਜੈਸ਼ਨ ਹੈ ਬਟ ਕਾਲ ਆਪਣਾ ਅੰਕਲ ਜੀ ਲੋਕਾਂ ਦਾ ਹੈ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਅਸੀਂ ਪ੍ਰੇਰਿਤ ਕਰੀਏ ਸਿੱਖੀਜ਼ਮ ਵਾਸਤੇ, ਉਹਨਾਂ ਨੂੰ ਕਿਸ ਤਰ੍ਹਾਂ ਕਰੀਏ ਜਿਹੜਾ, ਅਗਰ ਉਸ ਦੇ ਉੱਪਰ ਵੀ ਕੁਝ ਵਿਚਾਰ ਹੋ ਸਕੇ ਤੇ, ਕਿਉਂਕਿ ਸਾਡੀ ਪਨੀਰੀ ਤੇ ਅੱਗੇ ਇਸ ਤਰ੍ਹਾਂ ਚੱਲੇਗੀ ਸਰ। ਜਿਸ ਤਰ੍ਹਾਂ ਅਸੀਂ ਲੋਕ ਦੇਖ ਰਹੇ ਹਾਂ, ਜੋ ਇੰਡੀਆ ਵਿੱਚ ਤੇ ਖਾਸ ਕਰਕੇ ਮੈਂ ਦੇਖ ਰਿਹਾ ਬਹੁਤ ਪਤਨ ਹੋ ਰਿਹਾ ਹੈ, ਸਿੱਖੀਜ਼ਮ ਨੂੰ ਫੋਲੋ ਨਹੀਂ ਕਰ ਰਹੇ, ਰਿਚੁਅਲਿਜ਼ਮ ਵਿੱਚ, ਕਿਉਂਕਿ ਸਾਡੀ ਸੁਸਾਇਟੀ ਇੰਨੀ ਓਪਨ ਹੋ ਗਈ ਹੈ ਕਿ ਸਾਡੇ ਕੋਲ ਕੰਟਰੋਲ ਨਹੀਂ ਹੈਗਾ ਬੱਚਿਆਂ ਤੇ। ਹਾਂਜੀ ਵੀਰ ਜੀ, ਜੋ ਤੁਸੀਂ ਬੱਚਿਆਂ ਵਾਸਤੇ ਕਹਿ ਰਹੇ ਹੋ ਨਾ, ਇਹਦੇ ਵਾਸਤੇ ਸਾਨੂੰ ਇੱਕ ਦਿਨ ਵੱਖਰਾ ਟੌਪਿਕ ਰੱਖਣਾ ਪਵੇਗਾ, ਕਿਉਂਕਿ ਇੰਨੀ ਕੁ ਟਾਈਮ ਦੇ ਵਿੱਚ ਅਸੀਂ ਨਹੀਂ ਕਰ ਪਾਵਾਂਗੇ। ਮੈਂ ਸੁਜੈਸ਼ਨ ਦੇ ਰਿਹਾ ਕਿ ਅੰਕਲ ਜੀ ਹੋਰੀ ਅਗਰ ਇਸ ਦੇ ਉੱਪਰ ਦੇ ਸੋਚਣਗੇ ਤੇ ਜ਼ਰੂਰ। ਹਾਂਜੀ ਹਾਂ, ਹਾਂਜੀ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿੰਦਰ ਸਿੰਘ ਜੀ, ਆਪ ਦੇ ਸੁਝਾਅ ਵੀ ਬਹੁਤ ਦਿੱਤੇ ਆ, ਥੈਂਕ ਯੂ। ਅਸੀਂ ਇਹਦੇ ਬਾਰੇ ਵੀ ਸੋਚਦੇ ਹਾਂ ਤੇ ਬਾਕੀ ਹੋਰਨਾਂ ਦੀ ਵੀ ਆਪਣੀ ਰਾਏ ਪੁੱਛਦੇ ਹਾਂ। ਬਾਕੀ ਸੰਗਤਾਂ ਵੀ ਤੁਹਾਡੇ ਨਾਲ ਹੀ ਬੈਠੇ ਆ ਦੂਏ ਪਾਸੇ ਆਪਣੇ ਭਾਈ ਸਾਹਿਬ ਹਰਨੇਕ ਸਿੰਘ ਜੀ, ਨੈਕਸਟ ਜੀ। ਹਾਂਜੀ, ਤੁਸੀਂ ਨੈਕਸਟ ਆ ਜੀ, ਤੇ ਤੁਸੀਂ ਵੀ ਆਪਣੇ ਵਿਚਾਰ ਦਿਓ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਿਆਨੀ ਜੀ, ਹਰ ਤਰ੍ਹਾਂ ਰੋਜ਼ ਦੀ ਤਰ੍ਹਾਂ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਸਮਝਾਇਆ, ਬਹੁਤ ਵਧੀਆ ਤਰੀਕੇ ਨਾਲ ਵਿਆਖਿਆ ਕੀਤੀ ਹੈਗੀ ਆ। ਇੱਕੋ ਕੁਐਸਚਨ ਹੈ ਕਿ ਆਪਾਂ 52 ਤੇ ਤੁਸੀਂ ਸ਼ਲੋਕ ਪੜ੍ਹ ਰਹੇ ਸੀਗੇ, ਸ਼ਲੋਕ ਕਹਿ ਰਹੇ ਸੀਗੇ, ਮੈਂ ਆਪਣੇ ਨੌਲੇਜ ਵਾਸਤੇ ਪੁੱਛਣਾ ਚਾਹੁੰਦਾ। ਉਸ ਤੋਂ ਬਾਅਦ ਫਿਰ ਦੋਹਰਾ ਸਟਾਰਟ ਹੋ ਗਿਆ। ਹਾਂਜੀ ਹਾਂਜੀ, ਇਹਦਾ ਡਿਫਰੈਂਸ ਕੀ ਹੈ? ਰਾਈਟਰ ਬਦਲ ਗਿਆ ਜਾਂ ਰਾਈਟਰ ਲਿਖਿਆ ਤੇ ਇੱਕੋ ਹੀ ਨਹੀਂ ਆ, ਪਰ ਇਹਦੇ ਮੀਨਿੰਗ ਬਦਲ ਗਿਆ ਸੀ? ਕਿ ਪਹਿਲਾ ਜਿਹੜਾ ਸੀਗਾ ਤੁਹਾਡੇ ਮੋਸਟਲੀ ਸ਼ਲੋਕ ਆਪਾਂ ਜਿਹੜੇ ਪੜ੍ਹਾ ਰਹੇ ਸੀ ਉਹ ਜ਼ਿਆਦਾ ਆ ਰਹੇ ਸੀ ਲਾਲਚ ਤੇ ਹੰਕਾਰ ਤੇ ਉਹਦੇ ਵਰਡਿੰਗ ਜਿਹੜੇ ਐਂਡ ਨਤੀਜੇ ਨਿਕਲਦੇ ਸੀ ਉਹ ਇਹ ਸੀ। ਪਰ ਜਦੋਂ ਤੁਸੀਂ ਦੁਬਾਰਾ ਸਟਾਰਟ ਕੀਤਾ, ਇਹਦੇ ਵਿੱਚ ਜ਼ਿਆਦਾਤਰ ਪਰਮਾਤਮਾ ਦਾ ਆਇਆ ਕਿ ਤੁਸੀਂ ਪਰਮਾਤਮਾ ਨੂੰ ਮੰਨੋ, ਬਲਕਿ ਥਰਡ ਪਰਸਨ ਨੂੰ ਮੰਨੋ, ਆਪਣੇ ਆਪ ਨੂੰ ਪੋਜ਼ਿਟਿਵ ਰੱਖੋ। ਕਿ ਇਹ ਡਿਫਰੈਂਟ ਇੱਥੋਂ ਕਿਉਂ ਉੱਥੋਂ ਚੇਂਜ ਹੋ ਗਿਆ, ਜਾਂ ਮੈਂ ਇਹੀ ਪੁੱਛਣਾ ਚਾਹੁੰਦਾ ਸੀ। ਹਾਂਜੀ ਵੀਰ ਜੀ, ਕਈਆਂ ਦਾ ਨਾ ਇੱਥੇ ਵਿਚਾਰ ਹੈਗਾ ਵੀ ਜਦੋਂ ਗੁਰੂ ਤੇਗ ਬਹਾਦਰ ਜੀ ਮਤਲਬ ਉੱਥੇ ਕੈਦ ਵਿੱਚ ਸੀ ਤਾਂ ਉਦੋਂ ਇਹਨਾਂ ਨੇ ਇਹ ਸ਼ਲੋਕ ਉਚਾਰਿਆ, ਬਲ ਸੁਚਿਓ ਬੰਧਨ ਪਰੇ ਕਛੂ ਨਾ ਹੋ ਤੂ ਪਾਏ, ਕਹੋ ਨਾਨਕ ਅਬਹੁ ਉਠਾਰ ਗਰਜਹੁ ਹੋ ਸਹਾਏ। ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਗਲਾ ਜਿਹੜਾ ਸ਼ਲੋਕ ਉਹ ਜਵਾਬ ਵਿੱਚ ਉਤਾਰਿਆ। ਲੇਕਿਨ ਇਹ ਗੱਲ ਠੀਕ ਨਹੀਂ ਹੈ, ਕਿਉਂਕਿ ਜੇ ਇਹ ਗੱਲ ਹੁੰਦੀ ਤਾਂ ਗੁਰੂ ਜੀ ਦੇ ਸ਼ਲੋਕ ਉੱਤੇ ਮਹਿਲਾ 10ਵਾਂ ਲਿਖਿਆ ਹੋਣਾ ਸੀ, ਪਹਿਲੀ ਗੱਲ। ਦੂਜੇ ਨੰਬਰ ਤੇ ਜੇ ਰਾਈਟਰ ਬਦਲਦਾ ਤੇ ਜੋ ਪਿੱਛੇ ਤੁਸੀਂ ਗਿਣਤੀ ਦੇਖ ਰਹੇ ਹੋ ਨਾ, ਹਾਂ ਮੈਂ ਦੇਖਿਆ ਥੋੜਾ ਜਿਹਾ, 52 ਉਸ ਤੋਂ ਬਾਅਦ 53 54, ਜੇ ਇੱਥੇ ਰਾਈਟਰ ਬਦਲਦਾ ਤਾਂ 52 ਦੇ ਅੱਗੇ ਇੱਕ ਅੰਕ ਆਣਾ ਸੀ, 2 ਡੰਡੀਆਂ ਲਾ ਕੇ ਨਾ 52 2 ਡੰਡੀਆਂ, ਫਿਰ ਅੱਗੇ ਇੱਕ ਅੰਕ ਆ ਜਾਣਾ ਸੀ। ਇਟ ਮੀਨਸ ਕਿ ਵੱਖਰੇ ਰਾਈਟਰ ਦਾ ਸ਼ਲੋਕ ਸ਼ੁਰੂ ਹੋ ਗਿਆ। ਠੀਕ ਹੈ, ਤਾਂ ਉਹ ਨਹੀਂ ਹੈ, ਇਸ ਕਰਕੇ ਸਾਰੇ ਸ਼ਲੋਕ ਗੁਰੂ ਤੇਗ ਬਹਾਦਰ ਜੀ ਦੇ ਹੀ ਹਨ। ਇੱਕ ਹੋਰ ਕੁਐਸਚਨ ਆ। ਹਾਂਜੀ, 1 ਮਿੰਟ ਪਲੀਜ਼। ਸੌਰੀ,
ਇੱਕ ਮਿੰਟ ਲਈ ਦੂਜੀ ਗੱਲ ਤੁਸੀਂ ਕਹਿ ਰਹੇ ਸੀ ਕਿ ਜਿਵੇਂ ਪਹਿਲੋਂ ਕਾਮ ਕ੍ਰੋਧ ਲੋਭ ਦੀ ਗੱਲ ਹੋ ਰਹੀ ਹੈ ਤੇ ਇੱਥੇ ਆ ਗਿਆ ਬਲ ਛੁੱਟ ਦਿਓ। ਹੁਣ ਜਦੋਂ ਦੇਖੋ ਕਾਮ ਕ੍ਰੋਧ ਲੋਭ ਆਦਿ ਬੰਦੇ ਦੇ ਉੱਤੇ ਹਾਵੀ ਹੋ ਜਾਣ ਤਾਂ ਫਿਰ ਬੰਦੇ ਦੇ ਅੰਦਰ ਨੈਗੇਟਿਵਿਟੀ ਆ ਜਾਂਦੀ ਹੈ, ਹੀਨ ਭਾਵਨਾ ਆ ਜਾਂਦੀ ਹੈ, ਫਿਰ ਉਹਦੇ ਅੰਦਰ ਆਤਮਕ ਤਾਕਤ ਨਹੀਂ ਰਹਿ ਜਾਂਦੀ, ਫਿਰ ਉਹਦੇ ਕੋਲੋਂ ਨਾ ਹੋਰ ਕੋਈ ਉਪਾਅ ਨਹੀਂ ਹੁੰਦਾ, ਹੋਰ ਕੋਈ ਉਪਾਅ ਹੱਥ ਨਹੀਂ ਹੁੰਦਾ ਜਿਹੜਾ ਹੈ ਵਰਤਨ ਰਾਤੇ ਸਰਾਧ ਵਗੈਰਾ ਜੋ ਕੁਛ ਵੀ ਕਰਦਾ ਕਰਮਕਾਂਡ। ਇਸ ਲਈ ਫਿਰ ਇੱਥੇ ਗੱਲ ਕਰ ਰਹੇ ਨੇ ਵੀ ਹੇ ਪਾਤਸ਼ਾਹ ਕਾਮ ਕ੍ਰੋਧ ਤੋਂ ਬਚਾਉਣਾ ਵੀ ਤੇਰੇ ਹੱਥ ਵਿੱਚ ਹੀ ਹੈ। ਤੇ ਜਦੋਂ ਫਿਰ ਬੰਦਾ ਪ੍ਰਭੂ ਦੀ ਸ਼ਰਨ ਵਿੱਚ ਆ ਜਾਂਦਾ ਫਿਰ ਅੱਗੇ ਗੱਲ ਆ ਜਾਂਦੀ ਹੈ ਬਲ ਹੋਆ, ਕਿਉਂਕਿ ਜਦੋਂ ਰੱਬ ਦੇ ਨਾਲ ਜੁੜ ਗਿਆ ਫਿਰ ਉਹਦੇ ਅੰਦਰ ਤਾਕਤ ਆ ਗਈ ਤੇ ਫਿਰ ਉਹ ਸਾਰੇ ਕਰ। ਇੱਕ ਕੁਐਸਚਨ ਛੋਟਾ ਜਿਹਾ ਹੀ ਆ, ਆਪਣੇ ਭਾਜੀ ਸਤਨਾਮ ਸਿੰਘ ਨੇ ਪਾਇਆ ਕਿਹਾ ਸੀਗਾ ਰਾਜ ਕਰੇਗਾ ਖਾਲਸਾ। ਹਾਂਜੀ, ਇਹਦੀ ਐਕਚੁਅਲ ਵਿਆਖਿਆ ਕੀ ਹੈ? ਇਹਦਾ ਮਤਲਬ ਜਿੱਦਾਂ ਤੁਸੀਂ ਕਿਹਾ ਕਿ ਜੇ ਸਿੱਖ ਏਡ ਜੇ ਉਹ ਬਹੁਤ ਸੇਵਾ ਕਰ ਰਹੇ, ਉਹ ਤਾਂ ਇੱਕ ਆਪਣਾ ਸੈਪਰੇਟ ਹੈਗਾ ਫਰਜ਼ ਜੋ ਸਾਡੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬਖਸ਼ਿਆ। ਪਰ ਜਿਹੜਾ ਰਾਜ ਕਰੇਗਾ ਖਾਲਸਾ, ਇਹਦੀ ਵਿਆਖਿਆ ਐਕਚੁਅਲੀ ਕੀ ਹੈਗੀ ਹੈ? ਇਹਦੀ ਵਿਆਖਿਆ ਵੀਰ ਜੀ ਹੈਗੀ ਹੈ ਕਿ ਜਦੋਂ ਸਿੱਖ ਜੰਗਲਾਂ ਵਿੱਚ ਚਲੇ ਗਏ ਸੀ ਬਾਬਾ ਬੰਦਾ ਬਹਾਦਰ ਜੀ ਤੋਂ ਬਾਅਦ, ਮਤਲਬ ਇਹ ਬਹੁਤ ਭਿਆਨਕ ਸਮਾਂ ਆਇਆ, ਸਿੱਖਾਂ ਦੇ ਸਿਰਾਂ ਦਾ ਮੁੱਲ ਪੈਂਦਾ ਰਿਹਾ ਔਰ ਇੱਥੋਂ ਤੱਕ ਕਹਿ ਦਿੱਤਾ ਗਿਆ ਵੀ ਸਿੱਖ ਖਤਮ ਕਰ ਦਿੱਤੇ ਗਏ ਨੇ, ਹੁਣ ਕੋਈ ਸਿੱਖ ਬਾਕੀ ਨਹੀਂ ਬਚਿਆ। ਠੀਕ ਹੈ ਨਾ? ਤਾਂ ਉਦੋਂ ਫਿਰ ਸਿੱਖਾਂ ਨੇ ਇਹ ਗੱਲ ਕਹੀ ਸੀ ਵੀ ਸਿੱਖ ਖਤਮ ਨਹੀਂ ਹੋਏ, ਰਾਜ ਕਰੇਗਾ ਖਾਲਸਾ, ਵੀ ਖਾਲਸਾ ਰਾਜ ਕਰੇਗਾ, ਆਕੀ ਰਹਿਣਾ ਕੋਈ ਇਹਨਾਂ ਦੇ ਸਾਹਮਣੇ ਕੋਈ ਅੜਿਆ ਹੋਇਆ ਨਹੀਂ ਰਹੇਗਾ। ਔਰ ਉਹ ਚੀਜ਼ ਪੂਰੀ ਕਰ ਦਿੱਤੀ ਉਹਨਾਂ ਨੇ। ਔਰ ਉਹਨਾਂ ਨੇ ਵਾਸਤਵ ਦੇ ਵਿੱਚ ਬਾਬਾ ਬੰਦਾ ਬਹਾਦਰ ਜੀ ਨੇ ਆਪਣਾ ਰਾਜ ਕਾਇਮ ਕਰ ਲਿਆ। ਉਸ ਤੋਂ ਬਾਅਦ ਮਤਲਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਤੇ ਸਿੱਖਾਂ ਨੇ ਵਾਸਤਵ ਦੇ ਵਿੱਚ ਹੀ ਆਪਣਾ ਰਾਜ ਕਾਇਮ ਕਰ ਲਿਆ। ਇਹ ਉਦੋਂ ਚੜ੍ਹਦੀ ਕਲਾ ਵਾਲੇ ਬੋਲ ਸਨ ਜਦੋਂ ਕਿ ਇਹ ਕਿਹਾ ਜਾ ਰਿਹਾ ਸੀ ਕਿ ਸਿੱਖ ਖਤਮ ਕਰ ਦਿੱਤੇ ਗਏ ਨੇ, ਸਿੱਖਾਂ ਦੇ ਘਰਾਂ ਦੀਆਂ ਬਿੱਲੀਆਂ ਵੀ ਮਾਰ ਦਿੱਤੀਆਂ। ਬਹੁਤ ਪੁਰਾਣੀ ਗੱਲ ਮੈਂ ਲੱਗਾ ਦੱਸਣ, ਜਦੋਂ ਅਸੀਂ ਛੋਟੇ ਛੋਟੇ ਪੜ੍ਹਦੇ ਹੁੰਦੇ ਸੀ, ਮੈਂ 8ਵੀਂ ਚ, ਸਾਡੇ ਗਿਆਨੀ ਨੇ ਇਹਦੇ ਉੱਤੇ ਇੱਕ ਸਾਨੂੰ ਲਿਖਾਇਆ ਸੀਗਾ ਕਿ ਜਿਹੜਾ ਰਾਜ ਕਰੇਗਾ ਖਾਲਸਾ ਹੈ, ਜਿਹੜਾ ਖਾਲਸਾ ਵਰਡ ਯੂਜ਼ ਕੀਤਾ ਗਿਆ ਇਹ ਹੈਗਾ ਪਵਿੱਤਰ, ਕਿ ਜਿਹੜਾ ਖਾਲਸ ਆ, ਜਿਹੜਾ ਬੰਦਾ ਖਾਲਸਾ ਪਵਿੱਤਰ ਆ ਉਹ ਰਾਜ ਕਰ ਸਕਦਾ। ਇਹ ਨਹੀਂ ਕਿ ਜਿਹੜਾ ਸਿੱਖ ਰਿਲੀਜਨ ਹੈਗਾ ਇਹਦਾ ਸੈਪਰੇਟ ਚੀਜ਼ ਹੋਵੇ। ਖਾਲਸ ਜਿਹੜਾ ਹੈਗਾ ਜਿੱਦਾਂ ਤੁਸੀਂ ਆ ਜਾਂ ਮੈਂ, ਕੋਈ ਥਰਡ ਪਰਸਨ ਵੀ ਹੋ ਸਕਦਾ, ਆਪਣੀ ਕਮਿਊਨਿਟੀ ਜਿਹੜਾ ਸੱਚਾ ਬੰਦਾ ਆ ਉਹ ਰਾਜ ਕਰ ਸਕਦਾ। ਮੇਰੇ ਜਾਣੀ ਕਿ ਇਹ ਬੜੀ ਪੁਰਾਣੀ ਆ, 50 ਸਾਲ ਸ਼ਾਇਦ 40 ਸਾਲ ਦੀ ਗੱਲ ਆ, ਮੇਰੇ ਮਾਈਂਡ ਚ ਆ ਰਹੀ ਸੀ, ਮੈਂ ਤਾਂ ਕੁਐਸਚਨ ਰੇਜ਼ ਕੀਤਾ। ਗੱਲ ਤੁਹਾਡੀ ਨਾ ਇਹ ਬਿਲਕੁਲ ਠੀਕ ਹੈ, ਪਰ ਇਹ ਗੱਲ ਨਾ ਪੂਰੀ ਉਤਰਦੀ ਨਹੀਂ। ਦੇਖੋ ਔਰੰਗਜ਼ੇਬ ਰਾਜ ਕਰਦਾ ਰਿਹਾ ਹੈ, ਹਿਟਲਰ ਨੇ ਰਾਜ ਕੀਤਾ ਹੈ ਨਾ, ਇੰਦਰਾ ਗਾਂਧੀ ਹੋ ਗਈ, ਹੋਰ ਲੋਕ ਨੇ ਜਿਹੜੇ ਬਹੁਤ ਸਾਰੇ ਕਈ ਜ਼ਾਲਮ ਲੋਕ ਨੇ ਰਾਜ ਉਹ ਵੀ ਕਰਦੇ ਰਹੇ। ਫਿਰ ਉਹੀ ਗੱਲ ਹੋ ਗਈ ਨਾ, ਉਹ ਤਾਂ ਜ਼ਾਲਮ ਹੋਏ ਰਾਜ ਕਰਕੇ। ਇਹ ਜਿਹੜਾ ਖਾਲਸ ਐਂਡ ਤੇ ਉਹਨੇ ਲਿਖਿਆ ਜਿਹੜਾ ਸ਼ਲੋਕ ਹੈਗਾ ਐਟ ਦੀ ਐਂਡ ਰਾਜ ਕਰੇਗਾ ਖਾਲਸਾ, ਉਹ ਜਦੋਂ ਜ਼ਾਲਮ ਜਾਣੀ ਜਿੰਨੇ ਵੀ ਹੈਗੇ ਸਾਰੇ ਖਤਮ ਹੋਣਗੇ, ਫੇਰ ਰਾਜ ਜਿਹੜਾ ਪਵਿੱਤਰ ਬੰਦਿਆਂ ਦਾ, ਸੱਚੇ ਬੰਦਿਆਂ ਦਾ ਹੋਊਗਾ। ਨਹੀਂ ਚਲੋ ਮੈਂ ਗਲਤ ਹੋ ਸਕਦਾ, ਪਰ ਮੇਰਾ ਇਹ ਪੁਆਇੰਟ ਬੜਾ ਪੁਰਾਣਾ ਸੀ, ਹੋ ਸਕਦਾ ਮੇਰੀ ਮਿਸਅੰਡਰਸਟੈਂਡਿੰਗ। ਨਹੀਂ, ਜਿਨ੍ਹਾਂ ਨੇ ਇਹ ਦੱਸਿਆ ਨਾ ਉਹਨਾਂ ਨੇ ਤੁਹਾਨੂੰ ਗਲਤ ਇਨਫੋਰਮੇਸ਼ਨ ਦਿੱਤੀ ਹੈ। ਇਹਦਾ ਮਤਲਬ ਇਹ ਨਹੀਂ ਹੈ, ਇਹਦਾ ਮਤਲਬ ਨਾ ਅਸਲੀ ਉਹ ਹੀ ਹੈ ਕਿ ਜਦੋਂ ਜੰਗਲਾਂ ਦੇ ਵਿੱਚ ਸਿੱਖ ਸੀ ਉਦੋਂ ਦੀ ਗੱਲ ਹੈਗੀ ਹੈ। ਔਰ ਉਹਨਾਂ ਨੇ ਇਹ ਚੀਜ਼ ਕਹੀ, ਤੁਸੀਂ ਕਹਿ ਰਹੇ ਹੋ ਕਿ ਅਸੀਂ ਖਤਮ ਕਰਤਾ, ਔਰ ਦੇਖੋ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਵੀ, ਲੱਭ ਕੇ ਸਿੱਖਾਂ ਨੂੰ ਮਾਰਿਆ, ਸਿੱਖਾਂ ਦੇ ਬੱਚੇ ਮਾਰੇ, ਸਿੱਖਾਂ ਨੂੰ ਕੋਲੂਆਂ ਵਿੱਚ ਪਾਇਆ, ਸਿੱਖਾਂ ਨੂੰ ਰੱਖੜੀਆਂ ਤੇ ਚੜਾਇਆ, 35,000 ਸਿੱਖ ਇੱਕੋ ਦਿਨ ਦੇ ਵਿੱਚ ਵੱਡੇ ਘੱਲੂਘਾਰੇ ਵਿੱਚ ਸ਼ਹੀਦ ਕਰ ਦਿੱਤੇ। ਉਦੋਂ ਵੀ ਸਿੱਖਾਂ ਦੀ ਇਹ ਚੜ੍ਹਦੀ ਕਲਾ ਸੀ ਵੀ ਰਾਜ ਕਰੇਗਾ ਖਾਲਸਾ, ਵੀ ਖਾਲਸਾ ਰਾਜ ਕਰੇਗਾ, ਔਰ ਉਹਨਾਂ ਨੇ ਕੀਤਾ। ਤੁਹਾਡਾ ਮਤਲਬ ਜਿਹੜਾ ਸਿੱਖੀ ਦਾ ਵਰਡ ਹੈਗਾ ਜਿਹੜਾ ਉਹਦਾ ਮੀਨ ਹੈਗਾ ਖਾਲਸਾ। ਹਾਂਜੀ, ਇਹ ਜਿਹੜਾ ਖਾਲਸਾ ਹੈ ਇਹ ਉਹ ਸਿੱਖਾਂ ਵਾਸਤੇ ਹੀ ਹੈ ਜਿਹੜੇ, ਕਿਉਂਕਿ ਆਪਾਂ ਹੁਣ ਤੁਸੀਂ ਦੇਖੋ ਜਦੋਂ ਵੀ ਕੋਈ ਗੱਲ ਕਰਦੇ ਆ ਆਪਾਂ ਇੱਥੇ ਵੀ ਜਦੋਂ ਉਹਨੂੰ ਉਹ ਸਿੱਖ ਵਰਡ ਯੂਜ਼ ਕਰਦੇ ਆ, ਨਾ ਕਿ ਅਸੀਂ ਉਹ ਖਾਲਸਾ ਯੂਜ਼ ਕਰਦੇ ਆ। ਅਸਲ ਦੇ ਵਿੱਚ ਨਾ ਦੇਖੋ ਖਾਲਸਾ ਕੌਣ ਹੈ? ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਿਸ ਜਾਨੀ, ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਪੈਦਾ ਹੋ ਗਈ ਉਹ ਬੰਦਾ ਪਿਓਰ ਹੋ ਗਿਆ। ਆਹ ਗੱਲ ਤੁਹਾਡੀ ਜਿਹੜੀ ਨਾ ਪਿਓਰ ਦੀ ਆਹ ਪੁਆਇੰਟ ਮੈਂ ਲੱਭਦਾ ਸੀਗਾ, ਔਰ ਖਾਲਸ ਮੀਨ ਪਿਓਰ ਬੰਦਾ, ਪਿਓਰ ਹੋਣਾ ਚਾਹੀਦਾ। ਕਿ ਅਸਲ ਦੇ ਵਿੱਚ ਨਾ ਦੇਖੋ ਸਿੱਖ ਵੀ ਔਰ ਖਾਲਸਾ ਵੀ ਇੱਕੋ ਚੀਜ਼ ਦੇਖੋ ਕਹਿਣਾ ਤਾਂ ਅਸੀਂ ਵੀ ਕਹਿੰਦੇ, ਹੁਣ ਅਸੀਂ ਮੈਂ ਆਪਣੇ ਆਪ ਤੇ ਲਾਉਣਾ, ਹੋਰ ਕਿਸੇ ਅਸੀਂ ਐਨ 100% ਪਿਓਰ ਤਾਂ ਨਹੀਂ ਨਾ, ਅਸੀਂ ਕਿੰਨੀਆਂ ਮੈਂ ਗਲਤੀਆਂ ਕਰਦਾ ਹੈਗਾ। ਇਹ ਚੀਜ਼ ਮੇਰਾ ਐਂਡ ਦੇ ਉੱਤੇ ਜਿਹੜੀ ਆਈ, ਜਿੱਦਾਂ ਹੁਣ ਸਾਡੇ ਚ ਲਾਲਚ ਆ, ਹੰਕਾਰ ਆ, ਇਹ ਚੀਜ਼ਾਂ ਜਦੋਂ ਖਤਮ ਹੋਣਗੀਆਂ ਫੇਰ ਹੀ ਰਾਜ ਜਿਹੜਾ ਆ ਇੱਕ ਪਵਿੱਤਰ ਹਿਊਮਨ ਬੀਇੰਗ ਦਾ, ਖਾਲਸਾ ਦਾ ਹੋਣਾ। ਬਾਕੀ ਚਲੋ ਮੈਂ ਗਲਤ ਵੀ ਹੋ ਸਕਦਾ। ਨਹੀਂ, ਉਹ ਤੁਹਾਡੀ ਗੱਲ ਠੀਕ ਹੈ,
ਉਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਜਿਹੜਾ ਹੈ ਨਾ ਰਾਜ ਕਰੇਗਾ ਖਾਲਸਾ, ਇਹ ਜਿਹੜਾ ਦੋਹਰਾ ਹੈ ਇਹ ਉਸ ਟਾਈਮ ਵਾਸਤੇ ਸੀ। ਹਾਂ ਉਹ ਚਲੋ ਹੋ ਸਕਦਾ, ਇਹ ਉਸ ਟਾਈਮ ਵਾਸਤੇ ਸੀ। ਮੈਂ ਮੰਨ ਲੈਣਾ। ਹਾਂ ਕਿਉਂਕਿ ਉਦੋਂ ਨਾ ਦੇਖੋ ਤੁਸੀਂ ਨਿਹੰਗ ਸਿੰਘਾਂ ਦੀਆਂ ਬੋਲੀਆਂ ਦੇਖੋ, ਜਦੋਂ ਕੱਲਾ ਬੰਦਾ ਵੀ ਜਾ ਰਿਹਾ ਹੋਏ ਉਹ ਕਦੀ ਨਹੀਂ ਕਹਿੰਦੇ ਵੀ ਕੱਲਾ, ਉਹ ਕਹਿੰਦੇ ਵੀ 1.25 ਲੱਖ ਫੌਜ ਹੈ। ਪੋਜ਼ਿਟਿਵ ਥਿੰਕਿੰਗ। ਉਹ ਛੋਲੇ ਚੱਬਦੇ ਹੁਣ ਨਾ ਕਹਿੰਦੇ ਨੇ ਬਦਾਮ ਚੱਬ ਰਹੇ ਆ, ਬਤੌਆਂ ਨੂੰ ਉਹ ਬਟੇਰਾ ਕਹਿੰਦੇ ਨੇ। ਲੰਗਰ ਖਤਮ ਹੋ ਜਾਏ ਨਾ ਤਾਂ ਨਿਹੰਗ ਸਿੰਘ ਕਦੀ ਨਹੀਂ ਕਹਿੰਦੇ ਲੰਗਰ ਮੁੱਕ ਗਿਆ, ਕਹਿੰਦੇ ਲੰਗਰ ਮਸਤ ਹੋ ਗਿਆ। ਬੁਖਾਰ ਚੜਿਆ ਹੋਇਆ ਨਾ ਬੰਦੇ ਨੂੰ, ਦੇਖੋ ਬੁਖਾਰ ਚੜ ਗਿਆ, ਇਹਦੇ ਵਿੱਚ ਇੱਕ ਨੈਗੇਟਿਵਿਟੀ ਹੈ ਵੀ ਚੜ ਗਿਆ ਦਾ ਮਤਲਬ ਮੇਰੇ ਤੇ ਹਾਵੀ ਹੋ ਗਿਆ। ਪਰ ਉਹ ਕਦੀ ਨਹੀਂ ਕਹਿੰਦੇ ਬੁਖਾਰ ਚੜਿਆ, ਉਹ ਕਹਿੰਦੇ ਧਰਮਰਾਜ ਦਾ ਪੁੱਤਰ ਸੇਵਾ ਕਰ ਰਿਹਾ ਕਿ ਨਹੀਂ। ਤੇ ਜਦੋਂ ਨਹੀਂ ਜੇ ਬੰਦਾ ਮਰ ਜਾਵੇ ਤਾਂ ਉਹਨੂੰ ਇਹ ਨਹੀਂ ਕਹਿੰਦੇ ਮਰ ਗਿਆ, ਉਹ ਕਹਿੰਦੇ ਸਿੰਘ ਚੜਾਈ ਕਰ ਗਿਆ। ਮਤਲਬ ਪੋਜ਼ਿਟਿਵ ਥਿੰਕਿੰਗ ਹੈਗੀ ਹੈ। ਤੇ ਜਿਵੇਂ ਅਸੀਂ ਪੋਜ਼ਿਟਿਵ ਥਿੰਕਿੰਗ ਦੇਵਾਂਗੇ ਤੇ ਅਸੀਂ ਪੋਜ਼ਿਟਿਵ ਰਵਾਂਗੇ। ਇਹ ਸਿੱਖਾਂ ਦੀ ਬਹੁਤ ਵੱਡੀ ਪੋਜ਼ਿਟਿਵਿਟੀ ਸੀ ਔਰ ਸਿੱਖਾਂ ਦੇ ਅੰਦਰ ਵਿਲ ਪਾਵਰ ਸੀ ਔਰ ਉਹਨਾਂ ਦਾ ਇੱਕ ਗੋਲ ਸੀ ਕਿ ਇਸ ਜ਼ਾਲਮ ਰਾਜ ਨੂੰ ਖਤਮ ਕਰਕੇ ਖਾਲਸਾ ਰਾਜ ਕਰੇਗਾ, ਵੀ ਅਸੀਂ ਰਾਜ ਲਵਾਂਗੇ। ਔਰ ਉਹਨਾਂ ਨੇ ਲਿਆ ਵੀ। ਇਹ ਹਕੀਕਤ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿੰਨਾ ਵਧੀਆ ਰਾਜ ਸੀ। ਠੀਕ। ਇਹ ਦੋਹਰਾ ਉਹਨਾਂ ਵਾਸਤੇ ਜੋ ਮੇਰੀ ਸਮਝ ਵਿੱਚ ਆਉਂਦਾ। ਠੀਕ ਸਰ, ਮੈਂ ਤਾਂ ਸਿਰਫ ਜਿਹੜਾ ਰਾਜ ਕਰੇਗਾ ਖਾਲਸਾ ਜਿਹੜਾ ਵਰਡ ਹੈ ਨਾ ਉਹਦਾ ਹੀ ਮੀਨਿੰਗ ਚਾਹੁੰਦਾ, ਉਹ ਤੁਸੀਂ ਮੈਨੂੰ ਦੱਸ ਦਿੱਤਾ। ਹਾਂਜੀ ਬਹੁਤ ਵਧੀਆ ਜੀ, ਪਿਓਰ ਹੈਗਾ। ਥੈਂਕ ਯੂ ਜੀ। ਪਿਓਰ ਮੈਂ ਇਹਦਾ ਇਹ ਮਤਲਬ ਚਾਹੁੰਦਾ ਸੀ। ਹਾਂਜੀ ਠੀਕ ਹੈ ਜੀ, ਬਹੁਤ ਧੰਨਵਾਦ। ਬਹੁਤ ਧੰਨਵਾਦ। ਹਰਨੇਕ ਸਿੰਘ ਜੀ, ਜੇ ਕੋਈ ਸੁਝਾਅ ਦੇਣਾ ਹੋਵੇ ਤਾਂ ਅਗਲੇ ਹਫਤੇ ਦੇ ਪ੍ਰੋਗਰਾਮ ਵਾਸਤੇ, ਉਹ ਵੀ ਜੇ ਤੁਹਾਡੇ ਦਿਮਾਗ 'ਚ ਕੋਈ ਆਉਂਦੀ ਠੀਕ ਹੈ ਜੀ, ਨਹੀਂ ਤਾਂ ਅਸੀਂ ਟਰਾਈ ਕਰਾਂਗੇ। ਠੀਕ ਹੈ ਜੀ। ਅੱਛਾ, ਸਾਡੇ ਨਾਲ ਹੁਣ ਅਨਮਿਊਟਡ ਹੈਗੇ ਆਪਣੇ ਭਾਈ ਸਾਹਿਬ ਨਰਿੰਦਰ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ 3 ਬੰਦਿਆਂ ਦਾ ਹੋਰ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੀ ਕਮਾਈ ਦੇ ਵਿੱਚੋਂ NHS ਮੀਲਸ ਦੇ ਲਈ ਕੰਟਰੀਬਿਊਸ਼ਨ ਕੀਤੀ ਹੈਗੀ। ਉਹਨਾਂ 'ਚ ਹੈਗੇ ਆ ਮਹਿੰਦਰ ਸਿੰਘ ਬੋਇਲ, ਜਸਵਿੰਦਰ ਸਿੰਘ ਸਾਮਰਾ ਤੇ ਗੁਰਚਰਨ ਸਿੰਘ ਢੇਸੀ MBE। ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਉਸ ਤੋਂ ਬਾਅਦ ਮੇਰੀ ਇੱਕ ਕੁਐਸਚਨ ਹੈ ਜੀ, ਜਦੋਂ ਹੰਕਾਰ ਹੁੰਦੀ ਆਪਾਂ ਨਾ ਗੱਲ ਕਰਨੇ ਵੀ ਸਾਨੂੰ ਹੰਕਾਰ ਛੱਡਣਾ ਚਾਹੀਦਾ ਹੈ। ਇਹ ਹੰਕਾਰ ਹੁਣ ਜਦੋਂ 60-70 ਸਾਲ ਦਾ ਬੰਦਾ ਇਸੇ এনवायरमेंट ਦੇ ਵਿੱਚ ਰਹਿੰਦਾ ਹੈ, ਹੰਕਾਰ ਦੇ ਵਿੱਚ ਰਹਿੰਦਾ ਹੈ, ਉਹਦਾ ਹੰਕਾਰ ਵੱਧਦਾ ਜਾਂਦਾ ਹੈ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰੇ 'ਚ ਹੰਕਾਰ ਹੈਗਾ ਕਿ ਨਹੀਂ। ਤੇ ਜਦੋਂ ਉਹਨੂੰ ਕੋਈ ਦੱਸਣ ਦੀ ਕੋਸ਼ਿਸ਼ ਕਰੇ ਤਾਂ ਉਹਨੂੰ ਉਹ ਬੰਦਾ ਠੀਕ ਜਿਹਾ ਨਹੀਂ ਲੱਗਦਾ ਹੈਗਾ। ਇਸ ਚੀਜ਼ ਨੂੰ ਕਿਵੇਂ ਪਤਾ ਕੀਤਾ ਜਾਵੇ ਵੀ ਉਹ ਹੰਕਾਰ ਹੈਗਾ ਕਿ ਨਹੀਂ ਹੈਗਾ? ਹਾਂ ਵੀਰ ਜੀ, 2 ਚੀਜ਼ਾਂ ਨੇ। ਇੱਕ ਹੁੰਦਾ ਹੈ ਸਵਾਭਿਮਾਨ, ਇੱਕ ਹੁੰਦਾ ਹੈ ਅਭਿਮਾਨ। ਅਭਿਮਾਨ ਦਾ ਮਤਲਬ ਹੰਕਾਰ। ਇਹਦੇ ਵਿੱਚ ਫਰਕ ਸਾਨੂੰ ਕਰਨ ਦੀ ਲੋੜ ਹੈ। ਜਿਵੇਂ ਫਾਰ ਐਗਜ਼ਾਮਪਲ ਵੀ ਤੁਸੀਂ ਕਹਿੰਦੇ ਹੋ ਕਿ ਮੈਂ 4 ਮਾਸਟਰ ਡਿਗਰੀਆਂ ਕੀਤੀਆਂ ਨੇ, ਤਾਂ ਇਹ ਹੰਕਾਰ ਨਹੀਂ ਹੈ, ਇਹ ਤੁਹਾਡਾ ਸਵਾਭਿਮਾਨ ਹੈ। ਤੁਸੀਂ ਕਹਿੰਦੇ ਹੋ ਕਿ ਮੈਂ ਚੰਗੇ ਕੰਮ ਕਰਦਾ, ਤਾਂ ਇਹ ਤੁਹਾਡਾ ਹੰਕਾਰ ਨਹੀਂ, ਇਹ ਸਵਾਭਿਮਾਨ ਹੈ। ਮੈਂ ਚੰਗੇ ਕੰਮ ਕਰਨਾ, ਇਹ ਸਵਾਭਿਮਾਨ ਹੈ। ਤੇ ਇਸ ਦੁਨੀਆ ਵਿੱਚ ਸਿਰਫ ਮੈਂ ਹੀ ਚੰਗੇ ਕੰਮ ਕਰਨਾ, ਇਹ ਹੰਕਾਰ। ਹੋਰ ਕੋਈ ਚੰਗੇ ਕੰਮ ਕਰਦਾ ਹੀ ਨਹੀਂ, ਸਿਰਫ ਮੈਂ ਹੀ ਕਰਦਾ। ਇਸ ਕਰਕੇ ਇਹ ਵੇਖਣਾ ਪਵੇਗਾ ਪਹਿਲਾਂ ਕਿ ਉਹ ਜਿਹੜਾ ਬਜ਼ੁਰਗ ਹੈ ਉਹ ਕਿਤੇ ਸਵਾਭਿਮਾਨੀ ਹੈ ਜਾਂ ਅਭਿਮਾਨੀ ਹੈ। ਪਹਿਲੀ ਗੱਲ, ਅਸੀਂ ਕਈ ਵਾਰੀ ਸਵਾਭਿਮਾਨ ਨੂੰ ਅਭਿਮਾਨ ਸਮਝ ਲੈਂਦੇ ਹਾਂ। ਦੂਜੀ ਗੱਲ ਹੈ ਕਿ ਜੇ ਕਿਤੇ ਈਗੋ ਆ ਗਈ ਹੈ ਨਾ, ਤਾਂ ਉਹਦੇ ਵਾਸਤੇ 2-3 ਚੀਜ਼ਾਂ ਨੇ, ਉਹ ਸਾਨੂੰ ਵੇਖਣਾ ਪਵੇਗਾ ਕਿ ਇਹਦੇ ਅੰਦਰ ਕੋਈ ਪਰਸਨੈਲਿਟੀ ਡਿਸਆਰਡਰ ਤਾਂ ਨਹੀਂ ਹੈ। ਜਿਵੇਂ ਪੈਰਾਨਾਈਡ ਪਰਸਨੈਲਿਟੀ ਡਿਸਆਰਡਰ ਹੈ, ਤਾਂ ਪੈਰਾਨਾਈਡ ਪਰਸਨੈਲਿਟੀ ਡਿਸਆਰਡਰ ਜਿਸ ਬੰਦੇ ਦੇ ਅੰਦਰ ਹੋਏਗਾ, ਉਹਦੀਆਂ ਕੁਝ ਨਿਸ਼ਾਨੀਆਂ ਮੈਂ ਤੁਹਾਨੂੰ ਦੱਸਦਾ। ਉਹਦੇ ਅੰਦਰ ਪਹਿਲੀ ਗੱਲ ਇਹ ਹੋਏਗੀ ਕਿ ਮੈਂ ਠੀਕ ਹਾਂ, ਬਾਕੀ ਸਾਰੇ ਗਲਤ ਨੇ। ਪਹਿਲੀ ਉਹਦੀ ਨਿਸ਼ਾਨੀ। ਦੂਜੀ ਨਿਸ਼ਾਨੀ ਉਹਦੀ ਇਹ ਹੁੰਦੀ ਹੈ ਕਿ ਉਹ ਆਪਣੀਆਂ ਭਾਵਨਾਵਾਂ ਦੀ ਕਦਰ ਕਰਦਾ, ਦੂਜਿਆਂ ਦੀ ਭਾਵਨਾਵਾਂ ਦੀ ਕਦਰ ਨਹੀਂ ਕਰਦਾ। ਤੀਜੀ ਨਿਸ਼ਾਨੀ ਉਹਦੀ ਇਹ ਹੁੰਦੀ ਹੈ ਕਿ ਛੋਟੀ ਜਿਹੀ ਉਹਨੂੰ ਨਾ ਕਰ ਦੋ, ਜਵਾਬ ਦੇ ਦੋ, ਤੇ ਨਿੱਕੀ ਜਿਹੀ ਗੱਲ ਤੋਂ ਉਹ ਲੜਨ ਮਰਨ ਵਾਸਤੇ ਤਿਆਰ ਹੋ ਜਾਂਦਾ ਹੈ। ਔਰ ਚੌਥੀ ਉਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਆਪਣੇ ਆਪ ਨੂੰ ਦੂਜਿਆਂ ਦੇ ਨਾਲੋਂ ਸੁਪਰੀਮ ਜਿਹੜਾ ਹੈ ਉਹ ਸਮਝਣ ਦੀ ਟਰਾਈ ਕਰਦਾ ਹੈ। ਇਹ 4-5 ਨਿਸ਼ਾਨੀਆਂ ਜਿਹੜੀਆਂ ਨੇ ਪੈਰਾਨਾਈਡ ਪਰਸਨੈਲਿਟੀ ਡਿਸਆਰਡਰ ਨੇ। ਐਵੇਂ ਹੋਰ ਬਹੁਤ ਸਾਰੀਆਂ ਪਰਸਨੈਲਿਟੀ ਡਿਸਆਰਡਰਸ ਨੇ। ਤਾਂ ਕਈ ਵਾਰ ਬੰਦਾ ਨਾ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਹੁੰਦਾ ਹੈ। ਉਹਦੇ ਵਾਸਤੇ 2 ਚੀਜ਼ਾਂ ਨੇ ਉਹਦਾ ਇਲਾਜ ਵਾਸਤੇ। ਇੱਕ ਇਲਾਜ ਤਾਂ ਇਹ ਕਿ ਜੇ ਤਾਂ ਉਹਦੀ ਪਰਸਨੈਲਿਟੀ ਡਿਸਆਰਡਰ ਘੱਟ ਹੈ, ਪਹਿਲੇ ਲੈਵਲ ਤੇ ਹੈ, ਤਾਂ ਉਹਦੀ ਕਾਉਂਸਲਿੰਗ ਕਰਨ ਦੀ ਲੋੜ ਹੈ। ਜਿਹੜਾ ਕੋਈ ਸਾਈਕੋਥੈਰੇਪਿਸਟ ਹੈਗਾ ਉਹ ਉਹਦੀ
ਚੀਜ਼ ਨੂੰ ਸਮਝ ਕੇ ਉਹਦੀ ਕਾਉਂਸਲਿੰਗ ਕਰੇ ਤਾਂ ਉਹ ਬੰਦਾ ਕੁਝ 5-7-10 ਕਲਾਸਾਂ ਲਗਾਵੇ ਤਾਂ ਉਹ ਠੀਕ ਹੋ ਸਕਦਾ ਹੈ। ਤੇ ਜੇ ਉਹ ਜ਼ਿਆਦਾ ਡੀਪ ਚਲਾ ਗਿਆ ਫਿਰ ਉਹਦੇ ਵਾਸਤੇ ਕਈ ਵਾਰੀ ਦਵਾਈਆਂ ਦੀ ਲੋੜ ਪੈਂਦੀ। ਅੱਜ ਕੱਲ੍ਹ ਇਹਨਾਂ ਚੀਜ਼ਾਂ ਦੀ ਦਵਾਈ ਮਿਲ ਜਾਂਦੀ ਹੈ, ਜਿਹਨੂੰ ਅਸੀਂ ਪਹਿਲਾਂ ਕਹਿ ਦਿੰਦੇ ਸੀ ਨਾ ਆਪਣਾ ਵਹਿਮ, ਅੱਜ ਕੱਲ੍ਹ ਉਹਨਾਂ ਦੀਆਂ ਦਵਾਈਆਂ। ਇਸ ਕਰਕੇ ਐਵੇਂ ਉਹਦਾ ਸਹੀ ਉੱਤਰ ਨਹੀਂ ਦਿੱਤਾ ਜਾ ਪਾਏਗਾ। ਇਹ ਵੇਖਣਾ ਪਵੇਗਾ ਉਸ ਬੰਦੇ ਨੂੰ ਕਿ ਕਿਤੇ ਉਹ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਤੇ ਨਹੀਂ ਹੈਗਾ, ਤੇ ਉਸ ਪਰਸਨੈਲਿਟੀ ਡਿਸਆਰਡਰ ਮੁਤਾਬਕ ਉਹਦੀ ਕਾਉਂਸਲਿੰਗ ਜਾਂ ਦਵਾਈ ਦਿੱਤੀ ਜਾ ਸਕਦੀ ਹੈ। ਠੀਕ ਹੈ ਜੀ, ਥੈਂਕ ਯੂ। ਠੀਕ ਹੈ ਜੀ, ਮਿਹਰਬਾਨੀ ਤੁਹਾਡੀ ਬਹੁਤ ਬਹੁਤ। ਗੁਰਮੁਖ ਸਿੰਘ ਜੀ, ਮੈਂ ਤੁਹਾਡੇ ਕੋਲ ਆਉਣਾ 1 ਸਕਿੰਟ ਦੇ ਵਿੱਚ। ਆਪਣੇ ਭੈਣ ਕੁਲਦੀਪ ਕੌਰ ਵੀ ਅਨਮਿਊਟ ਹੋਈ ਹੈ, ਮੈਂ ਉਹਨਾਂ ਦੀ ਕਾਲ ਲੈ ਲਵਾਂ ਪਹਿਲਾਂ, ਉਹਦੇ ਬਾਅਦ ਫਿਰ ਤੁਸੀਂ। ਹਾਂਜੀ ਕੁਲਦੀਪ ਕੌਰ ਗੱਲ ਜੀ। ਹਾਂਜੀ ਗਿਆਨੀ ਜੀ, ਦੋਹਰਾ ਦੀ ਗੱਲ ਕੀਤੀ ਆਪਾਂ। ਹਾਂਜੀ, ਦੋਹਰਾ ਦੀ ਗੱਲ ਵਾਪਸ ਤੇ ਆਨੇ ਆ। ਹਾਂਜੀ, ਸਾਡੇ ਜਿੰਨੇ ਹਿੰਦੂ ਫਰੈਂਡ ਆ ਨਾ, ਜਦੋਂ ਉਹ ਆਉਂਦੇ ਉਹ ਕਹਿੰਦੇ ਤੁਸੀਂ ਏਦਾਂ ਕਿਉਂ ਕਹਿੰਦੇ ਆ ਬਾਕੀ ਰਹੇ ਨਾ ਕੋਏ। ਆਪਾਂ ਜਦੋਂ ਕਹਿੰਦੇ ਨਾ ਆਕੀ ਰਹੇ ਨਾ ਕੋਏ, ਹਾਂ ਹਾਂ, ਉਹਨਾਂ ਨੂੰ ਸੁਣਦਾ ਕਿ ਬਾਕੀ ਰਹੇ ਨਾ ਕੋਏ। ਹਾਂਜੀ ਹਾਂਜੀ, ਹਾਂ ਇਹ ਗੱਲ ਆਮ ਆਉਂਦੀ। ਹਾਂਜੀ, ਫਿਰ ਪੁੱਛਦੇ ਨੇ ਕਿ ਤੁਸੀਂ ਹੋਰਾਂ ਨੂੰ ਕਿਉਂ ਕਹਿੰਦੇ ਆ ਕਿ ਬਾਕੀ ਰਹੇ ਨਾ ਕੋਈ। ਜਦੋਂ ਮੈਂ ਦੱਸਿਆ ਫਿਰ ਮੈਂ ਕਿਹਾ ਬਾਕੀ ਨਹੀਂ, ਇਹ ਤਾਂ ਮਤਲਬ ਆਕੀ ਰਹੇ ਨਾ ਕੋਈ। ਇਹ ਜਿਹੜਾ ਦੋਹਰਾ ਜਿਹੜਾ ਆ, ਇਹਦੇ 2 ਮਿੰਟਾਂ ਦੇ ਵਿੱਚ ਪੂਰੇ ਹੀ ਦੋਹਰੇ ਦਾ ਜਰਾ ਤੁਸੀਂ ਖੁੱਲ ਕੇ ਜਰਾ ਕਰ ਦਿਓ। ਹਾਂਜੀ, ਦੋਹਰਾ ਨਾ ਇੱਕ ਤਾਂ ਇਹ ਜਿਵੇਂ ਤੁਹਾਨੂੰ ਦੱਸਿਆ ਕਿ ਗਿਆਨੀ ਗਿਆਨ ਸਿੰਘ ਜੀ ਦਾ ਲਿਖਿਆ ਹੋਇਆ ਹੈ, ਤੇ ਉਹਦੇ ਵਿੱਚ ਇਹ ਵੀ ਰਾਜ ਕਰੇਗਾ ਖਾਲਸਾ ਆਕੀ ਰਹਿਣਾ ਕੋਈ। ਵੀ ਜੇ ਸਿੱਖਾਂ ਦੇ ਵਿੱਚ ਪੋਜ਼ਿਟਿਵਿਟੀ ਸੀ ਔਰ ਉਹਨਾਂ ਦਾ ਇਹ ਆਪਣਾ ਗੋਲ ਸੀ ਕਿ ਅਸੀਂ ਰਾਜ ਲਵਾਂਗੇ ਔਰ ਜ਼ਾਲਮ ਰਾਜ ਦੀਆਂ ਅਸੀਂ ਜੜ੍ਹਾਂ ਖੇੜਾਂਗੇ। ਤੇ ਆਕੀ ਦਾ ਮਤਲਬ ਕਿ ਸਾਡੇ ਅੱਗੇ ਕੋਈ ਆਕੜਨ ਵਾਲਾ ਨਹੀਂ ਰਹੇਗਾ, ਅੱਗੇ ਕੋਈ ਰੁਕੇਗਾ ਨਹੀਂ, ਮਤਲਬ ਸਾਡੇ ਹੱਲੇ ਨੂੰ ਕੋਈ ਚੱਲ ਨਹੀਂ ਸਕੇਗਾ। ਖੁਆਰ ਹੋਏ ਸਭ ਮਿਲਣਗੇ ਬੱਚੇ ਸ਼ਰਨ ਜੋ ਹੋਏ, ਕਿ ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆਏਗਾ, ਜਿੰਨੇ ਵੀ ਖੁਆਰ ਹੋਏ ਨੇ ਉਹ ਸਾਰੇ ਮਿਲ ਜਾਣਗੇ ਆਪਸ ਦੇ ਵਿੱਚ, ਉਹਨਾਂ ਨੂੰ ਸੁਖ ਸ਼ਾਂਤੀ ਮਿਲੇਗੀ। ਅਗਲੀ ਪੰਕਤੀ ਬੋਲੋ ਤੁਸੀਂ। ਸਾਡੇ ਆਕੀ ਮੀਨੇ ਸਾਡੇ ਅੱਗੇ ਹੋਰ ਕੋਈ ਨਹੀਂ ਰਹੇਗਾ। ਹਾਂ ਨਹੀਂ, ਆਕੀ ਦਾ ਮਤਲਬ ਹੁੰਦਾ ਹੈ ਵੀ ਅੱਗੇ ਅੜਨ ਵਾਲਾ ਬੰਦਾ, ਅੱਛਾ, ਕੋਈ ਮੁਕਾਬਲਾ ਕਰਨ ਵਾਲਾ। ਆਕੀ ਦਾ ਮਤਲਬ ਹੁੰਦਾ ਵੀ ਬੰਦਾ ਅੱਗੇ ਆਕੀ ਹੋ ਕੇ ਆਕੜ ਕੇ ਖਲੋ ਗਿਆ ਔਰ ਰਾਹ ਨਹੀਂ ਛੱਡ ਰਿਹਾ, ਉਹਨੂੰ ਕਹਿੰਦੇ ਨੇ ਮੁਕਾਬਲਾ ਕਰਨ ਵਾਲਾ ਬੰਦਾ। ਵੀ ਜਿਹੜਾ ਸਾਡੇ ਮੁਕਾਬਲੇ ਤੇ ਅੱਗੇ ਅੜ ਜਾਏ ਉਹ ਨਹੀਂ ਕੋਈ ਹੋਏਗਾ। ਵੀ ਅਸੀਂ ਹਰ ਇੱਕ ਦੇ ਹਰ ਤਰ੍ਹਾਂ ਦੇ ਰਾਹ ਨੂੰ ਖਾਲੀ ਕਰਾਂਗੇ। ਮੁਕਾਬਲਾ, ਹਾਂਜੀ ਹਾਂਜੀ, ਸਾਡਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਹੋਏਗਾ। ਇਹ ਉਹਨਾਂ ਦੀ ਵਿਲ ਪਾਵਰ ਸੀ, ਦੇਖੋ ਉਹਨਾਂ ਦੀ ਨਾ, ਉਹਨਾਂ ਦੀ ਪੋਜ਼ਿਟਿਵਿਟੀ ਸੀ, ਸਕਾਰਾਤਮਕ ਸੋਚ ਸੀ। ਔਰ ਤੁਹਾਡੀ ਸੋਚ ਹੀ ਤੁਹਾਨੂੰ ਜੇਤੂ ਜਾਂ ਹਾਰ ਬਣਾਉਂਦੀ। ਜੇ ਤੁਹਾਡੇ ਅੰਦਰ ਦੇਖੋ 2 ਟੀਮਾਂ ਨੇ, ਇੱਕ ਟੀਮ ਖੇਲਦੀ ਹੈ ਹਾਰ ਤੋਂ ਬਚਣ ਲਈ, ਇੱਕ ਟੀਮ ਖੇਲਦੀ ਹੈ ਜਿੱਤਣ ਵਾਸਤੇ। ਹਮੇਸ਼ਾ ਉਹ ਟੀਮ ਜਿੱਤਦੀ ਹੈ ਜਿਹੜੀ ਜਿੱਤਣ ਵਾਸਤੇ ਖੇਲਦੀ ਹੈ। ਜਿਹੜੀ ਹਾਰ ਤੋਂ ਬਚਣ ਲਈ ਖੇਲਦੀ ਹੈ, ਉਹਨਾਂ ਦੀ ਸੋਚ ਅੰਦਰ ਹਾਰ ਹੁੰਦੀ, ਉਹ ਹਾਰ ਜਾਂਦੇ ਨੇ। ਇਸ ਲਈ ਉਹ ਸਿੱਖ ਜਿਹੜਾ ਸੀ ਹਮੇਸ਼ਾ ਪੋਜ਼ਿਟਿਵ ਸੋਚਦਾ ਹੈ। ਆਗਾਹੂ ਕੁਤਰਾਗ ਪਿੱਛਾ ਫੇਰ ਨਾ ਮੋਹੜਾ, ਨਾਨਕ ਸਿੱਧ ਜਿਵੇਂ ਹਵਾਰ ਬਹੁਤ ਨਾ ਹੋਵੇ ਜਨਮੜਾ। ਇੱਕ ਨਾ ਸ਼ੇਰ ਹੈਗਾ ਬੜਾ ਵਧੀਆ, ਉਹ ਹੁੰਦਾ ਹੈ ਕੁਛ वो हैं जो बदलते हैं जमाने के साथ साथ, पर मर्द वो हैं जो जमाने को बदल देते हैं। ख्वार होए सब मिलेंगे बच्चे सब के सारे एट द एंड ਅਸੀਂ ਸਾਰੇ ਮਿਲ ਪਾਂਗੇ। ਨਹੀਂ ਨਹੀਂ, ਜਿਹੜਾ ਸ਼ਰਨ ਦੇ ਵਿੱਚ ਆਏਗਾ ਅੱਜ ਵੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਨਹੀਂ, ਅੱਜ ਵੀ ਉਹ ਖੁਆਰ ਹੋ ਰਿਹਾ। ਠੀਕ ਹੈ, ਅੱਜ ਵੀ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਏਗਾ ਉਹ ਬਚ ਜਾਏਗਾ ਕਾਮ ਕ੍ਰੋਧ ਲੋਭ ਮੋਹ ਤੋਂ, ਵਿਕਾਰਾਂ ਤੋਂ, ਪਾਪਾਂ ਤੋਂ, ਦੁੱਖਾਂ ਤੋਂ। ਤੇ ਅੱਜ ਵੀ ਜਿਹੜਾ ਗੁਰੂ ਤੋਂ ਬੇਮੁਖ ਹੋਏਗਾ ਉਹ ਅੱਜ ਵੀ ਖੁਆਰ ਹੀ ਹੋਏਗਾ। ਔਰ ਖੁਆਰ ਲੋਕੀ ਹੋ ਵੀ ਰਹਿੰਦੇ, ਦੇਖੋ ਪਰਿਵਾਰ ਨਰਕ ਬਣਾਈ ਬੈਠੇ ਨੇ। ਤੇ ਜਿਹੜੇ ਤੁਹਾਡੇ ਵਰਗੇ ਵੀਰ ਭੈਣਾਂ ਨੇ ਜਿਹੜੇ ਸ਼ਰਨ ਵਿੱਚ ਆ ਗਏ, ਬਾਣੀ ਦੇ ਨਾਲ ਜੁੜ ਗਏ, ਉਹ ਇਹਨਾਂ ਵਿਕਾਰਾਂ ਤੋਂ ਬਚ ਗਏ। ਓਕੇ, ਠੀਕ ਹੈ, ਮਿਹਰਬਾਨੀ ਜੀ ਭੈਣ ਜੀ, ਬਹੁਤ ਬਹੁਤ ਧੰਨਵਾਦ। ਗੁਰਮੁਖ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਹਾਂਜੀ, ਪਹਿਲਾਂ ਮੈਂ ਆਪਣੇ ਗਿਆਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਰੋਜ਼ ਅਸੀਂ ਤੁਹਾਡੇ ਤੋਂ ਕੋਈ ਨਾ ਕੋਈ ਨਵੀਂ ਗੱਲ ਸਿੱਖਦੇ ਹਾਂ। ਕੋਈ ਤਾਂ ਜਿਹੜੀ ਤੁਸੀਂ ਕੱਲ 2-3 ਗੱਲਾਂ ਕੀਤੀਆਂ ਸੀ, ਇੱਕ ਖੁਸ਼ ਰਹਿਣ ਦੀ, ਬਾਕੀ ਦੂਜੀ ਗੱਲ ਮੈਂ ਆਪਣੇ ਮਨ ਨੂੰ ਲਾਈ ਹੋਇਆ। ਥੈਂਕ ਯੂ ਜੀ। ਤਾਂ ਜਿਹੜੀ ਅੱਜ ਮੇਰਾ ਕੁਐਸਚਨ ਹੈ, ਮੇਰਾ ਕੁਐਸਚਨ ਹੈਗਾ ਅੱਜ ਜੀ ਨਰਿੰਦਰ ਸਿੰਘ ਲਈ। ਨਰਿੰਦਰ ਸਿੰਘ ਜੀ, ਜਿਹੜੇ ਅਸੀਂ 60-70 ਸਾਲ ਦੇ ਨਾਲ ਜੁੜੇ ਹੋਏ ਹਾਂ, ਅੱਜ ਜਿਹੜੀ ਤੁਸੀਂ ਗੱਲ ਕੀਤੀ ਆ, ਜੇ ਜੀ ਤੁਹਾਨੂੰ ਹੰਕਾਰ ਜਾਰੀ ਦੱਸਦਾ ਜੇ ਇਸ ਕਾਲ ਦੀ ਨਹੀਂ ਤਾਂ ਬਾਅਦ ਜ਼ਰੂਰ ਟੈਲੀਫੋਨ ਕਰ ਦਿਓ ਜੀ, ਕਰਕੇ ਅਸੀਂ ਸਾਰੇ 60-70 ਸਾਲ ਦੇ ਹੀ ਆ ਇੱਥੇ। ਨਹੀਂ, ਮੈਂ ਤੁਹਾਡੇ ਨਹੀਂ ਕਹਿ ਰਿਹਾ ਸੀ, ਮੈਂ ਆਪਣੇ ਤੇ ਰਿਪਲਾਈ ਕਰ ਰਿਹਾ ਸੀ। ਉਹ ਮੈਨੂੰ ਘਰੋਂ ਇਹੀ ਮਿਲਦਾ ਹੈਗਾ ਵੀ ਤੂੰ ਬਹੁਤ ਸਟਬਰਨ ਹੈ। ਨਹੀਂ ਠੀਕ ਹੈ, ਸਾਰੇ ਟਾਈਮ ਟੂ ਟਾਈਮ ਅਸੀਂ ਗਲਤੀਆਂ ਕਰਦੇ ਹੀ ਹਾਂ। ਥੈਂਕ ਯੂ ਜੀ। ਇਹ ਬਿਲਕੁਲ ਜਿਹੜੇ ਗਲਤੀਆਂ ਕਰਦੇ ਉਹ ਸੋਚਣ। ਹਾਂਜੀ, ਮੇਰੇ ਗੁਰੂ ਘਰ ਦੇ ਵਿੱਚ ਵੀ ਗਲਤੀਆਂ ਕਰ ਰਹੇ ਉਹ ਵੀ ਜ਼ਰੂਰ ਸੋਚਣ।
ਜਿਹੜੇ 60-70 ਸਾਲ ਵਾਲੇ ਹੋ ਰਹੇ ਆ, ਇਹ ਜ਼ਰੂਰ ਸੋਚਣ ਉਹ। ਥੈਂਕ ਯੂ। ਬਸ ਤਲੋਰੀ ਜੀ, ਥੈਂਕ ਯੂ ਜੀ, ਇਹੀ ਗੱਲ ਹਾਂਜੀ, ਕੋਈ ਅਨਾਉਂਸਮੈਂਟ ਤਾਂ ਨਹੀਂ ਕਰਨੀ ਕੱਲ ਵਾਸਤੇ ਜੀ? ਹਾਂਜੀ ਕੱਲ ਜੀ ਆਪਣੇ, ਹਾਂਜੀ ਥੈਂਕ ਯੂ ਜੀ। ਕੱਲ ਵਾਸਤੇ ਕੋਈ ਅਨਾਉਂਸਮੈਂਟ ਕਰਨੀ ਹੋਵੇ ਤਾਂ ਕਰ ਦਿਓ। ਹਾਂਜੀ ਕਰ ਦਿੰਦੇ ਜੀ। ਅੱਛਾ ਜੀ, ਆਪਣੇ ਜਿੱਦਾਂ ਆਪਾਂ ਪਿਛਲੇ 3-4 ਹਫ਼ਤੇ ਤੋਂ ਕਰਦੇ ਹਾਂ ਹਰੇਕ ਐਤਵਾਰ ਆਪਣੇ ਗੁਰਦੁਆਰੇ ਤੋਂ ਲਾਈਵ YouTube ਤੇ ਕੀਰਤਨ ਚੱਲੂਗਾ 10 ਵਜੇ। ਤਾਂ ਕੀਰਤਨ ਦੇ ਨਾਲ ਆਪਣੇ ਆਨੰਦ ਸਾਹਿਬ ਅਰਦਾਸ ਹੁਕਮ ਜਦੋਂ ਆਪਣੇ ਸਮਾਪਤੀ ਹੋ ਜੂਗੀ ਤੇ ਫਿਰ ਅਸੀਂ ਕੱਲ ਨੂੰ ਇਹ ਟਰਾਈ ਕਰਨੀ ਆ ਵੀ ਜਿਹੜੀ ਲੰਗਰ ਦੀ ਸੇਵਾ ਚੱਲਦੀ ਆ ਕਰਕੇ ਉਸ ਵੇਲੇ 11 ਵਜੇ ਆਪਣੇ ਜ਼ੋਰ ਤੇ ਹੋਣੀ ਆ, ਵੀ ਅਸੀਂ ਉਹੀ YouTube ਲਾਈਵ ਥੱਲੇ ਲਿਜਾ ਕੇ ਜਿੱਥੇ ਲੰਗਰ ਦੀ ਸੇਵਾ ਹੁੰਦੀ ਆ, ਜਿੱਥੇ ਲੰਗਰ ਬਣਦਾ ਆ, ਜਿੱਥੇ ਪੈਕਿੰਗ ਕਰਦੇ ਆ, ਵੀ ਜਾ ਕੇ ਉਹਦੇ ਨਾਲ ਵੀ 15-20 ਮਿੰਟ ਨਾਲੇ ਸਾਰਿਆਂ ਨੂੰ ਸੰਗਤ ਨੂੰ ਦਿਖਾ ਲਾਂਗੇ ਵੀ ਆ ਇੱਥੇ ਲੰਗਰ ਬਣਦਾ ਆ। ਨਾਲੇ ਜਿਹੜੇ ਨੌਜਵਾਨ ਆਏ ਉਹ ਸੇਵਾ ਕਰਨ, ਉਹਨਾਂ ਦੀ ਵੀ ਥੋੜੀ ਬਹੁਤ ਜਿੰਨੀ ਹੋਊਗੀ ਇੰਟਰਵਿਊ ਕਰਾਂਗੇ ਵੀ ਤੁਸੀਂ ਵੀ ਦੱਸੋ ਵੀ ਤੁਹਾਡੇ ਕੀ ਵਿਚਾਰ ਆ। ਹਾਂਜੀ, ਤਾਂ ਵੀ ਕੱਲ ਨੂੰ ਇਹ ਵੀ 10 ਤੋਂ ਲੈ ਕੇ 11:20 ਤਾਈਂ ਇੰਨਾ ਪ੍ਰੋਗਰਾਮ ਚੱਲੂਗਾ, ਜਰੂਰ ਸਾਰੇ ਦੇਖਿਓ ਜੀ। ਬਸ ਥੈਂਕ ਯੂ ਜੀ। ਇੱਕ ਉਹ ਕਰੀ ਦਾ ਜਿਹੜੇ ਡੋਨੇਸ਼ਨ ਹੈਗੀ ਉਹ ਵੀ ਦੱਸ ਦਿੰਦੇ ਤੁਸੀਂ। ਅੱਛਾ ਹਾਂਜੀ, ਮੈਂ ਹਾਂਜੀ ਆਪਣੇ ਅੱਜ ਇੱਕ ਫ੍ਰਿਜ ਡਿਲੀਵਰ ਹੋਇਆ ਗੁਰਦੁਆਰੇ 'ਚ ਇਸ ਲੰਗਰ ਦੀ ਸੇਵਾ ਲਈ। ਉਹ ਆਪਣੇ ਜਿਹੜੇ ਕਾਰੀਜ਼ ਜਿਹੜੇ ਆਪਣੇ ਫਰਮ ਆ, ਜਿਹੜੇ ਆਪਣੇ ਬਿਜਲੀ ਸਮਾਨ ਸਪਲਾਈ ਕਰਦੀ ਆ, ਉਹਨੇ ਫ੍ਰੀ ਡੋਨੇਟ ਕੀਤਾ ਆ ਇਹ NHS ਸੇਵਾ ਲਈ ਫ੍ਰਿਜ। ਹਾਂਜੀ, ਤੇ ਨਾਲ ਮੈਂ ਵੀ ਦੱਸ ਦਿਆਂ ਵੀ ਗੁਰਮੁਖ ਸਿੰਘ ਜੀ ਉਦੋਂ ਜਿਹੜੇ ਉਹ ਡੱਬੇ ਰੈੱਡ ਕਿਡਨੀ ਬੀਨਸ ਜਿਹੜੇ ਸੀਗੇ ਜੀ, ਮੈਂ ਉਹਨਾਂ ਨੂੰ ਮੁੰਡੇ ਨੂੰ ਕਿਹਾ ਸੀਗਾ, ਮੇਰੇ ਕੋਲ ਮੁੰਡਾ ਕੰਮ ਕਰਦਾ ਹੁੰਦਾ ਸੀਗਾ ਜੀ ਪਹਿਲਾਂ, ਉਹਨੂੰ ਮੈਂ ਕਿਹਾ ਸੀਗਾ ਕਿ ਰੈੱਡ ਕਿਡਨੀ ਬੀਨਸ ਜੇ ਹੋਏ ਤਾਂ ਮੈਨੂੰ ਦੱਸੀ। ਤਾਂ ਉਹਨੂੰ ਮੈਂ ਕਿਹਾ ਸੀ 2 ਕੇਸ ਚੱਕ ਲਿਆ, ਤਾਂ ਉਹ ਲੈ ਆਉਂਦੇ ਸੀ। 12 ਡੱਬੇ ਹੈ ਜੀ 2.5 ਕਿੱਲੋ ਵਾਲੇ, ਤੇ 20-25 ਕਿੱਲੋ ਜਾਣੀ ਹੋ ਜਾਂਦੇ ਆ। ਤਾਂ ਉਹਨੇ ਡੋਨੇਟ ਕਰ ਦਿੱਤੇ, ਕਹਿੰਦੇ ਮੇਰੇ ਵੱਲੋਂ ਤੁਸੀਂ ਉਹਦੀ ਸੇਵਾ ਮੰਨ ਲਿਓ। ਤਾਂ ਉਹਦਾ ਵੀ ਬਹੁਤ ਬਹੁਤ ਧੰਨਵਾਦ ਜੀ। ਤੇ ਬਾਕੀ ਜਿੱਦਾਂ ਗੁਰਮੁਖ ਸਿੰਘ ਜੀ ਨੇ ਕਿਹਾ, ਕੱਲ ਨੂੰ ਦੇਖਣਾ ਨਾ ਭੁੱਲਣਾ ਆਪਣਾ ਪ੍ਰੋਗਰਾਮ YouTube ਤੇ। ਤੇ ਇੱਥੇ ਅਸੀਂ ਗਿਆਨੀ ਜੀ ਦਾ ਧੰਨਵਾਦ ਕਰਦੇ ਹਾਂ। ਤੇ ਗਿਆਨੀ ਜੀ ਮੈਂ ਤੁਹਾਡੇ ਨਾਲ ਫੇਰ ਕਰੂੰਗਾ, ਕੱਲ ਫੋਨ ਤੇ ਕਰ ਲੂੰਗਾ। ਤੇ ਅਸੀਂ ਮੰਡੇ ਨੂੰ ਨਵਾਂ ਟੌਪਿਕ ਲੈ ਕੇ ਆਵਾਂਗੇ। ਸਾਰੀਆਂ ਸੰਗਤਾਂ ਨੂੰ ਦੱਸਦੇ ਹਾਂ ਕਿ ਇਸੇ ਤਰ੍ਹਾਂ ਸੋਮਵਾਰ ਨੂੰ ਆਪਣੇ 2 ਵਜੇ ਜਿੱਦਾਂ ਅਸੀਂ ਰੋਜ਼ ਆਈਦਾ, ਸੋਮਵਾਰ ਨੂੰ ਆ ਜਾਓ ਜੀ। ਅਸੀਂ ਫੇਰ ਮਿਲਦੇ ਹਾਂ ਜੀ। ਇੱਥੇ ਐਂਡ ਕਰਦੇ ਮੀਟਿੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।